ਉਂਝ ਜਦੋਂ ਮੈਂ 10ਵੀਂ ਜਮਾਤ ਪਾਸ ਕੀਤੀ ਫਿਰ ਮੈਨੂੰ ਲੱਗਿਆ ਵੀ ਮੈਂ ਜਰਨਲਿਜ਼ਮ ਵੱਲ ਨੂੰ ਜਾਣਾ, ਪਰ ਕੁਦਰਤ ਨੂੰ ਕੁਝ ਹੋਰ ਮਨਜ਼ੂਰ ਸੀ। ਮੈਂ ਬਗੈਰ ਕਿਸੇ ਪਰਿਵਾਰਕ ਪਿਛੋਕੜ ਤੋਂ, ਧਾਰਮਿਕ ਪਿਛੋਕੜ ਤੋਂ ਜਾਂ ਸੱਭਿਆਚਾਰਕ ਜਾਂ ਸੰਗੀਤਕ ਪਿਛੋਕੜ ਤੋਂ ਬਿਨਾਂ ਇੱਧਰ ਪ੍ਰਵੇਸ਼ ਕੀਤਾ। ਯਾਦ ਰੱਖਿਓ, ਧਰਮ ਕਦੇ ਮਾੜਾ ਨਹੀਂ ਹੁੰਦਾ। ਹਾਂ, ਧਰਮ ਵਿੱਚ ਕੁਝ ਬੰਦੇ ਮਾੜੇ ਜ਼ਰੂਰ। ਇਹ ਸਤੰਬਰ ਮਹੀਨੇ ਦੀ ਗੱਲ ਆ, ਜਦੋਂ ਅਸੀਂ ਗਾਇਆ ਤੇ ਬੜਾ ਲੋਕਾਂ ਨੇ ਪਿਆਰ ਦਿੱਤਾ। ਉਹ ਮੈਨੂੰ ਕਹਿੰਦੇ ਤੂੰ ਛੱਡ ਸਰੰਗੀ ਸਿੱਖਣ ਨੂੰ, ਵੀ ਤੂੰ ਪ੍ਰਚਾਰਕ ਬਣ। ਤੁਸੀਂ ਆਖੋਗੇ ਕਿਉਂਕਿ ਇਹਦਾ ਢਾਡੀ ਹੈ, ਪ੍ਰਚਾਰਕ ਹੈ, ਪ੍ਰੀਤਰ ਹੈ, ਤਾਂ ਇਹ ਗੱਲ ਕਹਿੰਦੇ ਵੀ ਸਿੱਖ ਧਰਮ ਸਾਰੇ ਧਰਮਾਂ ਤੋਂ ਚੰਗਾ, ਇਸ ਕਰਕੇ। ਅਸੀਂ ਉੱਥੇ ਜਾਣਾ ਗੁਰਪੁਰਬ ਤੋਂ ਪਹਿਲਾਂ, ਤੇ 4 ਜਣਿਆਂ ਨੂੰ ਕਈ ਵਾਰੀ 31 ਰੁਪਏ ਦੇਣੇ ਉਹਨਾਂ ਨੇ, ਕਈ ਵਾਰੀ 41, ਕਈ ਵਾਰੀ 51, ਕਈ ਵਾਰੀ 71 ਰੁਪਏ ਦੇਣੇ। ਜਿੱਦਣ 100 ਦੇ ਦਿੰਦੇ ਸੀ ਉਦੋਂ ਸਾਨੂੰ ਐਂ ਲੱਗਦਾ ਹੁੰਦਾ ਸੀ ਵੀ ਅੱਜ ਯਾਰ ਕਿਰਾਇਆ ਭਾੜਾ ਬਣ ਗਿਆ। ਅਣਖੀ ਸਾਹਿਬ ਕਹਿੰਦੇ ਵੀ ਇੱਕ ਦੀ ਕਿਹੜਾ ਜਥਾ ਵਧੀਆ ਰਿਹਾ। ਹੁਣ ਉੱਥੇ ਸਾਰੇ ਮੇਰੇ ਨਾਲ ਸੀਨੀਅਰ ਜਥੇ ਵੀ ਸੀ, ਜੂਨੀਅਰ ਵੀ ਸੀ, ਸੀਨੀਅਰ ਵੀ ਸੀ। ਅਣਖੀ ਸਾਹਿਬ ਕਹਿੰਦੇ ਵੀ ਉਹ ਕਹਿੰਦੇ ਨੇ ਵੀ ਯਾਰ ਭਮੱਦੀ ਆ ਸੀ, ਵੀ ਉਹ ਬਹੁਤ ਵਧੀਆ ਰਿਹਾ। ਤੇ ਉੱਥੇ ਜਦੋਂ ਜੀ ਮੈਂ ਲੈਕਚਰ ਸ਼ੁਰੂ ਕਰਕੇ ਕਵਿਤਾ ਲਾਤੀ, ਪ੍ਰਸੰਗ ਆਇਆ ਜੀ, ਸਾਡਾ ਟਾਈਮ ਵੀ ਫਿਰ ਉਹਨਾਂ ਨੇ ਵਧਾਤਾ। ਤੇ ਜਦੋਂ ਅਸੀਂ ਹਟੇ ਨਾ, ਮਤਲਬ ਉੱਥੇ ਰੱਸੇ ਬੰਨੇ ਹੁੰਦੇ ਸੀ ਬਈ ਕੋਈ ਸਟੇਜ ਤੇ ਜਥੇ ਨੂੰ ਪੈਸੇ ਨਾ ਦੇ ਕੇ ਆਵੇ, ਕਾਰ ਸੇਵਾ ਦੀ ਟੁੱਕ ਨਹੀਂ ਪਾਵੇ। ਲੋਕਾਂ ਨੇ ਰੱਸਿਆਂ ਦੇ ਵਿੱਚ ਹੀ ਲੰਘ ਕੇ ਸਾਨੂੰ ਸਟੇਜ ਤੇ ਪੈਸੇ ਦਿੱਤੇ। ਹਾਲਾਂਕਿ ਕੋਈ ਪੈਸੇ ਸਾਨੂੰ ਮਿਲਣੇ ਨਹੀਂ ਸੀ, ਪਰ ਲੋਕਾਂ ਸਾਡਾ ਮਾਣ ਬਹੁਤ ਕੀਤਾ। ਮੇਰੇ ਜੀਵਨ ਦੀਆਂ ਯਾਦਗਾਰੀ ਜਿਹੜੀਆਂ ਸਟੇਜਾਂ ਨੇ। ਜਦੋਂ ਅਸੀਂ ਹਟੇ ਨਾ, 2 ਵਜੇ ਹੋਣਗੇ, ਮੈਨੂੰ ਉਮੀਦ ਆ 2 ਵਜੇ ਤੜਕਾ ਹੋ ਜਾਂਦਾ, ਤੇ ਸਾਨੂੰ ਐਂ ਲੱਗੇ ਵੀ ਜਿਵੇਂ ਕੋਈ 10,000 ਬੰਦਾ ਸਾਡੇ ਮਗਰ ਤੁਰਿਆ ਗਿਆ। ਤੇ ਗਿਆਨੀ ਸਰੂਪ ਸਿੰਘ ਸਰਪੰਚ ਕਵੀਸ਼ਰ ਨੇ, ਬਹੁਤ ਨਾਮਵਰ ਕਵੀਸ਼ਰ, ਉਹਨਾਂ ਦੇ ਬੱਚੇ, ਹੁਣ ਬੇਟਾ ਉਹਨਾਂ ਦਾ ਹੁਣ ਵੀ ਨਾਮਵਰ ਭਗਵਾਨ ਸਿੰਘ, ਤੇ ਬੜਾ ਸਰੀਲਾ ਮੁੰਡਾ ਹੈ ਨਾ। ਤੇ ਉਹਦੇ ਡੈਡੀ, ਮਤਲਬ ਉਹਦਾ ਨਾਂ ਸੀ, ਮੈਂ ਸੁਣਿਆ ਸੀ ਸਰੂਪ ਸਿੰਘ ਸਰਪੰਚ ਦਾ ਨਾਂ। ਉਹ ਆ ਕੇ ਗਿਆਨੀ ਮੂਲਾ ਸਿੰਘ ਪਾਖਰਪੁਰ ਨੂੰ ਕਹਿੰਦਾ, ਉਹ ਵੀ ਉਦੋਂ ਕੋ ਬੜੇ ਆਸ਼ਮੀ ਆ ਗਏ। ਤੇ ਉਹਨੇ ਜਿਹੜਾ ਸਭ ਤੋਂ ਪਹਿਲਾਂ ਜਥੇ ਲੱਗੇ ਸੀ, ਤੇ ਉਹਨਾਂ ਦਾ ਨਾਂ ਲੈ ਕੇ ਕਹਿੰਦਾ, ਉਹ ਮੂਲਾ ਸਿਆ ਆ ਤੇਰਾ ਢਾਡੀ, ਉਹਨਾਂ ਦੀ ਹਿੱਕ ਤੇ ਬਹਿ ਗਿਆ ਢਾਹ ਕੇ। ਇਹ ਸਰੂਪ ਸਿੰਘ ਦੇ ਸ਼ਬਦ ਸੀ। ਸਟੇਜ ਤੇ ਜਾਣ ਤੱਕ ਮੈਂ ਫਾਈਨਲ ਨਹੀਂ ਕਈ ਵਾਰੀ ਕਰਦਾ ਮੈਂ ਕੀ ਗਾਉਣਾ। ਪਹਿਲੀ ਕਵਿਤਾ ਫਾਈਨਲ ਕਰਕੇ ਸਾਥੀਆਂ ਨੂੰ ਤੋੜ ਦੇਣਾ ਕਿ ਤੁਸੀਂ ਆ ਗਾਓ। ਇਹ ਦਮਦਮੀ ਟਕਸਾਲ ਦੀ ਮਹਾਨ ਕਹਾਣੀ ਤਰਲੋਚਨ ਸਿੰਘ ਭਮੱਦੀ ਦਾ ਢਾਡੀ ਜਥਾ ਤੁਹਾਡੀ ਸੇਵਾ ਵਿੱਚ ਇਉਂ ਕਹਿਣ ਲੱਗਾ। ਕਿਆ ਮੇਰੀ ਮਜਬੂਰੀ ਵਿੱਚੋਂ ਮੇਰੀ ਕਵਿਤਾ ਨਹੀਂ। ਮਜਬੂਰੀ ਤੁਹਾਡੀ ਕੀ ਸੀ? ਜਿਹੜੀ ਗੱਲ ਗੀਤ ਲਿਖਣ ਦੀ ਚੱਲਦੀ ਆ ਵੀ ਮੈਂ ਗੀਤ ਲਿਖੇ ਹੈ ਨਾ, ਮੇਰਾ ਇਹ ਮੰਨਣਾ, ਮੈਂ ਅੜਵਾਈ ਨਹੀਂ ਕਰਦਾ। ਕੋਈ ਬੰਦਾ ਦਲੀਲ ਨਾਲ ਮੈਨੂੰ ਸਮਝਾ ਦੇਵੇ ਵੀ ਤਰਜ ਅਸ਼ਲੀਲ ਕਿਵੇਂ ਹੁੰਦੀ ਆ। ਮਿਊਜ਼ਿਕ ਕਦੇ ਅਸ਼ਲੀਲ ਨਹੀਂ ਹੁੰਦਾ, ਸ਼ਬਦ ਅਸ਼ਲੀਲ ਹੁੰਦੇ ਨੇ। ਲੋਕ ਸੁਣਨਾ ਚਾਹੁੰਦੇ ਨੇ, ਬਿਲਕੁਲ ਸੁਣਨਾ ਚਾਹੁੰਦੇ ਨੇ, ਪਰ ਵਪਾਰੀ ਕਰਨੇ ਇਸ ਗੱਲ ਨੂੰ ਰੋਕ। ਕੋਈ 8 ਮੈਨੂੰ ਗੋਲਡ ਮੈਡਲ ਸਮੇਤ ਕੈਂਠੇ ਦੇ ਮਿਲੇ। ਪੰਜਾਬੀ ਵਿਰਾਸਤ USA ਦੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਮੈਂ ਜਗਦੇਵ ਸਿੰਘ ਜਾਚਕ ਹਾਜ਼ਰ ਹਾਂ ਤੁਹਾਡੇ ਲਈ ਪ੍ਰੋਗਰਾਮ ਵਿਰਾਸਤੀ ਰੰਗ ਲੈ ਕੇ। ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਤੁਹਾਨੂੰ ਸਿੱਖ ਪੰਥ ਦੀ ਸਤਿਕਾਰਤ ਸ਼ਖਸੀਅਤ, ਢਾਡੀ ਜਗਤ ਨੂੰ ਇੱਕ ਨਵਾਂ ਮੂੰਹ ਮੁਹਾਂਦਰਾ ਦੇਣ ਵਾਲੇ ਅਜੋਕੇ ਦੌਰ ਦੇ ਸਿਰਮੌਰ ਢਾਡੀ ਗਿਆਨੀ ਤਰਲੋਚਨ ਸਿੰਘ ਭਮੱਦੀ ਜੀ ਨੂੰ ਮਿਲਾਉਣ ਜਾ ਰਹੇ ਹਾਂ। ਗਿਆਨੀ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਵਿਰਾਸਤ USA ਦਾ ਮੈਂ ਮੇਰੇ ਘਰ ਵਿੱਚ ਪਹੁੰਚਣ ਦੇ ਬਹੁਤ-ਬਹੁਤ ਨਿੱਘਾ ਸਵਾਗਤ ਕਰਦਾ, ਤੇ ਪੰਜਾਬੀ ਵਿਰਾਸਤ USA ਵੇਖ ਰਹੇ ਸਾਰੇ ਦਰਸ਼ਕਾਂ ਨੂੰ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਜੀ, ਅੱਜ ਜੇ ਅਸੀਂ ਢਾਡੀ ਜਗਤ ਵੱਲ ਨਜ਼ਰ ਮਾਰਦੇ ਹਾਂ ਤੇ ਤੁਹਾਡਾ ਇੱਕ ਖਾਸ ਮੁਕਾਮ ਹੈ। ਤੁਸੀਂ ਅੱਜ ਇੱਕ ਬਹੁਤ ਵੱਡੇ ਮੁਕਾਮ ਤੇ ਢਾਡੀ ਜਗਤ ਵਿੱਚ ਪਹੁੰਚੇ ਹੋ। ਕੀ ਤੁਸੀਂ ਕਦੇ ਢਾਡੀ ਬਣਨ ਦਾ ਸੁਪਨਾ ਲਿਆ ਸੀ? ਸਰ ਜਗਦੇਵ ਸਿੰਘ ਜਾਚਕ ਜੀ, ਕਿਸੇ ਵੀ ਬੰਦੇ ਨੂੰ ਬਚਪਨ ਵਿੱਚ ਇਹ ਪਤਾ ਨਹੀਂ ਹੁੰਦਾ ਵੀ ਉਹ ਕਿੱਧਰ ਨੂੰ ਜਾਊਗਾ। ਮੈਂ ਸਮਝਦਾ ਜਿੰਨਾ ਕੁ ਮੇਰੀ ਨਿੱਜੀ ਜ਼ਿੰਦਗੀ ਦਾ ਜਾਂ ਮੇਰੀ ਅਕਲ ਦਾ ਤੁਅੱਲਕ ਆ, ਵੀ ਇਹ ਪਰਮਾਤਮਾ ਵੱਲੋਂ ਪ੍ਰੀ ਪਲੈਨਡ ਪ੍ਰੋਗਰਾਮ ਬਣਾਇਆ ਹੁੰਦਾ ਵੀ ਉਹਨੇ ਕਿਸ ਬੰਦੇ ਨੂੰ ਕਿਸ ਪਾਸੇ ਤੋਰਨਾ। ਮੈਂ ਤਾਂ ਇਹ ਸਾਰੀ ਗੱਲ ਪਰਮਾਤਮਾ ਉੱਤੇ ਹੀ ਛੱਡਦਾ ਕਿ ਉਹਦੇ ਵੱਸ ਦੀ ਗੱਲ ਆ। ਉਹਨੇ ਮੈਨੂੰ ਇੱਧਰ ਨੂੰ ਤੋਰਨਾ ਸੀ, ਹਾਲਾਤ ਇੱਦਾਂ ਦੇ ਬਣਦੇ ਚਲੇ ਗਏ, ਮੈਂ ਢਾਡੀ ਬਣ ਗਿਆ। ਤੁਸੀਂ ਢਾਡੀ ਕਦੋਂ ਬਣੇ?
ਕੀ ਪਰਿਵਾਰ ਵਿੱਚ ਕੋਈ ਪਹਿਲਾਂ ਵੀ ਇਸ ਖੇਤਰ ਵਿੱਚ ਪ੍ਰਚਾਰ ਦੇ ਖੇਤਰ ਵਿੱਚ ਸੀ ਜਾਂ ਨਹੀਂ? ਨਹੀਂ, ਮੇਰਾ ਪਰਿਵਾਰਕ ਪਿਛੋਕੜ ਵਿੱਚ ਕੋਈ ਢਾਡੀ ਕਲਾ ਵੱਲ ਜਾਂ ਧਾਰਮਿਕਤਾ ਵੱਲ ਨਹੀਂ ਸੀ। ਮੇਰੀ ਮਾਤਾ ਧਾਰਮਿਕ ਖਿਆਲਾਂ ਦੀ ਸੀ ਬਹੁਤ ਜ਼ਿਆਦਾ, ਅਤੇ ਉਂਝ ਮੈਨੂੰ ਉਹਨੇ ਦੂਜੀ ਜਮਾਤ ਪੜ੍ਹਦੇ ਨੂੰ, ਕਿਉਂਕਿ ਮੇਰਾ ਜਨਮ ਮੇਰੀਆਂ 3 ਭੈਣਾਂ ਤੋਂ ਬਾਅਦ ਵਿੱਚ ਹੋਇਆ ਸੀ, ਅਤੇ ਉਹਨੇ ਮੈਨੂੰ ਦੂਜੀ ਜਦੋਂ ਮੈਂ ਜਮਾਤ ਵਿੱਚ ਪੜ੍ਹਦਾ ਸੀ ਮੇਰੇ ਤੋਂ ਸੁਖਮਨੀ ਸਾਹਿਬ ਦਾ ਪਾਠ ਸੁਣ ਲੈਂਦੀ ਸੀ। ਅਤੇ ਉਹ ਮੈਂ ਸਮਝਦਾ ਸੀ ਵੀ ਸ਼ਾਇਦ ਮੇਰੀ ਮਾਤਾ ਰਾਹੀਂ ਪਰਮਾਤਮਾ ਇੱਕ ਰਾਹ ਬਣਾ ਰਿਹਾ ਮੈਨੂੰ ਇਸ ਪਾਸੇ ਤੋਰਨ ਦਾ। ਅਤੇ ਫਿਰ ਉਂਝ ਜਦੋਂ ਮੈਂ 10ਵੀਂ ਜਮਾਤ ਪਾਸ ਕੀਤੀ, ਫਿਰ ਮੈਨੂੰ ਲੱਗਿਆ ਵੀ ਮੈਂ ਜਰਨਲਿਜ਼ਮ ਵੱਲ ਨੂੰ ਜਾਣਾ, ਪਰ ਕੁਦਰਤ ਨੂੰ ਕੁਛ ਹੋਰ ਮਨਜ਼ੂਰ ਸੀ। ਮੈਂ ਬਗੈਰ ਕਿਸੇ ਪਰਿਵਾਰਕ ਪਿਛੋਕੜ ਤੋਂ, ਧਾਰਮਿਕ ਪਿਛੋਕੜ ਤੋਂ ਜਾਂ ਸੱਭਿਆਚਾਰਕ ਜਾਂ ਸੰਗੀਤਕ ਪਿਛੋਕੜ ਤੋਂ ਬਿਨਾਂ ਇੱਧਰ ਪ੍ਰਵੇਸ਼ ਕੀਤਾ। ਗਿਆਨੀ ਜੀ, ਫਿਰ ਵੀ ਤੁਹਾਡਾ ਜਿਹੜਾ ਢਾਡੀ, ਜਿਵੇਂ ਤੁਸੀਂ ਜਿਸ ਤਰੀਕੇ ਨਾਲ ਢਾਡੀ ਬਣੇ, ਉਹਦੇ ਪਿੱਛੇ ਕੋਈ ਨਾ ਕੋਈ ਕਹਾਣੀ ਤਾਂ ਹੋਵੇਗੀ। ਤੁਹਾਡਾ ਜਿਹੜਾ ਪਹਿਲਾ ਪ੍ਰੋਗਰਾਮ ਸੀ ਤੁਸੀਂ ਕਦੋਂ ਲਾਇਆ ਅਤੇ ਉਹਦੇ ਪਿੱਛੇ ਕੀ ਕਹਾਣੀ ਹੈ? ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਮੇਰੇ ਮਾਤਾ ਜੀ ਬਹੁਤ ਧਾਰਮਿਕ ਖਿਆਲਾਂ ਦੇ ਸੀ, ਅਤੇ ਮੈਨੂੰ ਬਚਪਨ ਵਿੱਚ ਮੇਰੀ ਮਾਤਾ ਸਮਰਾਲੇ ਦੇ ਕੋਲ ਇੱਕ ਉਦਾਸੀਨ ਸੰਪਰਦਾ ਦਾ ਡੇਰਾ ਭੋਰਾ ਸਾਹਿਬ ਗਹਿਲੇਵਾਲ, ਅਤੇ ਉੱਥੇ ਮਾਤਾ ਜੀ ਜਾਂਦੇ ਹੁੰਦੇ ਸੀ। ਉੱਥੇ ਢਾਡੀ ਦਰਬਾਰ ਹੁੰਦਾ ਸੀ, ਜਿਹਨੂੰ ਅਸੀਂ ਇਕਾਦਸ਼ੀ ਕਹਿ ਦਿੰਦੇ ਹਾਂ। ਅਤੇ ਉਹ ਛੋਟੇ ਹੁੰਦਿਆਂ ਜਦੋਂ ਉਹਨਾਂ ਢਾਡੀਆਂ ਨੂੰ ਗਾਉਂਦੇ ਸੁਣਨਾ, ਮਤਲਬ ਉਹਨਾਂ ਦੇ ਇੱਕੋ ਜਿਹੀਆਂ ਦਸਤਾਰਾਂ ਬੰਨੀਆਂ ਹੋਣੀਆਂ ਅਤੇ ਕੱਦ ਕਾਠ ਪੱਖੋਂ ਭਾਰੀ, ਅਤੇ ਉਹਨਾਂ ਨੇ ਰਾਤ ਨੂੰ ਗਾਉਣਾ, ਢਾਡੀ ਵਾਰਾਂ ਗਾਇਨ ਕਰਨੀਆਂ, ਅਤੇ ਦਿਨੇ ਫੇਰ ਦਿਨ ਦੇ ਦੀਵਾਨ ਵਿੱਚ। ਉਹ ਛੋਟੇ ਹੁੰਦਿਆਂ ਮੇਰੀ ਮਾਨਸਿਕਤਾ ਵਿੱਚ ਉਹ ਬੀਜ ਕਿਤੇ ਬੀਜੇ ਗਏ, ਅਤੇ ਉਹੀ ਮੇਰੇ ਅੰਦਰ ਜਿਹੜੀ ਗੱਲ ਫਿਰ ਪ੍ਰਮਾਤਮਾ ਵੱਲੋਂ ਮੈਨੂੰ ਕੋਈ ਸੁਰ ਦੀ ਦਾਤ, ਸੁਰ ਦੀ ਸਮਝ ਦਿੱਤੀ ਗਈ ਸੀ। ਜਦੋਂ ਮੈਂ ਸੋਝੀ ਸੰਭਾਲੀ ਅਤੇ ਮੈਂ ਫਿਰ ਜਿਹੜੇ ਗੀਤ ਆਉਂਦੇ ਸੀ ਆਮ ਸਪੀਕਰਾਂ 'ਤੇ, ਉਦੋਂ ਵਿਆਹਾਂ 'ਚ ਵੱਜਦੇ ਹੁੰਦੇ ਸੀ, ਅਤੇ ਉਹ ਗੀਤ ਗੁਣਗੁਣਾਉਣੇ ਸ਼ੁਰੂ ਕੀਤੇ, ਗਾਉਣਾ ਸ਼ੁਰੂ ਕਰਤਾ, ਸਕੂਲ 'ਚ ਗਾਉਣਾ ਸ਼ੁਰੂ ਕਰਤਾ। ਉਹ ਸੁਰ ਨਾਲ, ਮੇਰਾ ਸੰਗੀਤ ਨਾਲ। ਅਤੇ ਮੈਨੂੰ ਜਦੋਂ ਮੈਂ ਕਿਸੇ ਗੀਤ ਬਾਰੇ ਆਪਣੇ ਰਾਏ ਬਣਾਉਂਦਾ ਸੀ, ਅਤੇ ਵੱਡੇ ਬੰਦਿਆਂ ਤੋਂ ਜਦੋਂ ਮੈਂ ਉਹਨਾਂ ਨਾਲ ਗੱਲ ਕਰਦੇ, ਉਹਨਾਂ ਨੂੰ ਸੁਣਨਾ, ਅਤੇ ਉਹਨਾਂ ਦੀ ਰਾਏ ਵੀ ਉਹੀ ਹੁੰਦੀ ਸੀ। ਛੋਟੀ ਉਮਰ ਵਿੱਚ ਮੇਰੀ ਰਾਏ ਉਹ ਹੁੰਦੀ ਸੀ, ਅਤੇ ਉਹ ਮੈਂ ਸਮਝਦਾ ਵੀ ਪਰਮਾਤਮਾ ਵੱਲੋਂ ਇਹ ਮੈਨੂੰ ਗੋਡ ਗਿਫਟ ਦਿੱਤੀ ਗਈ ਸੀ, ਤਾਂ ਕਿ ਮੈਨੂੰ ਉਹਨੇ ਸੰਗੀਤ ਵਾਲੇ ਪਾਸੇ ਨੂੰ ਤੋਰਨਾ ਸੀ, ਕਵਿਤਾ ਵਾਲੇ ਪਾਸੇ ਨੂੰ ਤੋਰਨਾ ਸੀ। ਇਸ ਤਰੀਕੇ ਨਾਲ ਫਿਰ ਸਕੂਲਾਂ ਵਿੱਚ ਗਾਉਣਾ, ਅਤੇ ਫਿਰ ਪੜ੍ਹਨ ਤੋਂ ਪਿਤਾ ਜੀ ਕਹਿੰਦੇ ਵੀ ਤੂੰ ਖੇਤੀ ਕਰਨ ਲੱਗ। 1975 'ਚ ਮੈਂ 11ਵੀਂ ਜਮਾਤ ਪਾਸ ਕੀਤੀ। ਮੈਂ ਪੜ੍ਹਨਾ ਚਾਹੁੰਦਾ ਸੀ, ਉਹ ਕਹਿੰਦੇ ਨਹੀਂ, ਖੇਤੀ ਕਰ। ਅਤੇ ਸਾਡੇ ਘਰ ਦੀ ਪਰੰਪਰਾ, ਆਪਣੇ ਸਮਾਜ ਦੀ ਪਰੰਪਰਾ ਵੀ ਬਾਪੂ ਜੀ ਦੀ ਗੱਲ ਨੂੰ ਨਹੀਂ ਮੋੜਨਾ, ਜੋ ਗੱਲ ਮਾਪਿਆਂ ਨੇ ਕਹਿਤੀ, 7 ਵਚਨ। ਉਦੋਂ ਇਹ ਵੀ ਨਹੀਂ ਹੁੰਦਾ ਵੀ ਸ਼ਾਇਦ ਮੇਰਾ ਭਵਿੱਖ ਖਰਾਬ ਹੋਊਗਾ ਜੀ, ਤੁਸੀਂ ਮੈਨੂੰ ਕਿਉਂ ਪੜ੍ਹ ਨਹੀਂ ਦਿੰਦੇ। ਇਹ ਬਗਾਵਤੀ ਅੰਸ਼ ਮੇਰੇ ਵਿੱਚ ਨਹੀਂ ਸੀ। ਜੋ ਮੇਰੇ ਪਿਤਾ ਜੀ ਨੇ ਕਹਿਤਾ, ਮਾਤਾ ਜੀ ਨੇ ਕਹਿਤਾ, ਉਹ 7 ਵਚਨ ਆ। ਮੇਰਾ ਨੁਕਸਾਨ ਹੁੰਦਾ, ਨਫਾ ਹੁੰਦਾ, ਮੈਨੂੰ ਨਹੀਂ ਇਸ ਗੱਲ ਦਾ ਪਤਾ, ਪਰ ਮੈਂ ਜੋ ਵੀ ਉਹਨਾਂ ਨੇ ਕਹਿਤਾ ਉਹਨੂੰ 7 ਵਚਨ ਕਰਕੇ ਆਪਣੇ ਪੂਰੇ ਜੀਵਨ ਵਿੱਚ ਸਥਾਪਿਤ ਹੋਣ ਤੋਂ ਬਾਅਦ ਵੀ ਜੇ ਉਹਨਾਂ ਨੇ ਕਹਿੰਦੇ ਵੀ ਨਹੀਂ ਕੰਮ ਕਰਨਾ ਤਾਂ ਉਹ ਨਹੀਂ ਕਰਨਾ। ਅਤੇ ਇਸ ਤਰੀਕੇ ਨਾਲ ਫਿਰ ਮੈਂ ਜਦੋਂ 11ਵੀਂ ਕਰਕੇ ਲੱਗ ਗਿਆ ਖੇਤੀ ਕਰਨ, ਅਤੇ ਉਹ ਫਿਰ ਖੂਹ 'ਤੇ ਜਾ ਕੇ, ਮਤਲਬ ਜਿਹੜੇ ਗੀਤ ਉਦੋਂ ਜਿਹੜੇ ਸੱਭਿਆਚਾਰਕ ਗੀਤ ਹੁੰਦੇ ਸੀ, ਸਪੀਕਰੇ ਹੁੰਦੇ ਸੀ, ਅਤੇ ਉਹ ਗੀਤ ਜਦੋਂ ਖੇਤੀ ਕਰਨੀ, ਟਰੈਕਟਰ 'ਤੇ ਬੈਠੇ ਵੀ ਗੁਣਗੁਣਾਈ ਜਾਣਾ। ਜੇ ਆਪਾਂ ਨੱਕੇ ਛੱਡਦੇ ਹਾਂ, ਸਿੰਜੀ ਕਰਦੇ ਹਾਂ, ਤਾਂ ਵੀ ਰਾਤ ਨੂੰ ਬਿਜਲੀ ਆਉਂਦੀ ਸੀ, ਉਦੋਂ ਵੀ ਗੁਣਗੁਣਾਈ ਜਾਣਾ। ਅਤੇ ਨਾਲ ਦੀ ਨਾਲ ਵੀ ਚੰਗੀਆਂ ਸਾਹਿਤਕ ਕਿਤਾਬਾਂ ਜਿਹੜੀਆਂ ਹੁੰਦੀਆਂ ਸੀ, ਚੰਗੇ ਮੈਗਜ਼ੀਨ, ਉਹ ਮੈਗਜ਼ੀਨ ਮੈਨੂੰ ਖਰੀਦਣ ਦਾ ਬਹੁਤ ਸ਼ੌਕ ਸੀ। ਮੈਂ ਪੜ੍ਹਦਾ ਰਹਿੰਦਾ ਸੀ ਲਗਾਤਾਰ, ਅਤੇ ਜੇ ਮੈਨੂੰ ਅਖਬਾਰ ਮਿਲ ਜਾਣਾ, ਮੈਂ ਉਹ ਬੜੇ ਰੀਝ ਨਾਲ ਰਾਤ ਨੂੰ ਲੈ ਜਾਣਾ, ਲੋਕਾਂ ਦਾ ਪੜ੍ਹਿਆ ਅਖਬਾਰ, ਅਤੇ ਉੱਥੇ ਜਾ ਕੇ ਪੜ੍ਹਨਾ। ਅਤੇ ਘਰਾਂ ਵਿੱਚ ਅਖਬਾਰ ਤਾਂ ਕੋਈ ਮੰਗਾਉਂਦਾ ਨਹੀਂ ਸੀ। ਅਤੇ ਫਿਰ ਚੰਗੇ ਨਾਵਲ ਸੀ ਜਿਹੜੇ ਸਾਹਿਤਕ, ਜਿੰਨੀ ਵੀ ਮੈਨੂੰ ਕੋਈ ਲਿਟਰੇਚਰ ਮਿਲਿਆ ਮੈਂ ਉਹ ਸਾਰਾ ਪੜ੍ਹਿਆ। ਈਵਨ ਇੱਥੋਂ ਤੱਕ ਵੀ ਜੇ ਹਿਕਮਤ ਦੀ ਕੋਈ ਚੀਜ਼ ਮਿਲ ਗਈ, ਮੈਂ ਹਿਕਮਤ ਪੜ੍ਹਤੀ। ਜੇ ਮਨੋਵਿਗਿਆਨ ਦੀ ਮਿਲ ਗਈ, ਮਨੋਵਿਗਿਆਨ ਦੀ ਪੜ੍ਹਤੀ। ਜੇ ਜੋਤਿਸ਼ ਦੀ ਵੀ ਮੈਨੂੰ ਕੋਈ ਕਿਤਾਬ ਮਿਲ ਗਈ ਕਿਤੇ, ਉਹਨਾਂ ਦਾ ਲੈਵਲ ਬਹੁਤਾ ਉੱਚਾ ਨਹੀਂ ਹੁੰਦਾ ਜਿਹੜੀਆਂ ਉਦੋਂ ਮਿਲਦੀਆਂ ਸੀ ਮਾਰਕੀਟ ਵਿੱਚ, ਲੇਕਿਨ ਮੇਰਾ ਇਹ ਖਿਆਲ ਹੁੰਦਾ ਸੀ ਮੈਂ ਆਪਣਾ ਗਿਆਨ ਉਹਦੇ 'ਚ ਵਧਾਵਾਂ। ਜੇ ਖੇਡਾਂ ਬਾਰੇ ਕੋਈ ਕਿਤਾਬ ਮਿਲ ਗਈ ਅਤੇ ਮੈਂ ਉਹ ਕਿਤਾਬ ਲੈ ਲੈਣੀ ਆ, ਤਾਂ ਕਿ ਸਰਬਪੱਖੀ। ਮੈਨੂੰ ਨਹੀਂ ਸੀ ਪਤਾ ਮੈਂ ਢਾਡੀ ਬਣਨਾ, ਲੇਕਿਨ ਬਾਅਦ ਵਿੱਚ ਮੈਨੂੰ ਪਤਾ ਲੱਗਾ ਵੀ ਕੁਦਰਤ ਮੇਰੇ ਕੋਲੋਂ ਇਹ ਕਿਉਂ ਪੜ੍ਹਾਉਂਦੀ ਸੀ, ਕਿਉਂਕਿ ਢਾਡੀ ਬਣ ਕੇ ਉਹ ਸਾਰੀਆਂ ਚੀਜ਼ਾਂ ਮੇਰੇ ਕੰਮ ਆਈਆਂ। ਉਹਨਾਂ ਵਿੱਚ ਕੋਈ ਵੀ ਸ਼ਬਦ ਜਿਹੜਾ ਪੜ੍ਹਿਆ ਜਾ ਹੀ ਨਹੀਂ ਗਿਆ। ਇਸੇ ਕਰਕੇ ਢਾਡੀਆਂ ਵਿੱਚ ਮੇਰਾ ਬੋਲਣ ਦਾ ਢੰਗ ਵੀ ਅਲੱਗ ਆ, ਮੇਰੀ ਸ਼ਬਦਾਵਲੀ ਵੀ ਅਲੱਗ ਆ। ਅਤੇ ਇੱਦਾਂ ਫਿਰ ਜਦੋਂ 1999 ਦੇ ਵਿੱਚ ਮੈਂ ਸਥਾਪਿਤ ਢਾਡੀ ਬਣ ਗਿਆ। ਉਂਝ ਮੈਂ ਗਿਆ ਸੀ ਸਰੰਗੀ ਸਿੱਖਣ ਵਾਸਤੇ, ਕੁਲਵਿੰਦਰ ਸਿੰਘ ਘੁੰਮਣ ਪੈਲ ਰਹਿੰਦੇ ਸੀ ਉਦੋਂ, ਅਤੇ ਉਹ ਟੀਚਰ ਨਹੀਂ ਸੀ ਲੱਗੇ, ਅਤੇ ਮੈਨੂੰ ਕਿਸੇ ਨੇ ਦੱਸਿਆ ਵੀ ਬਹੁਤ ਸੋਹਣੀ ਸਰੰਗੀ ਵਜਾਉਂਦੇ ਨੇ। ਮੈਂ ਸਿੱਖਣ ਵਾਸਤੇ ਗਿਆ ਅਤੇ ਉਹਨਾਂ ਨੇ ਮੈਨੂੰ ਇੱਕ ਪਹਿਲਾ, ਜਿਵੇਂ ਆਪਾਂ ਲੈਸਨ ਦਿੰਦੇ ਹਾਂ, ਸਾਰੇ ਗਾ ਮੈਨੂੰ ਸਿਖਾਇਆ।
ਤੇ ਉਸ ਤੋਂ 2-3 ਦਿਨ ਬਾਅਦ ਉਹਨਾਂ ਨੇ ਜਾਣਾ ਸੀ ਖੰਨੇ ਨੂੰ, ਉਹ ਮੇਰੇ ਪਿੰਡ ਵਿੱਚ ਹੀ ਨਿਕਲੇ, ਉਹ ਸੁਣਿਆ ਮੇਰੇ ਤੋਂ। ਇਨ ਬਿਟਵੀਨ ਮੇਰੇ ਪਿੰਡ ਬਾਬਾ ਦੇਵਰਾਜ ਜੀ ਦੀ ਸਮਾਧ ਆ, ਹਿੰਦੂ ਧਰਮ ਨਾਲ ਤਾਲੁਕ ਰੱਖਦੇ ਸੀ, ਚੰਗੀ ਆਤਮਾ ਦੇ ਮਾਲਕ। ਮੈਂ ਦਰਸ਼ਨ ਨਹੀਂ ਕੀਤੇ, ਤੇ ਉਹਨਾਂ ਦੇ ਸਮਾਧ ਦੇ ਉੱਤੇ ਅਖੰਡ ਪਾਠ ਸਾਹਿਬ ਕਰਾਉਣਾ ਸੀ। ਮੈਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਦੇ ਵਿੱਚ ਸੀ ਜਾਣੀ, ਤੇ ਉਹ ਸਮਾਧ 'ਤੇ ਅਖੰਡ ਪਾਠ ਸਾਹਿਬ ਕਰਾਉਣਾ ਸੀ। ਮੈਂ ਕੁਲਵਿੰਦਰ ਘੁੰਮਣ ਉਹਨਾਂ ਨੂੰ ਕਿਹਾ ਵੀ ਤੁਸੀਂ ਕਵਿਤਾਵਾਂ ਗਾ ਦਿਓ, ਮੈਂ ਤੁਹਾਡੇ ਨਾਲ ਲੈਕਚਰ ਕਰ ਦੂੰ। ਤੇ ਉਹ ਜਦੋਂ ਲੈਕਚਰ ਕੀਤਾ ਜੀ, ਇਹ 88 ਦੀ ਗੱਲ ਆ ਜੀ, 88 ਦੀ ਗੱਲ ਆ। 88 ਦੇ ਵਿੱਚ ਜਦੋਂ ਇਹ ਸਤੰਬਰ ਮਹੀਨੇ ਦੀ ਗੱਲ ਆ, ਜਦੋਂ ਅਸੀਂ ਗਾਇਆ ਤੇ ਬੜਾ ਲੋਕਾਂ ਨੇ ਪਿਆਰ ਦਿੱਤਾ। ਉਹ ਮੈਨੂੰ ਕਹਿੰਦੇ ਤੂੰ ਛੱਡ ਸਰੰਗੀ ਸਿੱਖਣ ਨੂੰ, ਵੀ ਤੂੰ ਪ੍ਰਚਾਰਕ ਬਣ। ਤੇ ਫਿਰ ਉਹ ਤਿੰਨੇ ਹੀ ਮੇਰੇ ਨਾਲ ਪਹਿਲੇ ਜਿਹੜੇ ਸਾਥੀ, ਜਿਹੜੇ ਮੇਰੇ ਪਿੰਡ ਪ੍ਰੋਗਰਾਮ ਲਵਾ ਗਏ, ਬੜੇ ਨਾਮਵਰ ਢਾਡੀ ਸੀ, ਰਣਵੀਰ ਸਿੰਘ ਰਾਣਾ ਪੂਵਾਲ, ਨਿਰਮਲ ਸਿੰਘ ਮਹੋਲੀ ਤੇ ਕੁਲਵਿੰਦਰ ਸਿੰਘ ਘੁੰਮਣ। ਇਸ ਗੱਲੋਂ ਵੀ ਕੁਦਰਤ ਵਾਲੇ ਨੇ ਮੈਨੂੰ ਖੁਸ਼ਕਿਸਮਤ ਬਣਾਇਆ ਵੀ ਮੇਰੇ ਪਹਿਲੇ ਸਾਥੀ ਸੀ ਜਿਹੜੇ ਉਹ ਉਦੋਂ ਦੇ ਟੋਪਰ ਢਾਡੀ ਸੀ। ਤੇ ਇਹ ਮੇਰਾ ਇੱਕ ਸੌਖਾ ਬਣ ਗਿਆ ਇਹਦੇ ਵਿੱਚ ਦਾਖਲ ਹੋਣ ਦਾ। ਢਾਡੀ ਕਲਾ ਵਿੱਚ ਪ੍ਰਵੇਸ਼ ਮੇਰਾ ਜਿਹੜਾ ਸੌਖਾ ਵੀ ਹੋ ਗਿਆ ਤੇ ਸ਼ਾਨਦਾਰ ਵੀ ਹੋ ਗਿਆ। ਤੇ 1999 ਦੇ 20 ਅਕਤੂਬਰ ਨੂੰ ਮੇਰੀ ਪਹਿਲੀ ਕੈਸਟ ਆ ਗਈ ਸੀ, ਦਲੇਰ ਸਿੰਘਣੀ ਹਰਸ਼ਰਨ ਕੌਰ, ਤੇ ਫਿਰ ਮੈਂ ਸਥਾਪਤ ਢਾਡੀ ਬਣ ਕੇ ਅੱਗੇ ਤੁਰ ਪਿਆ। ਜਿਹੜੀ ਤੁਹਾਡੀ ਪਹਿਲੀ ਕੈਸਟ ਸੀ ਉਹਦੇ ਵਿੱਚ ਸਾਥੀ ਕਿਹੜੇ ਕਿਹੜੇ ਸਨ? ਰਣਵੀਰ ਸਿੰਘ ਰਾਣਾ ਬੂਵਾਲ, ਨਿਰਮਲ ਸਿੰਘ ਮਹੋਲੀ ਤੇ ਕੁਲਵਿੰਦਰ ਸਿੰਘ ਘੁੰਮਣ। ਲਿਖੀ ਸੀ ਬਲਜੀਤ ਸਿੰਘ ਬਾਗੀ ਟੂਸਿਆਂ ਵਾਲੇ ਦੀ ਲਿਖ ਸੀ। ਸਰਦਾਰ ਹਰੀ ਸਿੰਘ ਨਲੂਏ ਦੇ ਜੀਵਨ ਵਿੱਚੋਂ ਬੀਬੀ ਹਰਸ਼ਰਨ ਕੌਰ ਉਹਨਾਂ ਦਾ ਪ੍ਰਸੰਗ ਸੀ। ਤੇ ਉਸ ਕੈਸਟ ਨੇ ਫਿਰ ਸਾਨੂੰ ਸਾਡਾ ਰਾਹ ਮੋਕਲਾ ਕਰਤਾ। ਤੇ ਫਿਰ ਸਾਥੀ ਤਾਂ ਬਦਲਦੇ ਗਏ, ਲੇਕਿਨ ਫਿਰ ਕੈਸਟਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ, ਸਟੇਜਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਬਕਾਇਦਾ ਤੌਰ 'ਤੇ ਫਿਰ ਮੈਂ ਢਾਡੀ ਬਣ ਗਿਆ। ਗਿਆਨੀ ਜੀ, ਫਿਰ ਕਿਸੇ ਵੀ ਖੇਤਰ ਵਿੱਚ ਜਾਣ ਲਈ ਉਸਤਾਦ ਧਾਰਨਾ ਜ਼ਰੂਰੀ ਹੁੰਦਾ, ਤੇ ਤੁਸੀਂ ਢਾਡੀ ਜਗਤ ਵਿੱਚ ਆਪਣਾ ਉਸਤਾਦ ਕਿਹਨੂੰ ਧਾਰਿਆ? ਉਸਤਾਦ, ਜਿੱਥੋਂ ਤੱਕ ਮੇਰੇ ਉਸਤਾਦ ਧਾਰਨ ਦੀ ਗੱਲ ਆ, ਕੁਝ ਬੰਦੇ ਨੇ ਜਿਹੜੇ ਉਸਤਾਦਾਂ ਕੋਲੋਂ ਸਿੱਖਦੇ ਨੇ, ਤੇ ਮੇਰੇ ਇਹਦੇ ਨਾਲੋਂ ਮਤਲਬ ਭਿੰਨਤਾ ਇਹ ਆ ਵੀ ਮੈਂ ਢਾਡੀ ਬਣ ਚੁੱਕਿਆ ਸੀ, ਤੇ ਉਸ ਤੋਂ ਬਾਅਦ ਮੈਂ ਉਸਤਾਦ ਧਾਰਨ ਕੀਤੇ, ਜਿਹਨੂੰ ਅਸੀਂ ਰਸਮੀ ਦਸਤਾਰਬੰਦੀ ਕਹਿੰਦੇ ਆ। ਤੇ ਕਿਉਂਕਿ ਗਿਆਨੀ ਸੁਦਾਗਰ ਸਿੰਘ ਬੇਪਰਵਾਹ ਮੇਰੇ ਮੁੱਢਲੇ ਉਸਤਾਦ ਨੇ। ਕੁਲਵਿੰਦਰ ਸਿੰਘ ਘੁੰਮਣ ਹੋਣੀ ਇਹ ਜਥਾ ਸੀ ਜਿਹੜਾ ਇਹ ਉਹਨਾਂ ਨਾਲ ਗਾਉਂਦਾ ਹੁੰਦਾ ਸੀ, ਤੇ ਉਹ ਮੈਨੂੰ ਉਹਨਾਂ ਨੇ ਮਸ਼ਵਰਾ ਦਿੱਤਾ ਵੀ ਤੁਸੀਂ ਉਹਨਾਂ ਨੂੰ ਉਸਤਾਦ ਬਣਾਓ, ਵੀ ਫਿਰ ਜੇ ਕੋਈ ਪ੍ਰੋਗਰਾਮ ਸਾਂਝਾ ਵੀ ਆ ਗਿਆ ਵੀ ਫਿਰ ਉਹ ਕਿੰਤੂ ਨਹੀਂ ਕਰਨਗੇ ਵੀ ਤੁਸੀਂ ਫਲਾਣੇ ਨਾਲ ਕਿਉਂ ਜਾਂਦੇ ਹੋ। ਤੇ ਉਹ ਫਿਰ ਮੈਂ ਗਿਆਨੀ ਸੁਦਾਗਰ ਸਿੰਘ ਬੇਪਰਵਾਹ ਹੋਣਾ ਨਾਲ, ਜੋ ਮੇਰੇ ਉਸਤਾਦ ਮੁੱਢਲੇ, ਤੇ ਫਿਰ ਮੈਂ ਜਦੋਂ ਅੱਗੇ ਵਿਚਰਿਆ ਤੇ ਗਿਆਨੀ ਮੂਲਾ ਸਿੰਘ ਜੀ ਪਾਖਰਪੁਰੀ ਸਾਹਿਬ ਨੂੰ ਮੈਂ ਲੈਕਚਰ ਕਰਦੇ ਸੁਣਿਆ, ਤੇ ਮੈਨੂੰ ਲੱਗਿਆ ਵੀ ਇਹ ਮੇਰੇ ਉਸਤਾਦ, ਮੈਂ ਇਹਨਾਂ ਨੂੰ ਬਣਾਵਾਂ। ਫਿਰ ਮੈਂ ਉਹਨਾਂ ਨੂੰ ਉਸਤਾਦ ਧਾਰਨ ਕੀਤਾ। ਪਾਖਰਪੁਰੀ ਸਾਹਿਬ ਨੂੰ ਤੁਸੀਂ ਪਹਿਲੀ ਵਾਰ ਕਦੋਂ ਸੁਣਿਆ? ਮੈਂ ਉਹਨਾਂ ਨੂੰ ਅਪਰੋਕਸੀਮੇਟਲੀ 1992 ਵਿੱਚ ਸੁਣਿਆ। ਬਰਮਾਲੀਪੁਰ ਮੇਰਾ ਨਾਨਕਾ ਨਗਰ ਆ, ਤੇ ਮੇਰੇ ਮਾਮਾ ਜੀ ਨੂੰ ਵੀ ਗਾਉਣ ਦਾ ਸ਼ੌਂਕ ਸੀ, ਮੇਜਰ ਸਿੰਘ ਹੋਰਾਂ ਨੂੰ, ਉਹਨਾਂ ਨੂੰ ਸ਼ੌਂਕ ਸੀ। ਉਹਨਾਂ ਦੇ ਘਰ ਤੂੰਬੀ ਪਈ ਹੁੰਦੀ ਸੀ, ਮੈਂ ਨਾਨਕੀ ਮਿਲਣ ਜਾਣਾ ਤੇ ਤੂੰਬੀ ਵਜਾਉਣ ਲੱਗ ਜਾਣਾ। ਆਪਣੇ ਖੂਹ 'ਤੇ ਵੀ ਮੈਂ ਤੂੰਬੀ ਲਿਆ ਕੇ ਰੱਖੀ, ਕਿਉਂਕਿ ਉਹ ਸ਼ੌਂਕ ਸੀ ਸੰਗੀਤ ਦਾ, ਤੁਹਾਡੇ ਅੰਦਰ ਪਿਆ ਹੁੰਦਾ, ਤੇ ਉਹਨੇ ਪ੍ਰਫੁੱਲਤ ਹੋਣਾ ਹੁੰਦਾ ਕਿਸ ਢੰਗ ਨਾਲ, ਬਿਨਾਂ ਸਾਜ਼ ਤੋਂ ਵੀ ਹੋ ਸਕਦਾ, ਸਾਜ਼ ਨਾਲ ਵੀ ਹੋ ਸਕਦਾ। ਤੇ ਉਹ ਤੁਹਾਡੇ ਅੰਦਰਲੀ ਸਾਰੀ ਪ੍ਰਕਿਰਿਆ ਮੈਂ ਸਮਝਦਾ ਵੀ ਉਹ ਕੁਦਰਤ ਤੁਹਾਨੂੰ ਉੱਧਰੋਂ ਅਭਿਆਸ ਕਰਾ ਰਹੀ ਹੁੰਦੀ ਹੈ, ਜਿਹਨੇ ਅੱਗੇ ਜਾ ਕੇ ਪੱਕੇ ਪੈਰੀਂ ਹੋਣਾ ਹੁੰਦਾ। ਪਹਿਲੀ ਮੁਲਾਕਾਤ ਵਿੱਚ ਪਾਖਰਪੁਰੀ ਸਾਹਿਬ ਦੇ ਨਾਲ ਤੁਹਾਡੀ ਕੀ ਗੱਲਬਾਤ ਹੋਈ, ਕਿਸ ਵਿਸ਼ੇ 'ਤੇ ਹੋਈ, ਤੇ ਉਸ ਤੋਂ ਬਾਅਦ ਤੁਸੀਂ ਉਸਤਾਦ ਕਦੋਂ ਉਹਨਾਂ ਨੂੰ ਧਾਰਨ ਕੀਤਾ? ਕਿਉਂਕਿ ਮੇਰਾ ਵੀ ਜਥਾ ਸੀ, ਉਹਨਾਂ ਨੇ ਜਦੋਂ ਮੈਨੂੰ ਸੁਣਿਆ ਤੇ ਉਹਨਾਂ ਨੂੰ ਮੈਂ ਚੰਗਾ ਲੱਗਿਆ, ਤੇ ਉਹਨਾਂ ਨੇ ਚਿੱਠੀਆਂ ਕੁਛ ਮੇਰੇ ਕੋਲ ਪਈਆਂ ਨੇ, ਤੇ ਕਿਉਂਕਿ ਉਦੋਂ ਚਿੱਠੀਆਂ ਖਤੋ ਕਿਤਾਬ ਹੁੰਦੀ ਸੀ, ਖਤੋ ਕਿਤਾਬਤ, ਤੇ ਉਹ ਬੜਾ ਮੈਨੂੰ ਮਤਲਬ ਉਹਨਾਂ ਦੇ ਕਾਫੀ ਸਾਰੇ ਸ਼ਾਗਿਰਦ ਨੇ, ਵਿਦਵਾਨ ਸੀ ਬਹੁਤ। ਸਿੱਖ ਧਰਮ ਦਾ ਫਿਲੋਸਫੀ ਪੱਖ ਆ ਜਿਹੜਾ ਉਹ ਉਹਨਾਂ ਕੋਲ ਬਹੁਤ ਜਾਣੀ ਪਰਫੈਕਟ ਸੀ ਉਹਦੇ ਵਿੱਚ ਉਹ, ਤੇ ਉਹਨਾਂ ਦੀ ਨਜ਼ਰ ਵਿੱਚ ਵੀ ਮੈਂ ਪ੍ਰਵਾਨ ਚੜ੍ਹ ਗਿਆ। ਮੈਨੂੰ ਮੁਹੱਬਤ ਕਰਦੇ ਸੀ ਅੰਦਰ। ਉਹਨਾਂ ਨੇ ਮੈਨੂੰ ਕਿੰਨੀ ਵਾਰੀ ਕਹਿਣਾ ਤੂੰ ਆ ਜਾ, ਮੇਰੇ ਕੋਲ ਬਹੁਤ ਖਜ਼ਾਨਾ ਪਿਆ, ਤੂੰ ਲੈ ਜਾ। ਲੇਕਿਨ ਮੇਰਾ ਸੀ ਵੀ ਮੈਂ ਨਾਲ ਕੋਆਪਰੇਟਿਵ ਸੁਸਾਇਟੀ ਵਿੱਚ ਨੌਕਰੀ ਕਰਦਾ ਸੀ 1985 ਤੋਂ, ਤੇ ਭੱਜ ਦੌੜ ਜ਼ਿਆਦਾ ਰਹਿਣੀ, ਪਰਿਵਾਰਕ ਜ਼ਿੰਮੇਵਾਰੀਆਂ, ਤੇ ਨਾਲ ਨੌਕਰੀ ਵੀ ਕਰਨੀ, ਐਤਵਾਰ ਨੂੰ ਪ੍ਰੋਗਰਾਮ ਵੀ ਲਾਉਣ ਜਾਣਾ। ਉਂਝ ਹੀ ਨਹੀਂ ਵੀ ਮੈਂ ਅੱਜ ਇਸ ਮੁਕਾਮ 'ਤੇ ਪਹੁੰਚ ਗਿਆ। ਮੈਂ ਨਵੇਂ ਬੱਚਿਆਂ ਨੂੰ ਜਿਹੜੇ ਢਾਡੀ ਕਲਾ ਵਿੱਚ ਨੇ ਉਹਨਾਂ ਲਈ ਇਹ ਕਹਿਣਾ ਚਾਹਾਂਗਾ ਵੀ ਉਦੋਂ ਫੋਨ ਨਹੀਂ ਸੀ ਹੁੰਦੇ ਪ੍ਰੋਗਰਾਮ ਬੁੱਕ ਹੋਣ ਲਈ। ਅਸੀਂ ਆਲਮਗੀਰ ਸਾਹਿਬ ਜਾਂਦੇ ਹੁੰਦੇ ਸੀ, ਤੇ ਉੱਥੇ ਸਾਨੂੰ 4 ਬੰਦਿਆਂ ਨੂੰ ਉੱਥੇ ਅਸੀਂ ਜਾਂਦੇ ਰਹੇ। ਮੈਂ, ਬਲਦੇਵ ਸਿੰਘ ਸੁਪਰਾ ਤੇ ਬੂਟਾ ਸਿੰਘ ਖੁਸ਼ਦਿਲ ਮੁੱਲਾਂਪੁਰ ਤੋਂ, ਕਿਉਂਕਿ ਰਣਵੀਰ ਰਾਣੇ ਤੇ ਨਿਰਮਲ ਮੋਹੜੀ ਤੋਂ ਬਾਅਦ ਘੁੰਮਣ ਤਾਂ ਸਾਡੇ ਨਾਲ ਹੀ ਰਿਹਾ। ਫਿਰ ਬਲਦੇਵ ਸਿੰਘ ਸੁਪਰਾ ਵਾਲੀ ਤੇ ਬੂਟਾ ਸਿੰਘ ਖੁਸ਼ਦਿਲ ਫਿਰ ਮੇਰੇ ਨਾਲ ਇਹ ਆ ਗਏ। ਅਸੀਂ ਉੱਥੇ ਜਾਣਾ ਗੁਰਪੁਰਬ ਤੋਂ ਪਹਿਲਾਂ,
ਤੇ 4 ਜਣਿਆਂ ਨੂੰ ਕਈ ਵਾਰੀ 31 ਰੁਪਈਏ ਦੇਣੇ ਉਹਨਾਂ ਨੇ, ਕਈ ਵਾਰੀ 41, ਕਈ ਵਾਰੀ 51, ਕਈ ਵਾਰੀ 71 ਰੁਪਈਏ ਦੇਣੇ। ਜਿੱਦਣ 100 ਦੇ ਦਿੰਦੇ ਸੀ ਉਦਣ ਸਾਨੂੰ ਐਂ ਲੱਗਦਾ ਹੁੰਦਾ ਸੀ ਵੀ ਅੱਜ ਯਾਰ ਕਿਰਾਇਆ ਭਾੜਾ ਬਣ ਗਿਆ, ਕਿਉਂਕਿ ਮੇਰੇ ਪਿੰਡੋਂ ਜਾਣ ਨੂੰ ਉਦੋਂ ਜੇ ਆਪਾਂ ਬੱਸ ਦਾ ਕਿਰਾਇਆ ਲਾਈਏ ਤਾਂ 25 ਰੁਪਏ ਤੋਂ ਜ਼ਿਆਦਾ ਲੱਗਦਾ ਸੀ। ਤੇ ਉਹ ਫਿਰ ਹੌਲੀ ਹੌਲੀ, ਕਿਉਂਕਿ ਉੱਥੇ ਕੋਈ ਨਾ ਕੋਈ ਜਿਹੜੇ ਬੁੱਕ ਕਰਨ ਵਾਲੇ ਹੁੰਦੇ ਸੀ ਪਿੰਡਾਂ ਵਾਲੇ, ਉਹ ਆਏ ਹੁੰਦੇ ਸੀ, ਉਹਨਾਂ ਨੇ ਜਦੋਂ ਜਥਾ ਸੁਣਨਾ ਤੇ ਜਿਹੜਾ ਜਥਾ ਉਹਨਾਂ ਨੂੰ ਵਧੀਆ ਲੱਗਦਾ ਸੀ ਫਿਰ ਉਹ ਸਾਈ ਦੇ ਦਿੰਦੇ ਸੀ। ਸਾਨੂੰ 100 ਰੁਪਏ ਸਾਈ ਬਣ ਜਾਣੀ ਤੇ ਸਾਨੂੰ ਲੱਗਣਾ ਵੀ ਚਲੋ ਨਾਲੇ ਪ੍ਰੋਗਰਾਮ ਆ ਗਿਆ ਤੇ ਨਾਲੇ ਆਪਾਂ ਪ੍ਰੋਗਰਾਮ ਪੇਸ਼ ਕਰ ਲਿਆ। ਉਸ ਲੈਵਲ ਤੋਂ ਤੁਰ ਕੇ ਫਿਰ ਅੱਜ ਦੇ ਮੁਕਾਮ ਤੱਕ ਦਾ ਮੈਂ ਪਿੰਡ ਦਾ ਤੈਅ ਕੀਤਾ। ਗਿਆਨੀ ਜੀ, ਆਪਾਂ ਜਿੱਥੇ ਤੁਹਾਡੇ ਢਾਡੀ ਸਫ਼ਰ ਦੀ ਗੱਲ ਕਰ ਰਹੇ ਹਾਂ, ਉੱਥੇ ਨਾਲੋਂ ਨਾਲ ਅਸੀਂ ਜ਼ਿਕਰ ਕੀਤਾ ਤੁਹਾਡੇ ਉਸਤਾਦ ਸਾਹਿਬ ਗਿਆਨੀ ਮੂਲਾ ਸਿੰਘ ਪਾਖਰਪੁਰੀ ਜੀ ਦਾ, ਕਿਉਂਕਿ ਉਹ ਅੱਜ ਸਾਡੇ ਵਿੱਚ ਨਹੀਂ, ਪਰ ਉਹਨਾਂ ਦਾ ਨਾਮ ਵਿਦਵਾਨ ਸ਼ਖਸੀਅਤਾਂ ਬੜੇ ਸਤਿਕਾਰ ਨਾਲ ਲੈਂਦੀਆਂ ਨੇ ਤੇ ਬਹੁਤ ਵੱਡੇ ਵਿਦਵਾਨ ਸਨ। ਅਸੀਂ ਭਾਵੇਂ ਉਹਨਾਂ ਨਾਲ ਮੁਲਾਕਾਤ ਨਹੀਂ ਕਰ ਸਕੇ ਤੇ ਆਪਣੇ ਦਰਸ਼ਕਾਂ ਦੇ ਨਾਲ ਉਹਨਾਂ ਦੀ ਗੱਲਬਾਤ ਨਹੀਂ ਕਰਵਾ ਸਕੇ ਤੇ ਨਾ ਕਰਵਾ ਸਕਦੇ ਹਾਂ, ਕਿਉਂਕਿ ਉਹ ਇਸ ਸੰਸਾਰ ਤੋਂ ਜਾ ਚੁੱਕੇ ਨੇ, ਪਰ ਜਿੰਨਾ ਕੁ ਤੁਸੀਂ ਉਹਨਾਂ ਦੀ ਸੰਗਤ ਕੀਤੀ ਉਹਦੇ ਵਿੱਚੋਂ ਤੁਸੀਂ ਬੜਾ ਕੁਝ ਹਾਸਲ ਕੀਤਾ। ਉਹਨਾਂ ਦੀ ਸ਼ਖਸੀਅਤ ਬਾਰੇ ਥੋੜ੍ਹੇ ਸ਼ਬਦਾਂ ਵਿੱਚ ਸਾਨੂੰ ਦੱਸੋ। ਜਿੱਥੇ ਤੁਸੀਂ ਦੱਸਿਆ ਬਹੁਤ ਵੱਡੇ ਫਿਲਾਸਫਰ ਸਨ, ਉੱਥੇ ਸਟੇਜ 'ਤੇ ਬੋਲਣ ਦਾ ਉਹਨਾਂ ਦਾ ਕਿੱਦਾਂ ਦਾ ਢੰਗ ਸੀ ਤੇ ਸੰਗਤ ਨੂੰ ਉਹ ਜਿਸ ਤਰ੍ਹਾਂ ਬੰਨ੍ਹ ਕੇ ਰੱਖਦੇ ਸਨ, ਉਹ ਤੁਸੀਂ ਕੀ ਸਮਝਦੇ, ਉਹਨਾਂ ਕੋਲ ਕੀ ਵੱਖਰਾ ਸੀ? ਉਹ ਬਹੁਤ ਵੱਡੇ ਸਾਹਿਤਕਾਰ ਸੀ। ਉਹ ਕਿੱਤੇ ਵਜੋਂ ਟੀਚਰ ਰਹੇ ਸੀ, ਇਹ ਮੈਨੂੰ ਬਾਅਦ ਵਿੱਚ ਪਤਾ ਲੱਗਿਆ। ਉਹਨਾਂ ਦੀ ਸ਼ਬਦਾਂ ਦੀ ਜਿਹੜੀ ਵੋਕੈਬਲਰੀ, ਸ਼ਬਦ ਭੰਡਾਰ ਸੀ ਜਿਹੜਾ, ਉਹ ਸਾਰੇ ਢਾਡੀਆਂ ਨਾਲੋਂ ਵੱਖਰਾ ਸੀ। ਬਹੁਤੇ ਢਾਡੀ ਜਿਹੜੇ ਮੈਂ ਸੁਣੇ, ਉਹਨਾਂ ਦਾ ਲੈਕਚਰ ਜਦੋਂ ਸੁਣੋ ਤੁਹਾਨੂੰ ਉਹ ਕਈ ਵਾਰੀ ਪੁਰਾਣਾ ਲੱਗਣ ਲੱਗ ਜਾਂਦਾ। ਉਹ ਹਰ ਪ੍ਰਸੰਗ ਨੂੰ ਇੱਕੋ ਤਰੀਕੇ ਨਾਲ ਸ਼ੁਰੂ ਕਰਦੇ ਨੇ, ਉਸੇ ਤਰੀਕੇ ਦਾ ਉਹਦਾ ਬਹਾਰ ਰੱਖਦੇ ਨੇ, ਇਸ ਇੱਕੇ ਤਰੀਕੇ ਨਾਲ ਸਮਾਪਤ ਕਰਦੇ ਨੇ। ਲੇਕਿਨ ਪਾਖਰਪੁਰੀ ਸਾਹਿਬ ਦੀ ਇਹ ਖਾਸੀਅਤ ਸੀ ਵੀ ਉਹ ਇੱਕੋ ਪ੍ਰਸੰਗ ਨੂੰ ਵੱਖ-ਵੱਖ ਐਂਗਲਾਂ ਤੋਂ ਸ਼ੁਰੂ ਕਰਦੇ ਸੀ ਤੇ ਵੱਖ-ਵੱਖ ਐਂਗਲਾਂ ਨਾਲ ਹੀ ਉਹਦੀ ਪੇਸ਼ਕਾਰੀ ਕਰਦੇ ਸੀ। ਤੇ ਉਹ ਦੁੱਧ ਨੂੰ ਕਾਲਾ ਵੀ ਸਾਬਤ ਕਰ ਸਕਦੇ ਸੀ, ਦੁੱਧ ਚਿੱਟਾ ਤਾਂ ਹੁੰਦਾ ਹੀ ਆ। ਜੇ ਉਹ ਕਾਲੇ ਵਾਲੇ ਪੱਖ ਤੋਂ ਆ ਗਏ ਤੇ ਉਹ ਦਲੀਲ ਦਿੰਦੇ ਸੀ ਬੰਦੇ ਨੂੰ, ਦੂਜੇ ਬੰਦੇ ਨੂੰ ਆਪਣੇ ਨਾਲ ਸਹਿਮਤ ਕਰ ਲੈਣਾ। ਤੇ ਉਹਨਾਂ ਦੇ ਗਿਆਨ ਦਾ ਇੱਕ ਪ੍ਰੂਫ ਸੀ। ਤੇ ਇਹਦੇ ਨਾਲ ਹੀ ਗਿਆਨੀ ਸੁਦਾਗਰ ਸਿੰਘ ਜੀ ਬੇਪਰਵਾਹ, ਤੇ ਉਹਨਾਂ ਨੇ ਜਦੋਂ ਇੱਕ ਸਿੱਖ ਜੱਦੋ ਜਹਿਦ ਚੱਲੀ ਤੇ ਉਹਨਾਂ ਵਿੱਚ ਉਹਨਾਂ ਨੇ ਸੂਰਵੀਰ ਜਿਹੜੇ ਵਰਤਮਾਨ ਲਹਿਰ ਦੇ ਨੇ, ਉਹਨਾਂ ਦੀਆਂ ਵਾਰਾਂ ਉਹਨਾਂ ਨੇ ਗਾਈਆਂ ਤੇ ਉਹ ਬਹੁਤ ਪ੍ਰਵਾਨ ਚੜ੍ਹੇ। ਦੋਨੋਂ ਉਸਤਾਦ ਮੇਰੇ ਲਈ ਸਤਿਕਾਰਯੋਗ ਨੇ। ਗਿਆਨੀ ਜੀ, ਜਦੋਂ ਅਸੀਂ ਤੁਹਾਡੀਆਂ ਰਿਕਾਰਡਿੰਗਾਂ ਦੀ ਗੱਲ ਕਰਦੇ ਹਾਂ ਕੈਸਟ ਕਲਚਰ ਦੇ ਦੌਰ ਦੇ ਵਿੱਚ, ਤੁਹਾਡੀ ਕੈਸਟ ਇੱਕ ਬੜੀ ਮਕਬੂਲ ਹੋਈ, ਯੋਧਿਆਂ ਦੀ ਖਾਣ। ਉਹ ਦੌਰ ਜਿਹੜਾ ਸੀ ਬੜਾ, ਜਿਹਨੂੰ ਅਸੀਂ ਭਿਆਨਕ ਦੌਰ ਕਹਿ ਸਕਦੇ ਹਾਂ, ਕਿਉਂਕਿ ਸਿੱਖ ਜੱਦੋਜਹਿਦ ਦਾ ਦੌਰ ਸੀ। ਸਾਡੇ ਸੂਰਬੀਰ ਖਾੜਕੂ ਸਿੰਘ ਸੰਘਰਸ਼ ਕਰ ਰਹੇ ਸਨ ਤੇ ਉਸ ਵਕਤ ਸੰਤ ਭਿੰਡਰਾਂ ਵਾਲਿਆਂ ਦਾ ਨਾਮ ਲੈਣਾ ਵੀ ਬਹੁਤ ਵੱਡੀ ਜ਼ੋਖਮ ਉਠਾਉਣ ਵਾਲੀ ਗੱਲ ਸੀ। ਪਰ ਤੁਸੀਂ ਯੋਧਿਆਂ ਦੀ ਖਾਣ ਕੈਸਟ ਕੀਤੀ ਸੰਤਾਂ ਦੇ ਜੀਵਨ ਤੇ ਕੀ ਤੁਹਾਨੂੰ ਉਸ ਕੈਸਟ ਨੂੰ ਕਰਨ ਦੇ ਪਿੱਛੇ ਤੁਹਾਡਾ ਮਨ ਕੀ ਸੀ, ਕਿਹੜੀ ਭਾਵਨਾ ਸੀ, ਤੇ ਨਾਲੋਂ ਨਾਲ ਤੁਹਾਨੂੰ ਕੋਈ ਕਿਸੇ ਕਿਸਮ ਦੀ ਦਿੱਕਤ ਪ੍ਰਸ਼ਾਸਨ ਵੱਲੋਂ ਆਈ ਜਾਂ ਨਹੀਂ? ਇਸ ਖੇਤਰ ਵਿੱਚ ਗਿਆਨੀ ਸੁਦਾਗਰ ਸਿੰਘ ਬੇਪਰਵਾਹ ਹੋਰਾਂ ਦੀ ਕੈਸਟ ਆਈ ਸੀ, ਅਮਨ ਦਾ ਦੇਵਤਾ। ਤੇ ਅੱਜ ਇਹ ਗੱਲ ਕਿਸ ਐਂਗਲ ਤੋਂ ਪੜ੍ਹੀ ਜਾਊਗੀ, ਲੇਕਿਨ ਸਰਬਸਾਂਝੀ ਗੁਰਬਾਣੀ, ਉਦੋਂ ਉਹਨਾਂ ਨੂੰ ਕੀ ਹੁਕਮ ਸੀ, ਕਿੱਥੋਂ ਤਾਰ ਹਿੱਲਦੀ ਸੀ। KCF ਉਹਨਾਂ ਨੇ ਇੱਕ ਕੈਸਟ ਕੰਪਨੀ ਰੱਖੀ ਸੀ, ਖਾਲਸਾ ਕੈਸਟ ਕੰਪਨੀ। ਹੁਣ KCF ਇੱਕ ਉਹ ਜਥੇਬੰਦੀ ਵੀ ਸੀ ਜਿਹਨੂੰ ਖਾੜਕੂ ਜਥੇਬੰਦੀ ਕਿਹਾ ਜਾਂਦਾ, ਲੇਕਿਨ ਇਹਦੀ ਜਿਹੜੀ ਫੁੱਲ ਫਾਰਮ ਸੀ ਉਹ ਖਾਲਸਾ ਕੈਸਟ ਫੈਕਟਰੀ, KCF। ਇਹਦੇ ਨਾਂ ਦੇ ਥੱਲੇ ਉਹ ਇਹ ਕੈਸਟਾਂ ਰਿਲੀਜ਼ ਕਰਦੇ ਸੀ, ਕਿਉਂਕਿ ਹਰ ਬੰਦੇ ਨੇ ਆਪਣਾ ਵੀ ਵਿਚਾਰ ਕਰਨਾ ਹੁੰਦਾ। ਪਿੱਛੋਂ ਉਹਨਾਂ ਨੂੰ ਕੀ ਹੁਕਮ ਆਇਆ, ਉਹ ਡਰਦੇ ਮਾਰੇ ਕਰਦੇ ਸੀ, ਉਹ ਸ਼ੌਂਕ ਨੂੰ ਕਰਦੇ ਸੀ, ਉਹ ਬਿਜ਼ਨਸ ਲਈ ਕਰਦੇ ਸੀ, ਮੈਨੂੰ ਇਹਦਾ ਪਤਾ ਨਹੀਂ, ਕਿਉਂਕਿ ਮੈਂ ਤਾਂ ਇਸ ਖੇਤਰ ਵਿੱਚ ਹਾਲੇ ਪੈਰ ਹੀ ਧਰਿਆ ਸੀ। ਇਹ ਕੈਸਟ 91 ਵਿੱਚ ਹੋਈ ਤੇ ਇੱਕ ਮੈਗਜ਼ੀਨ ਛਪਦਾ ਸੀ ਕੌਮੀ ਰਾਜਨੀਤੀ। ਡਾਕਟਰ ਰਜਿੰਦਰ ਕੌਰ ਮਾਸਟਰ ਤਾਰਾ ਸਿੰਘ ਦੀ ਬੇਟੀ ਉਹਦੇ ਐਡੀਟਰ ਸੀ। ਤੇ 84 ਤੋਂ ਬਾਅਦ ਫਿਰ ਸੰਤ ਜਰਨੈਲ ਸਿੰਘ ਜੀ ਹੋਰਾਂ ਬਾਰੇ, ਖਾਲਸਾ ਭਿੰਡਰਾਂ ਵਾਲੇ ਜਿਹੜੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਦੇ ਜੀਵਨ 'ਤੇ ਫਿਰ ਬਹੁਤ ਸਾਰੇ ਮੈਗਜ਼ੀਨ ਛਾਪਦੇ ਸੀ, ਵੱਖ-ਵੱਖ ਆਰਟੀਕਲ ਉਹਨਾਂ ਦੇ ਜੀਵਨ ਦੀਆਂ ਘਟਨਾਵਾਂ। ਕਿਉਂਕਿ ਜਿੱਥੇ ਸੰਤ ਜਰਨੈਲ ਸਿੰਘ ਹੋਰਾਂ ਦੀ ਫੋਟੋ ਛਪ ਜਾਂਦੀ ਸੀ, ਉਹ ਮੈਗਜ਼ੀਨ, ਉਹ ਅਖਬਾਰ ਹੱਥੋਂ ਹੱਥੀ ਲੋਕ ਲੈ ਲੈਂਦੇ ਸੀ। ਲੋਕਾਂ ਦੀਆਂ ਭਾਵਨਾਵਾਂ ਉਹਨਾਂ ਦੇ ਨਾਂ ਨਾਲ ਇੱਕਮਿਕ ਹੋ ਗਿਆ ਸੀ। ਅੱਜ ਜੇ ਅਸੀਂ ਗੱਲ ਕਰਾਂਗੇ ਹੋਰ ਤਰੀਕੇ ਨਾਲ ਕਰਦੇ ਹਾਂ, ਲੇਕਿਨ ਇਸ ਤਰ੍ਹਾਂ ਨਾਲ ਲੋਕਾਂ ਦੇ ਵਿੱਚ ਭਾਵਨਾ ਸੀ ਵੀ ਉਹ ਮਰ ਮਿਟਣ ਲਈ ਤਿਆਰ ਸੀ। ਕੌਮ ਦੇ ਵਿੱਚ ਜਜ਼ਬਾ ਸੀ ਜਿਹੜਾ, ਸਾਕਾ ਨੀਲਾ ਤਾਰਾ ਨੇ ਕੌਮ ਨੂੰ ਬਹੁਤ ਬੁਰੀ ਤਰ੍ਹਾਂ ਨਾਲ ਝੰਜੋੜਿਆ ਤੇ ਸਿੱਖਾਂ ਨੂੰ ਅਹਿਸਾਸ ਹੋਇਆ ਵੀ ਅਸੀਂ ਗੁਲਾਮ ਆ। ਉਹਨਾਂ ਦੀ ਮਾਨਸਿਕਤਾ ਨੇ ਅੰਗੜਾਈ ਭਰੀ ਤੇ ਉਹਦੇ ਵਿੱਚ ਫਿਰ ਸਿੱਖ ਸੂਰਵੀਰਾਂ ਦੀਆਂ ਵਾਰਾਂ ਸੀ ਜਿਹੜੀਆਂ ਉਹ ਗਾਉਣੀਆਂ ਸ਼ੁਰੂ ਹੋਈਆਂ। ਉਹ ਕੌਮੀ ਰਾਜਨੀਤੀ ਵਿੱਚ ਮੈਂ ਉਹਨਾਂ ਦਾ ਜੀਵਨ ਪੜ੍ਹਿਆ ਸੀ
ਪਿੰਡ ਰੋਡੇ ਤੋਂ ਲੈ ਕੇ, ਹਾਲਾਂਕਿ ਮੈਂ ਤਾਂ ਉਦੋਂ ਰੋਡੇ ਪਿੰਡ ਪਹਿਲੀ ਵਾਰੀ ਸੁਣਿਆ ਵੀ ਰੋਡੇ ਪਿੰਡ, ਅਤੇ ਫਿਰ ਉਹਦੇ 'ਚੋਂ ਮੈਂ ਮੈਟਰ ਜੋ ਮੈਨੂੰ ਪ੍ਰਾਪਤ ਹੋਇਆ ਉਹਦੇ 'ਚ ਉਹ ਮੈਂ ਲਿਖ ਕੇ ਫਿਰ ਅਸੀਂ ਉਹ ਰਿਕਾਰਡ ਕਰਾਇਆ। ਵੈਸੇ ਉਂਝ ਜੋ ਕੈਸਟ ਦੇ ਲੇਖਕ ਵਜੋਂ ਮੈਂ ਆਪਣੇ ਛੋਟੇ ਭਰਾ ਸਰਦਾਰ ਮਨਜੀਤ ਸਿੰਘ, ਉਹ ਇਹ ਦੁਨੀਆ 'ਚ ਨਹੀਂ, ਉਹ ਮੇਰੀਆਂ ਭਾਵਨਾਵਾਂ ਸੀ, ਕਿਉਂਕਿ 1999 ਦੇ ਵਿੱਚ ਉਹਨਾਂ ਦਾ ਗੁਰਦੇ ਖਰਾਬ ਹੋ ਗਏ ਸੀ, ਅਤੇ ਅਸੀਂ ਬੰਬੇ ਜਾ ਕੇ ਟਰਾਂਸਪਲਾਂਟ ਵੀ ਕਰਾਇਆ ਗੁਰਦਾ, ਮੇਰੇ ਬਾਪੂ ਜੀ ਨੇ ਡੋਨੇਟ ਕੀਤਾ, ਪਰ ਉਹ ਬਚ ਨਹੀਂ ਸਕੇ। ਮੈਂ ਭਾਵਨਾ ਤਹਿਤ ਵੀ ਮੇਰੇ ਭਰਾ ਦੀ, ਕਿਉਂਕਿ ਜਿੱਥੇ ਯੋਧਿਆਂ ਦੀ ਖਾਣ ਦੀ ਗੱਲ ਚੱਲੂਗੀ, ਉਹਦੇ ਜਦੋਂ ਲੇਖਕ ਦਾ ਨਾਂ ਪੜ੍ਹਿਆ ਜਾਂਦਾ ਉੱਥੇ ਮਨਜੀਤ ਸਿੰਘ ਮੈਂ ਭਮੱਦੀ ਲਿਖਵਾਇਆ ਸੀ ਆਪਣੇ ਭਰਾ ਲਈ ਸ਼ਰਧਾ ਅਤੇ ਪਿਆਰ ਵਜੋਂ, ਅਤੇ ਉਂਝ ਲਿਖੀਆਂ ਕਵਿਤਾਵਾਂ ਉਹ ਮੈਂ ਸੀ। ਅਤੇ ਉਹ ਫਿਰ ਕੈਸਟ ਸੀ ਜਿਹੜੀ ਉਹ ਸਾਡੀ ਪਛਾਣ ਦਾ ਇੱਕ ਸਬੱਬ ਬਣੀ, ਕਾਰਨ ਬਣੀ, ਅਤੇ ਉਹ ਕੈਸਟ ਨੇ ਵਧੀਆ ਮੈਨੂੰ ਪਾਪੂਲਰਿਟੀ ਦਿੱਤੀ। ਉਸ ਕੈਸਟ ਦੇ ਵਿੱਚ ਤੁਹਾਡੇ ਨਾਲ ਬੂਟਾ ਸਿੰਘ ਖੁਸ਼ਦਿਲ ਹੋਰਾਂ ਦੀ ਥਾਂ ਤੇ ਦਰਸ਼ਨ ਸਿੰਘ ਬੱਲ ਆ ਗਏ। ਜਦੋਂ ਅਸੀਂ ਤੁਹਾਡੇ ਜਥੇ ਦੀ ਗੱਲ ਕਰਦੇ ਹਾਂ ਤੇ ਬੱਲ ਸਾਹਿਬ ਤੋਂ ਬਗੈਰ ਜੇ ਤੁਹਾਡੇ ਢਾਡੀ ਸਫ਼ਰ ਦੀ ਗੱਲ ਕਰੀਏ ਤਾਂ ਅਧੂਰੀ ਜਿਹੀ ਜਾਪਦੀ ਹੈ। ਬੱਲ ਸਾਹਿਬ ਬਾਰੇ ਤੁਹਾਡਾ ਕੀ ਵਿਚਾਰ ਹੈ? ਮੈਂ ਪਹਿਲਾਂ ਵੀ ਤੁਹਾਡੇ ਨਾਲ ਜ਼ਿਕਰ ਕੀਤਾ ਵੀ ਮੈਂ ਇਸ ਗੱਲੋਂ ਖੁਸ਼ਕਿਸਮਤ ਹਾਂ ਵੀ ਮੇਰੇ ਨਾਲ ਸਾਰੇ ਬੰਦੇ ਸੁਰੀਲੇ ਆਉਂਦੇ ਗਏ। ਪਹਿਲੇ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ, ਉਸ ਤੋਂ ਬਾਅਦ ਬਲਦੇਵ ਸਿੰਘ ਅਤੇ ਬੂਟਾ ਸਿੰਘ, ਅਤੇ ਬੂਟਾ ਸਿੰਘ ਦੀ ਥਾਂ 'ਤੇ ਫਿਰ ਦਰਸ਼ਨ, ਉਦੋਂ ਇਹ ਬੱਲ ਨਹੀਂ ਸੀ ਬਣਿਆ, ਇਹਨੂੰ ਮਾਨਾਂ ਵਾਲਾ ਦਰਸ਼ਨ ਕਹਿੰਦੇ ਸੀ। ਕੀਰਤਨ ਬਹੁਤ ਮਿੱਠਾ ਕਰਦਾ ਸੀ, ਬਹੁਤ ਕਮਾਲ ਦਾ ਸੁਰੀਲਾ ਬੰਦਾ, ਢਾਡੀ ਕਲਾ ਦੇ ਵਿੱਚ ਉਹ ਆਪਣੀ ਤਰ੍ਹਾਂ ਦਾ ਢਾਡੀ ਆ, ਉਹਦਾ ਬਦਲ ਨਹੀਂ ਹੈਗਾ ਕੋਈ, ਉਹਦੀ ਆਵਾਜ਼ ਦਾ ਦਮਖਾਮਾ ਜਿਹੜਾ, ਅਤੇ ਉਹ ਇਸੇ ਕਾਰਨ ਸਾਡਾ ਸਾਥ ਹੈ ਜਿਹੜਾ ਉਹ 24 ਸਾਲ ਤੱਕ ਨਿਭਿਆ। ਕਿਉਂਕਿ ਮੇਰੇ ਕੰਨਾਂ ਵਿੱਚ ਵੀ ਜਿਹੜੀ ਸੁਰ ਦੀ ਗੱਲ, ਮੈਂ ਪਹਿਲਾਂ ਆਪਾਂ ਗੱਲ ਕਰ ਲਈ, ਉਹਨੂੰ ਰਿਪੀਟ ਕਰਦੇ ਚੰਗੇ ਨਹੀਂ ਲੱਗਦੇ, ਮੈਨੂੰ ਵੀ ਸੁਰ ਤੋਂ ਜਿਹੜਾ ਬੰਦਾ ਇੱਧਰ ਉੱਧਰ ਜਾਂਦਾ ਉਹ ਮੇਰੇ ਮਨ ਨੂੰ ਚੰਗਾ ਨਹੀਂ ਲੱਗਦਾ। ਅਤੇ ਇਹ ਫਿਰ ਸਬੱਬ ਇਹ ਬਣਿਆ ਵੀ ਬੂਟਾ ਸਿੰਘ ਹੋਰਾਂ ਦੇ ਕੋਈ ਰਿਸ਼ਤੇਦਾਰੀ 'ਚ ਵਿਆਹ ਸੀ, ਸਾਡੇ ਕੋਲ ਪ੍ਰੋਗਰਾਮ ਆ ਗਿਆ ਮਲੌਦ ਦਾ ਇੱਕ, ਅਤੇ ਉਹ ਪ੍ਰੋਗਰਾਮ ਕਰਨ ਗਏ, ਬਲਦੇਵ ਸਿੰਘ ਸੁਪਰਾ ਇਹਨੂੰ ਦਰਸ਼ਨ ਨੂੰ ਲਿਆਇਆ। ਜਦ ਦਰਸ਼ਨ ਨੇ, ਹੁਣ ਇਹ ਗੱਲ ਆ ਵੀ ਲੋਕ ਉਹਨੂੰ ਬੱਲ ਸਾਹਿਬ ਕਹਿੰਦੇ ਨੇ, ਅਤੇ ਮੇਰੇ ਮੂੰਹੋਂ ਕਦੇ ਮੈਂ ਜਦੋਂ ਵੀ ਬੁਲਾਉਣਾ ਉਹਨੂੰ ਜਾਂ ਉਹਦੇ ਮੈਂ ਫੋਨ ਕਰਾਂ ਤਾਂ ਮੈਂ, ਜੇ ਉਹ ਨਹੀਂ ਕਰਤਾ ਉਹਦੀ ਘਰਵਾਲੀ ਨੇ ਚੱਕਿਆ, ਅਤੇ ਮੈਂ ਕਹਿਣਾ ਦਰਸ਼ਨ ਕਿੱਥੇ ਆ, ਮੇਰੇ ਮੂੰਹੋਂ ਦਰਸ਼ਨ ਹੀ ਨਿਕਲਦਾ। ਮਤਲਬ ਇਹ ਗੱਲ ਨੂੰ ਨੋਟ ਕਰਦੇ ਨੇ, ਉਹ ਕਹਿੰਦੇ ਵੀ ਇਕੱਲੇ ਤੁਸੀਂ ਦਰਸ਼ਨ ਕਹਿੰਦੇ, ਬਾਕੀ ਬੱਲ, ਕਿਉਂਕਿ ਚਲੋ ਸਾਡਾ ਵਧੀਆ ਰਿਲੇਸ਼ਨ ਰਿਹਾ ਹੈ ਨਾ, ਕਿਉਂਕਿ ਉਹਨੂੰ ਬੱਲ ਹੈ ਹੀ ਨਹੀਂ ਸੀ, ਬੱਲ ਤਾਂ ਬਾਅਦ 'ਚ ਬਣਿਆ ਨਾ। ਅਤੇ ਉਦੋਂ ਇਹਨੇ ਜਦੋਂ ਅਲੰਕਾਰ ਕੀਤਾ ਮਲੌਦ, ਯਾਨੀ ਮੇਰੇ ਅੰਦਰ ਨਾ ਜਿਵੇਂ ਕਹਿੰਦੇ ਧੂਹ ਪੈ ਗਈ ਵੀ ਯਾਰ ਬੰਦਾ ਬਹੁਤ ਵਧੀਆ। ਅਤੇ ਨਾਲ ਹੀ ਸਾਨੂੰ ਪ੍ਰੋਗਰਾਮ ਸਮਰਾਲੇ ਦਾ ਮਿਲ ਗਿਆ, ਸਮਰਾਲੇ ਵੀ ਇਹੀ ਲਿਆਇਆ, ਅਤੇ ਮੈਂ ਬਲਦੇਵ ਉਹਨਾਂ ਨੂੰ ਕਿਹਾ ਵੀ ਆਪਾਂ ਇਹਨੂੰ ਪੁੱਛ ਲਓ ਜੇ ਆਉਣਾ ਇਹਨੇ। ਅਤੇ ਇਹਦੇ ਬਾਰੇ ਇਹ ਰੈਪੂਟੇਸ਼ਨ ਇਹਦਾ ਇਹ ਸੀ ਵੀ ਇਹ ਪਤਾ ਨਹੀਂ ਪ੍ਰੋਗਰਾਮ 'ਤੇ ਆਊ ਕਿ ਨਹੀਂ ਆਊ, ਉਹ ਆਪ ਵੀ ਇਹ ਗੱਲ ਨੂੰ ਮੰਨਦਾ। ਅਤੇ ਜਦੋਂ ਮੇਰੇ ਨਾਲ ਆ ਗਿਆ ਫਿਰ ਉਹਨੇ ਕੋਈ ਪ੍ਰੋਗਰਾਮ ਮਿਸ ਨਹੀਂ ਕੀਤਾ, ਅਤੇ ਉਹ ਗਾਇਕੀ ਪੱਖੋਂ ਤਾਂ ਉਹਦਾ ਕੋਈ ਬਦਲ ਹੈ ਨਹੀਂ। ਮਤਲਬ ਜਿਹਨਾਂ ਨੂੰ ਆਪਾਂ ਟੌਪ 10 ਕਹਿ ਦਿੰਦੇ ਹਾਂ, ਕਿਉਂਕਿ ਜਿਵੇਂ ਇੱਕ ਨੂੰ ਕਹੀ ਜਾਵਾਂ, ਉਹਦੇ ਮੁਕਾਬਲੇ ਦੇ ਕਾਫੀ ਸਾਰੇ ਢਾਡੀ ਨੇ ਜਿਹੜੇ ਬਹੁਤ ਵਧੀਆ ਗਾਉਂਦੇ ਨੇ, ਅਤੇ ਫਿਰ ਆਪਾਂ ਉਹਨਾਂ ਨੂੰ ਨੀਵਾਂ ਨਹੀਂ ਸ਼ੋਅ ਕਰਨਾ, ਪਰ ਧਰੂ ਤਾਰੇ ਵਾਂਗੂ ਮਤਲਬ ਇੱਕ ਥਾਂ 'ਤੇ ਸਟਿਲ ਰਹਿ ਕੇ, ਜਿੱਥੇ ਉਹ ਅੱਜ ਤੋਂ 32-35 ਸਾਲ ਪਹਿਲਾਂ ਸੀ ਉੱਥੇ ਹੀ ਅੱਜ ਆ ਉਹ, ਭਾਵੇਂ ਮੇਰੇ ਨਾਲ ਨਹੀਂ ਪਰ ਉਹ ਪਰਫੈਕਟ ਢਾਡੀ ਆ। ਅਤੇ ਇਹ ਸਫ਼ਰ ਵੀ ਇੱਦਾਂ ਤੁਰਦਾ ਚਲਾ ਗਿਆ। ਗਿਆਨੀ ਜੀ, ਫਿਰ ਇਸ ਤੋਂ ਬਾਅਦ ਤੁਹਾਡਾ ਵਿਦੇਸ਼ੀ ਟੂਰਾਂ ਦਾ ਦੌਰ ਵੀ ਚੱਲਿਆ, ਅਤੇ ਇੱਥੇ ਪੰਜਾਬ ਵਿੱਚ, ਹਿੰਦੁਸਤਾਨ ਵਿੱਚ ਤੁਸੀਂ ਤੁਹਾਡੇ ਪ੍ਰੋਗਰਾਮਾਂ ਦੀ ਗਿਣਤੀ ਵਧੀ, ਅਤੇ ਤੁਹਾਨੂੰ ਜਿਹੜਾ ਸੰਗਤ ਵੱਲੋਂ ਪਿਆਰ ਇੱਥੇ ਜਾਂ ਬਾਹਰ ਮਿਲਿਆ, ਉਹਦੇ ਵਿੱਚੋਂ ਕੋਈ ਅਭੁੱਲ ਯਾਦ ਜਿਹਨੂੰ ਯਾਦ ਕਰਕੇ ਅੱਜ ਵੀ ਤੁਸੀਂ ਮਾਣ ਮਹਿਸੂਸ ਕਰਦੇ ਹੋ ਕਿ ਮੈਂ ਢਾਡੀ ਬਣਿਆ ਅਤੇ ਸਤਿਗੁਰੂ ਨੇ ਮੈਨੂੰ ਬੜੀ ਬਖਸ਼ਿਸ਼ ਕੀਤੀ? ਹਕੀਕਤ ਇਹ ਆ ਵੀ ਕੋਈ ਵੀ ਅੱਜ ਤੱਕ ਦਾ ਪ੍ਰੋਗਰਾਮ ਐਸਾ ਵਾਹਿਗੁਰੂ ਦੀ ਕਿਰਪਾ ਨਾਲ ਵੀ ਜਿਹੜਾ ਮੈਨੂੰ, ਜਿਹਨੂੰ ਮੈਂ ਕਹਾਂ ਵੀ ਇਹ ਪ੍ਰੋਗਰਾਮ ਵਧੀਆ ਨਹੀਂ ਲੱਗਿਆ। ਸਾਰੇ ਪ੍ਰੋਗਰਾਮ ਇੱਕ ਤੋਂ ਇੱਕ, ਅਤੇ ਉਹਦਾ ਕ੍ਰੈਡਿਟ ਮੈਂ ਆਪਣੇ ਸਾਥੀਆਂ ਨੂੰ ਦਿੰਦਾ ਅਤੇ ਮੇਰੇ ਸਾਥੀ ਮੈਨੂੰ ਉਹ ਕ੍ਰੈਡਿਟ ਦੇ ਦਿੰਦੇ ਨੇ। ਕੋਈ ਯਾਦਗਾਰੀ ਪ੍ਰੋਗਰਾਮਾਂ ਦੇ ਵਿੱਚ ਹੁਣ ਜੇ ਮੈਂ ਇੱਕ ਪ੍ਰੋਗਰਾਮ ਦਾ ਨਾਂ ਲੈਣਾ ਹੋਵੇ ਤਾਂ ਮੈਨੂੰ ਨਹੀਂ ਲੱਗਦਾ ਵੀ ਅਸੀਂ 1990 ਦੇ ਵਿੱਚ ਹੀ ਗਏ ਸਿੱਧਵਾਂ, ਅਤੇ ਉਹ ਬੜੀ ਰੌਚਕ ਜਿਹੀ ਗੱਲ ਆ, ਬਿਨ ਸੱਦੇ ਗਏ, ਸਾਨੂੰ ਸੱਦਿਆ ਨਹੀਂ ਉਹਨਾਂ ਨੇ। ਬਲਦੇਵ ਸਿੰਘ ਸੁਪਰਾ, ਬੂਟਾ ਸਿੰਘ ਖੁਸ਼ਦਿਲ, ਘੁੰਮਣ ਸਾਹਿਬ, ਕੁਲਵਿੰਦਰ ਸਿੰਘ, ਮੈਂ, ਉੱਥੇ ਹੋਣਗੇ 40-45 ਜਥੇ। ਅਗਸਤ ਦੇ ਮੁੱਢਲੇ ਦਿਨਾਂ 'ਚ 18-17 ਸਾਉਣ ਦੇ ਨੇੜੇ ਤੇੜੇ ਉਹ ਮੇਲਾ ਹੁੰਦਾ, ਉਂਝ ਹੀ ਬਿਨ ਸੱਦੇ ਜਿਵੇਂ ਬੰਦੇ ਹੁੰਦੇ ਉੱਦਾਂ ਅਸੀਂ ਗਏ, ਅਤੇ ਉੱਥੇ ਅਸੀਂ ਪ੍ਰੋਗਰਾਮ ਲਾਇਆ। ਕੋਈ ਮੇਰੀ ਪਛਾਣ ਨਹੀਂ ਸੀ, ਕੋਈ ਭਮੱਦੀ ਨੂੰ ਜਾਣਦਾ ਨਹੀਂ ਸੀ, ਨਾ ਮੈਂ ਉਦੋਂ ਕਵਿਤਾ ਲਿਖਦਾ ਸੀ, ਅਤੇ ਉਹ ਬੜਾ ਪ੍ਰੋਗਰਾਮ, ਜਾਣੀ ਮਤਲਬ ਸਾਨੂੰ ਲੋਕਾਂ ਨੇ ਪਿਆਰ ਬੜਾ ਦਿੱਤਾ।
ਹੁਣ 41-42 ਜਥਿਆਂ ਦੇ ਵਿੱਚੋਂ ਤੁਸੀਂ ਪਹਿਲੀ ਵਾਰ ਗਏ ਹੋ, ਅਤੇ ਮੇਰੇ ਨਾਲ ਦੇ ਸਾਥੀ ਵੀ ਇੱਦਾਂ ਨਹੀਂ ਸੀ ਵੀ ਕੋਈ ਅੰਬਰ ਦੇ ਤਾਰੇ ਤੋੜਦੇ ਹੁਣ ਹੈ ਨਾ, ਜਿੱਦਾਂ ਆਮ ਢਾਡੀ ਦਰਮਿਆਨੇ ਅਸੀਂ ਸੀਗੇ। ਮੈਂ ਤਾਂ ਦਰਮਿਆਨੇ ਤੋਂ ਵੀ ਥੱਲੇ ਸੀ ਕਿਉਂਕਿ ਮੇਰੀ ਤਾਂ ਸ਼ੁਰੂਆਤ ਸੀ। ਅਤੇ ਉੱਥੇ ਅਸੀਂ ਪ੍ਰੋਗਰਾਮ ਲਾਇਆ, ਅਤੇ ਇਹ ਗੱਲ ਮੈਨੂੰ ਇੰਦਰਜੀਤ ਸਿੰਘ ਅਣਖੀ, ਉਦੋਂ ਸ਼੍ਰੋਮਣੀ ਢਾਡੀ ਸੀ ਬਹੁਤ ਵੱਡੇ ਹੈ ਨਾ, ਅਤੇ ਉਹਨਾਂ ਨੇ ਬਹੁਤ ਸਾਲਾਂ ਬਾਅਦ ਮੈਨੂੰ ਦੱਸੀ, ਕਹਿੰਦੇ ਵੀ ਉਸ ਤੋਂ ਬਾਅਦ ਜੋੜ ਮੇਲੇ ਤੋਂ ਬਾਅਦ ਸਿੱਧਵਾਂ ਦੇ ਬੰਦੇ ਮੁੱਲਾਂਪੁਰ ਅੱਡੇ ਜਾ ਕੇ ਅਣਖੀ ਸਾਹਿਬ ਕਹਿੰਦੇ ਵੀ ਇੱਕ ਦੀ ਕਿਹੜਾ ਜਥਾ ਵਧੀਆ ਰਿਹਾ। ਹੁਣ ਉੱਥੇ ਸਾਰੇ ਮੇਰੇ ਨਾਲ ਸੀਨੀਅਰ ਜਥੇ ਵੀ ਸੀ, ਜੂਨੀਅਰ ਵੀ ਸੀ, ਸੀਨੀਅਰ ਵੀ ਸੀ। ਅਣਖੀ ਸਾਹਿਬ ਕਹਿੰਦੇ ਵੀ ਉਹ ਕਹਿੰਦੇ ਨੇ ਵੀ ਯਾਰ ਇੱਕ ਭਮੱਦੀ ਆਇਆ ਸੀ ਵੀ ਉਹ ਬਹੁਤ ਵਧੀਆ ਰਿਹਾ। ਹੁਣ ਭਾਵੇਂ ਮੈਨੂੰ ਉਹਦਾ ਸਿੱਧਾ ਰਿਸਪੌਂਸ ਨਹੀਂ ਮਿਲਿਆ ਅਤੇ ਕਈ ਸਾਲਾਂ ਬਾਅਦ ਮਿਲਿਆ, ਲੇਕਿਨ ਮੈਂ ਬੇਸਿਕਲੀ ਮੰਨਦਾ ਬਾਅਦ ਵਿੱਚ ਸਥਾਪਿਤ ਹੋਣ ਤੋਂ ਬਾਅਦ ਤਾਂ ਤੁਹਾਡਾ ਨਾਂ ਹੀ ਇੰਨਾ ਹੋ ਜਾਂਦਾ ਵੀ ਤੁਸੀਂ ਪ੍ਰਵਾਨ ਹੀ ਹੁੰਦੇ ਹੋ। ਅਤੇ ਲੇਕਿਨ ਜਦੋਂ ਨਾਂ ਨਹੀਂ ਸੀ ਬਣਿਆ ਉਦੋਂ ਵੀ ਲੋਕਾਂ ਨੇ ਮੈਨੂੰ ਪ੍ਰਵਾਨ ਕੀਤਾ। ਇਹ ਵੱਖਰੀ ਗੱਲ ਆ ਵੀ ਉਹ ਵਿਊਜ਼ ਮੇਰੇ ਕੋਲ ਨਹੀਂ ਆਏ। ਇੱਦਾਂ ਦੀ ਇੱਕ ਘਟਨਾ ਅਸੀਂ ਬੀੜ ਬਾਬਾ ਬੁੱਢਾ ਸਾਹਿਬ 'ਚ ਗਏ, ਉਦੋਂ ਮੇਰੇ ਨਾਲ ਮਾਸਟਰ ਸੁਰਿੰਦਰਪਾਲ ਸਿੰਘ ਚੌਂਕੀਮਾਨ, ਕੁਲਵਿੰਦਰ ਸਿੰਘ ਘੁੰਮਣ ਅਤੇ ਦਰਸ਼ਨ ਸਿੰਘ ਬੱਲ ਸੀ, ਅਤੇ ਗਿਆਨੀ ਮੂਲਾ ਸਿੰਘ ਪਾਖਰਪੁਰੀ ਸਾਹਿਬ ਨੇ ਮੈਨੂੰ ਉੱਥੇ ਭਜਵਾਇਆ। ਪੈਸੇ ਨਹੀਂ ਕਾਰਮੇ, ਉਹ ਕਹਿੰਦੇ ਵੀ ਆ ਜੀ, ਅਤੇ ਇਹ 94 ਦੀ ਗੱਲ ਆ। ਅਤੇ ਉੱਥੇ ਹੁਣ ਸਾਰਾ ਇੱਕ ਤਾਂ ਉਹ ਇਲਾਕਾ, ਇੱਕ ਮੈਨੂੰ ਕੋਈ ਜਾਣੇ ਨਾ, ਇਹਨਾਂ ਨੂੰ ਵੀ ਨਾ ਜਾਣੇ, ਮੈਨੂੰ ਤਾਂ ਕੀ ਜਾਣਨਾ ਸੀ। ਇਹ ਬੰਦੇ ਕਾਫੀ ਦੇਰ ਮਤਲਬ ਮਾਸਟਰ ਸੁਰਿੰਦਰਪਾਲ ਸਿੰਘ ਹੋਰੀ ਚੌਂਕੀਮਾਨ ਵਾਲੇ, ਉਹ ਪੰਛੀ ਜੀ ਨਾਲ ਵੀ ਰਹੇ ਸੀ, ਚਾਬੇਵਾਲ ਸਾਹਿਬ ਨਾਲ ਵੀ ਰਹੇ, ਹੋਰ ਨਾਮਵਰ ਜਥਿਆਂ ਨਾਲ ਰਹੇ। ਉਸ ਏਰੀਏ ਦੇ ਵਿੱਚ ਮਤਲਬ ਕੋਈ ਸਾਨੂੰ ਇੱਕ ਸਿੰਗਲ ਪਰਸਨ ਵੀ ਸਿਵਾਏ ਗਿਆਨੀ ਮੂਲਾ ਸਿੰਘ ਪਾਖਰਪੁਰੀ ਸਾਹਿਬ ਤੋਂ ਬਾਅਦ ਨਹੀਂ ਸੀ ਜਾਣਦਾ, ਜਾਂ ਉਹਨਾਂ ਦੇ ਜਿਹੜੇ ਸਾਥੀ ਸੀ। ਅਤੇ ਸਾਨੂੰ ਕਹਿੰਦੇ ਵੀ ਤੁਹਾਡਾ ਟਾਈਮ 11:30 ਹੋਊ। ਅਸੀਂ ਸਟੇਜ 'ਤੇ ਜਾ ਕੇ ਬਹਿ ਗਏ, 11:30, 12, 12:30, 1 ਮਤਲਬ ਸੰਗਤ ਸੌਂ ਗਈ। ਜਦੋਂ ਸੰਗਤ ਸੌਂਈ ਅਤੇ ਆਪਾਂ ਨੂੰ ਹੁੰਦਾ ਹੀ ਆ ਵੀ ਫਲੋਪ ਹੋ ਜਾਣਾ, ਸੰਗਤ ਤਾਂ ਸੌਂ ਗਈ। ਹੁਣ ਸਾਨੂੰ ਉੱਤੇ ਕਾਰ ਸੇਵਾ ਦਾ ਉਹਨਾਂ ਦਾ ਹੈਗਾ ਸੰਪਰਦਾਈ, ਉਹਨਾਂ ਦਾ ਸਥਾਨ, ਅਤੇ 1 ਵਜੇ ਫਿਰ ਸਾਨੂੰ ਉਹਨਾਂ ਨੇ ਆਪਦੇ ਟੌਪ ਦੇ ਜਥਿਆਂ ਤੋਂ ਬਾਅਦ, ਮੈਂ ਨਾਂ ਨਹੀਂ ਲੈਣਾ ਹੁਣ, ਉਹਨਾਂ ਨੇ ਕਿਹਾ ਵੀ ਹੁਣ ਇਹ ਜਥੇ ਨੂੰ ਟਾਈਮ ਦੇ ਦਿੰਦੇ ਹਾਂ। ਅਤੇ ਦੁਖੀ ਮਨ ਸਾਡਾ ਸਾਥੀਆਂ ਦਾ ਵੀ, ਮੇਰਾ ਵੀ। ਅਤੇ ਜਦ ਸਰੰਗੀ ਵਜਾ ਕੇ ਦਰਸ਼ਨ ਨੇ ਅਲੰਕਾਰ ਸ਼ੁਰੂ ਕੀਤਾ, ਮਤਲਬ ਅਲੰਕਾਰ ਦੇ ਵਿੱਚ ਹੀ ਮਤਲਬ ਲੋਕਾਂ ਨੇ ਇੱਕ ਦੂਜੇ ਨੂੰ ਠਾਲਣਾ ਸ਼ੁਰੂ ਕਰਤਾ। ਮੈਂ ਹਾਲੇ ਸੰਗਤ ਵਿੱਚ ਬੈਠਾ ਸੀ ਅਤੇ ਹਲੂਣਨਾ ਸ਼ੁਰੂ ਕਰਤਾ। ਪਹਿਲੀ ਕਵਿਤਾ ਇਹਨਾਂ ਨੇ ਗਾਈ, ਭਾਗਾਂ ਦੇ ਨਾਲ ਮਿਲਦੀਆਂ ਘੜੀਆਂ ਸਤਸੰਗ ਦੀਆਂ, ਰਿਕਾਰਡ ਕਵਿਤਾ ਸੀ ਸਾਡੀ। ਜਦੋਂ ਇਹਨਾਂ ਨੇ ਗਾਈ ਅਤੇ ਮਤਲਬ ਪਹਿਲੀ ਕਵਿਤਾ ਦੇ ਨਾਲ ਹੀ ਮਤਲਬ ਅੱਧਾ ਪੰਡਾਲ ਸੀ ਜਿਹੜਾ ਉਹ ਉੱਠ ਕੇ ਬੈਠ ਗਿਆ। ਅਤੇ ਜਦੋਂ ਮੈਂ ਲੈਕਚਰ ਸ਼ੁਰੂ ਕਰਕੇ, ਮੇਰਾ ਇੱਦਾਂ ਹੁੰਦਾ ਵੀ ਜਦੋਂ ਤੁਸੀਂ ਪਹਿਲੀ ਵਾਰੀ ਨਾ, ਪਹਿਲਾਂ ਲੰਬਾ ਲੈਕਚਰ ਨਹੀਂ ਕਰਨਾ, ਪਹਿਲਾਂ ਥੋੜ੍ਹਾ ਲੈਕਚਰ ਉਹਦੀ ਭੂਮਿਕਾ ਬੰਨ੍ਹ ਕੇ ਇੱਕਦਮ ਪ੍ਰਸੰਗ 'ਤੇ ਆ ਜਾਣਾ। ਕਿਉਂਕਿ ਮੇਰੀ ਵਿਧੀ ਇਹ ਆ ਵੀ ਮੈਂ ਦੇਖਣਾ ਵੀ ਇੱਥੇ ਕੀ ਸਿਸਟਮ ਚੱਲੂਗਾ। ਲੰਬਾ ਅਲੰਕਾਰ ਨਹੀਂ ਕਰਨ ਦੇਣਾ, ਛੋਟਾ ਅਲੰਕਾਰ ਕਰਨਾ ਸਮੇਂ ਮੁਤਾਬਕ। ਜੇ ਤੁਹਾਡੇ 40 ਮਿੰਟ ਨੇ ਤਾਂ ਉਹਨਾਂ ਨੂੰ ਮਤਲਬ ਉਸ ਤਰ੍ਹਾਂ ਗਾਈਡ ਕਰਨਾ ਵੀ ਇਹਨੂੰ ਇੱਦਾਂ ਤੋਰਨਾ ਹੁਣ ਪ੍ਰੋਗਰਾਮ। ਕਈ ਵਾਰੀ ਜੇ ਮੈਨੂੰ ਲੱਗੇ ਵੀ ਮੈਂ ਹੀ ਸਿੱਧਾ ਤੋਰ ਲੈਣਾ, ਅਤੇ ਉੱਥੇ ਜਦੋਂ ਜੀ ਮੈਂ ਲੈਕਚਰ ਸ਼ੁਰੂ ਕਰਕੇ ਕਵਿਤਾ ਲਾਤੀ, ਪ੍ਰਸੰਗ ਆਇਆ ਜੀ, ਸਾਡਾ ਟਾਈਮ ਵੀ ਫਿਰ ਉਹਨਾਂ ਨੇ ਵਧਾਤਾ। ਅਤੇ ਜਦੋਂ ਅਸੀਂ ਹਟੇ ਨਾ, ਮਤਲਬ ਉੱਥੇ ਰੱਸੇ ਬੰਨੇ ਹੁੰਦੇ ਸੀ ਬਈ ਕੋਈ ਸਟੇਜ 'ਤੇ ਜਥੇ ਨੂੰ ਪੈਸੇ ਨਾ ਦੇ ਕੇ ਆਵੇ, ਕਾਰ ਸੇਵਾ ਦੀ ਟੋਕਰੀ ਪਾਵੇ। ਲੋਕਾਂ ਨੇ ਰੱਸਿਆਂ ਦੇ ਵਿੱਚ ਹੀ ਲੰਘ ਕੇ ਸਾਨੂੰ ਸਟੇਜ 'ਤੇ ਪੈਸੇ ਦਿੱਤੇ। ਹਾਲਾਂਕਿ ਕੋਈ ਪੈਸੇ ਸਾਨੂੰ ਮਿਲਣੇ ਨਹੀਂ ਸੀ, ਪਰ ਲੋਕਾਂ ਸਾਡਾ ਮਾਣ ਬਹੁਤ ਕੀਤਾ। ਮੇਰੇ ਜੀਵਨ ਦੀਆਂ ਯਾਦਗਾਰੀ ਜਿਹੜੀਆਂ ਸਟੇਜਾਂ ਨੇ, ਜਦੋਂ ਅਸੀਂ ਹਟੇ ਨਾ, 2 ਵਜੇ ਹੋਣਗੇ, ਮੈਨੂੰ ਵੀ ਤਾਂ 2 ਵਜੇ ਤੜਕਾ ਹੋ ਜਾਂਦਾ, ਅਤੇ ਸਾਨੂੰ ਐਂ ਲੱਗੇ ਵੀ ਜਿਵੇਂ ਕੋਈ 10,000 ਬੰਦਾ ਸਾਡੇ ਮਗਰ ਤੁਰਿਆ ਆ ਰਿਹਾ। ਅਤੇ ਗਿਆਨੀ ਸਰੂਪ ਸਿੰਘ ਸਰਪੰਚ ਕਵੀਸ਼ਰ ਨੇ, ਬਹੁਤ ਨਾਮਵਰ ਕਵੀਸ਼ਰ, ਉਹਨਾਂ ਦੇ ਬੱਚੇ, ਹੁਣ ਬੇਟਾ ਉਹਨਾਂ ਦਾ ਹੁਣ ਵੀ ਨਾਮਵਰ ਭਗਵਾਨ ਸਿੰਘ, ਅਤੇ ਬੜਾ ਸਰੀਲਾ ਮੁੰਡਾ ਹੈ ਨਾ। ਅਤੇ ਉਹਦੇ ਡੈਡੀ, ਮਤਲਬ ਉਹਦਾ ਨਾਂ ਸੀ, ਮੈਂ ਸੁਣਿਆ ਸੀ ਸਰੂਪ ਸਿੰਘ ਸਰਪੰਚ ਦਾ ਨਾਂ, ਉਹ ਆ ਕੇ ਗਿਆਨੀ ਮੂਲਾ ਸਿੰਘ ਪਾਖਰਪੁਰ ਨੂੰ ਕਹਿੰਦਾ, ਉਹ ਵੀ ਉਦੋਂ ਕੋ ਬੜੇ ਆਸ਼ਵੀ ਆ ਗਏ। ਅਤੇ ਉਹਨੇ ਜਿਹੜਾ ਸਭ ਤੋਂ ਪਹਿਲਾਂ ਜਥੇ ਲੱਗੇ ਸੀ, ਅਤੇ ਉਹਨਾਂ ਦਾ ਨਾਂ ਲੈ ਕੇ ਕਹਿੰਦਾ, ਉਹ ਮੂਲਾ ਸਿਆਂ, ਆਹ ਤੇਰਾ ਢਾਡੀ, ਉਹਨਾਂ ਦੀ ਹਿੱਕ 'ਤੇ ਬਹਿ ਗਿਆ ਢਾਹ ਕੇ। ਇਹ ਸਰੂਪ ਸਿੰਘ ਦੇ ਸ਼ਬਦ ਸੀ। ਅਤੇ ਮਤਲਬ ਇੱਦਾਂ ਦੇ ਪ੍ਰੋਗਰਾਮ ਜ਼ਿੰਦਗੀ ਦੇ ਵਿੱਚ ਬਹੁਤ ਥਾਵਾਂ ਦੇ ਉੱਤੇ, ਵਿਦੇਸ਼ਾਂ ਵਿੱਚ ਵੀ, ਅਤੇ ਇਹ ਗੁਰੂ ਦੀ ਕਿਰਪਾ ਨਾਲ ਪ੍ਰੋਗਰਾਮ ਇਸ ਤਰ੍ਹਾਂ ਚੱਲਦਾ ਰਿਹਾ ਕੰਮ। ਗਿਆਨੀ ਜੀ, ਜਦ ਅਸੀਂ ਗੱਲ ਕਰਦੇ ਹਾਂ ਤੁਹਾਡੇ ਸਮਕਾਲੀ ਢਾਡੀਆਂ ਦੀ, ਤੁਹਾਡੀ ਹਮ ਉਮਰ ਜਾਂ ਤੁਹਾਡੇ ਤੋਂ ਸੀਨੀਅਰ ਜਿਹੜੇ ਤੁਹਾਡੇ ਸਮਕਾਲੀ ਨੇ, ਉਹਨਾਂ ਵਿੱਚੋਂ ਤੁਸੀਂ
ਕਿੱਦਾਂ ਦਾ ਉਹਨਾਂ ਨੂੰ ਸੁਣ ਕੇ ਮਹਿਸੂਸ ਕਰਦੇ ਹੋ, ਤੇ ਉਹਨਾਂ ਤੋਂ ਕੀ ਤੁਹਾਨੂੰ ਕਦੇ ਆਪਣੇ ਸਮਕਾਲੀਆਂ ਤੋਂ ਕੁਝ ਸਿੱਖਣ ਲਈ ਮਿਲਿਆ? ਮੈਂ ਮਤਲਬ ਇਸ ਗੱਲ ਕਹਿਣ ਦੇ ਵਿੱਚ ਮੈਂ ਥੋੜ੍ਹੇ ਜਿਹੇ ਸ਼ਬਦਾਂ ਦਾ ਸੰਕੋਚ ਵਰਤੂੰਗਾ। ਮੈਂ ਕਦੇ ਵੀ ਇਦਾਂ ਨਹੀਂ ਦੇਖਿਆ ਵੀ ਕੌਣ ਕੀ ਬੋਲਦਾ, ਦੂਜੇ ਬੰਦੇ ਵੱਲ ਬਹੁਤਾ ਧਿਆਨ ਨਹੀਂ ਦੇਣਾ, ਆਪਣੇ ਤਰੀਕੇ ਨਾਲ ਗੱਲ ਕਰਨੀ ਆ। ਅਤੇ ਫਿਰ ਜਦੋਂ ਮੈਂ ਪ੍ਰਸੰਗ ਲਿਖਣ ਲੱਗ ਗਿਆ, ਆਪਣੇ ਤਰੀਕੇ ਨਾਲ ਪ੍ਰਸੰਗਾਂ ਦੀ ਚੋਣ ਕਰਨੀ ਆ। ਇਹ ਨਹੀਂ ਕਹਿਣਾ ਵੀ ਜੇ ਫਲਾਣਾ ਵਾਰ ਗਾ ਕੇ ਗਿਆ ਮੈਂ ਹੀ ਵਾਰ ਗਾਵਾਂ। ਮੈਂ ਸਮੇਂ ਦੀ ਨਜ਼ਾਕਤ ਨੂੰ ਮੁੱਖ ਰੱਖ ਕੇ ਚੋਣ ਕਰਨੀ ਆ। ਵੈਸੇ ਮੇਰੇ ਸਮਕਾਲੀਆਂ ਵਿੱਚੋਂ ਮਾਲਵੇ ਦੇ ਜਦੋਂ ਮੈਂ ਦੇਖਦਾ, ਵੈਸੇ ਤਾਂ ਸਾਰੇ ਮੈਂ ਸਮਝਦਾ ਵੀ ਮੇਰੇ ਨਾਲ ਸਾਰੇ ਵਧੀਆ ਨੇ, ਵੱਡੇ ਨੇ। ਅਲਵੇਲਾ ਜੀ ਕੈਸਟ ਕਲਚਰ ਵਿੱਚ ਮੇਰੇ ਨਾਲ ਪਹਿਲਾਂ ਪ੍ਰਵੇਸ਼ ਕਰ ਗਏ। 1986 ਦੇ ਵਿੱਚ ਮੇਰਾ ਖਿਆਲ ਉਹਨਾਂ ਦੀ ਕੈਸਟ ਆ ਗਈ ਸੀ। ਆਲਮਗੀਰ ਚਰਨ ਮਤਲਬ ਮੇਰੀ ਉਮਰ ਵਿੱਚ ਮੇਰੇ ਤੋਂ ਛੋਟੇ ਨੇ, ਅੱਜ ਕੱਲ੍ਹ ਸ਼੍ਰੋਮਣੀ ਕਮੇਟੀ ਮੈਂਬਰ ਨੇ, ਚਰਨ ਸਿੰਘ ਆਲਮਗੀਰ। ਉਹ ਵੀ ਮੇਰੇ ਨਾਲੋਂ ਮਤਲਬ ਕੈਸਟ ਦੇ ਵਿੱਚ ਉਹ ਮੇਰੇ ਨਾਲੋਂ ਐਡਵਾਂਸ ਸੀ। ਅਤੇ ਅਸੀਂ ਤਿੰਨਾਂ ਨੇ ਮਤਲਬ ਇਸ ਪੱਖ 'ਤੇ ਨੂੰ ਪ੍ਰਵੇਸ਼ ਕੀਤਾ। ਹੋਰ ਜਥਿਆਂ ਦੇ ਨਾਲ ਕੈਸਟਾਂ ਸਾਡੀਆਂ ਆਉਂਦੀਆਂ ਗਈਆਂ। ਉੱਧਰੋਂ ਤੇਜਾ ਸਿੰਘ ਤੂਫਾਨ ਸੀ, ਉਹਨਾਂ ਦੇ ਵੀ ਕੈਸਟਾਂ ਆਉਣ ਲੱਗੀਆਂ। ਸਾਰੀ ਫਿਰ ਕਰਾਉਣ, ਸਾਰੇ ਬੰਦੇ, ਕੋਈ ਜਥਾ ਐਸਾ ਨਹੀਂ ਜਿਹਨੇ ਕੈਸਟ ਨਹੀਂ ਕਰਾਈ। ਫਿਰ ਮੈਂ ਇਹਨਾਂ ਦੇ ਟਰੈਕ ਵਿੱਚ ਤੁਰਦਾ ਰਿਹਾ। ਇਹਨਾਂ ਦੀ ਪਾਪੂਲਰਿਟੀ ਮੇਰੇ ਨਾਲੋਂ ਦੋਨਾਂ ਦੀ ਜ਼ਿਆਦਾ ਸੀ। ਹੌਲੀ ਹੌਲੀ ਫਿਰ ਮੇਰੀ ਪਾਪੂਲਰਿਟੀ ਹੈ ਜਿਹੜੀ ਉਹ ਇਹਨਾਂ ਦੇ ਮੁਕਾਬਲੇ 'ਤੇ ਆਈ। ਮੈਂ ਮਤਲਬ ਜਿਹਨੂੰ ਆਪਾਂ ਕਹਿੰਦੇ ਹਾਂ ਵੀ ਹੌਲੀ ਹੌਲੀ ਚੱਲ ਕੇ ਆਪਣੇ ਉਸ ਮੁਕਾਮ 'ਤੇ, ਅੱਜ ਦੇ ਮੁਕਾਮ 'ਤੇ ਪਹੁੰਚਿਆ। ਫਿਰ ਸਟੇਜ ਉੱਤੇ ਮੇਰੀ ਡਿਮਾਂਡ ਆ ਜਿਹੜੀ ਉਹ ਮਤਲਬ ਇਹਨਾਂ ਨਾਲੋਂ ਵੀ ਜੇ ਮੈਂ ਕਹਾਂ ਵੀ ਉੱਪਰ ਚਲੀ ਗਈ। ਮੇਰੇ ਮੂੰਹੋਂ ਇਹ ਗੱਲ ਮੈਂ ਕਹਿੰਦਾ ਚੰਗਾ ਨਹੀਂ ਲੱਗਦਾ, ਪਰ ਜੇ ਉੱਪਰ ਨਾ ਵੀ ਆਪਾਂ ਮੰਨੀਏ ਤਾਂ ਫਿਰ ਪਿੱਛੇ ਨਹੀਂ ਸੀ। ਇੱਦਾਂ ਮੇਰੇ ਸਮਕਾਲੀ ਜਿਹੜੇ ਮੈਂ ਦੇਖੇ, ਮਤਲਬ ਸਮਕਾਲੀਆਂ ਵਿੱਚੋਂ ਇਹ ਅਸੀਂ ਇੱਕੋ ਹੀ ਤਰ੍ਹਾਂ ਨਾਲ ਸਾਡੀਆਂ ਕੈਸਟਾਂ ਵੀ, ਅਲਵੇਲਾ ਜੀ ਦੀਆਂ ਫਿਰ ਬਹੁਤੀਆਂ ਜ਼ਿਆਦਾ ਕੈਸਟਾਂ ਹੋ ਗਈਆਂ। ਉਹ ਤਾਂ ਬਹੁਤੀਆਂ ਜ਼ਿਆਦਾ ਮਤਲਬ ਉਹ ਕੈਸਟ ਕਿੰਗ ਹੀ ਉਹਨਾਂ ਨੂੰ ਤਾਂ ਮੰਨਿਆ ਗਿਆ। ਗਿਆਨੀ ਜੀ, ਕਿੰਨੀਆਂ ਕੁ ਕੈਸਟ ਕਲਚਰ ਵਿੱਚ ਤੁਹਾਡੀਆਂ ਕੈਸਟਾਂ ਜਿਹੜੀਆਂ ਕਿੰਨੀਆਂ ਕੁ ਸਨ ਗਿਣਤੀ ਵਿੱਚ, ਅਤੇ ਉਸ ਤੋਂ ਬਾਅਦ ਸੀਡੀਜ਼ ਵੀ ਆਈਆਂ, ਕਿੰਨੀ ਕੁ ਗਿਣਤੀ ਉਹਨਾਂ ਦੀ ਹੋਈ? ਇਹ ਵੀ ਗੱਲ ਦਰਸ਼ਕਾਂ ਵਾਸਤੇ ਜਾਂ ਬੜੀ ਰੌਚਕ ਲੱਗੂਗੀ। ਮੈਨੂੰ ਆਫਰਾਂ ਜ਼ਿਆਦਾ ਆਈਆਂ, ਮੈਂ ਕੈਸਟਾਂ ਘੱਟ ਕਰਾਈਆਂ। ਟੀ ਸੀਰੀਜ਼ ਦੇ ਜਿਹੜੇ ਮਾਲਕ ਨੇ, ਮੈਨੂੰ ਉਹਨਾਂ ਨੇ ਭਾਈ ਪਿੰਦਰਪਾਲ ਸਿੰਘ ਹੋਰਾਂ ਦੇ ਨਗਰ ਦੀਵਾਨ ਲੱਗਦਾ ਹੁੰਦਾ ਥਰਬਾ ਮਾਜਰਾ, ਅਤੇ ਲੋਕ ਟੀ ਸੀਰੀਜ਼ 'ਚ ਕੈਸਟ ਕਰਾਉਣ ਵਾਸਤੇ ਜਾਂ CD ਕਰਾਉਣ ਵਾਸਤੇ ਬੜਾ ਯਤਨ ਕਰਦੇ ਸੀ, ਅਪਰੋਚ ਕਰਦੇ ਸੀ, ਖਰਚਾ ਕਰਕੇ ਉਹਨਾਂ ਨੂੰ ਮਾਸਟਰ ਵੀ ਬਣਾ ਕੇ ਦਿੰਦੇ ਸੀ। ਮੈਨੂੰ ਉਹਨਾਂ ਦੇ ਜਿਹੜੇ ਮਾਲਕ ਸੀ ਉਹ 3 ਵਾਰੀ ਮੈਨੂੰ ਉੱਥੇ ਮਿਲੇ, ਅਤੇ ਮੈਨੂੰ ਉਹਨਾਂ ਨੇ ਇਹ ਗੱਲ ਕਹੀ, ਬਾਬਾ ਜੀ आप दिल्ली आओ, आप CD कराओ, जैसे आप कहेंगे वैसे ही हो जाएगा। उन्होंने कहने का भाव जी जे तुसीं पैसे लैने ने असीं तुहानूं पैसे भी दे देंगे। पर मेरा क्योंकि प्रोग्रामां दा शेड्यूल बहुत बिजी सी, कुछ मैं नौकरी करदा सी, मेरा नौकरी ते होना भी जरूरी हुंदा सी। मेरे वो दिन मैनूं इदां हुंदा सी मैं नौकरी करनी आ, बार एतवार जां छुट्टी वाले दिन फिर प्रोग्राम होना, तो फिर परिवारक जिम्मेवारियां सी जिहड़ियां कबीलदारी विच 4 भैणां ने मेरियां, 3 भूआ, जिथे भी दुख दे सुख दे जाना, तो उंज स्टेज का बुलारा करके पिंड विच भी जे कोई साझा काम आ उहदे विच भी, जां कोई दुख सुख खुशी गमी का समागम आ उहदे विच भी हरेक बंदे ने चाहना भी मैं हाज़री भरां। तो उस करके मैं टी सीरीज़ का वो लाहा नहीं लै सकिया जिहड़ा मैनूं लैना बनदा सी। तो इस संबंध विच मैनूं भाई पिंदरपाल सिंह होरां ने मेरे ते एक शिकवा भी कीता। बहुत मुहब्बत करते हैं, मैनू सब नूं करते हैं, मैनू भी करते हैं। तो वो मैनू कहते भी तू मीडिया वाल ध्यान नहीं दिंदा। मैनू उन्होंने ये गल कही भी तू मीडिया वाल ध्यान क्यों नहीं, बेध्याना। उदों मैं मतलब गल जिवें सरसरी आपां भरा भरा कर ले हुंदे मैं सारता, लेकिन मैनू लगदा सी भी मैनू होर तवज्जो इहदे पासे देनी चाहिदी सी। ते हुण भी मेरे कोल मतलब ਵੱਖ-ਵੱਖ चैनलों दी ऑफरां ने। PTC चैनल उन्होंने मैनू PTC सिमरन जिहड़ा उन्होंने वालों साहब परमजीत सिंह सानी ने वो बार बार उन्होंने मैनू कितनी बार फोन करके भी तुसीं आओ रिकॉर्डिंग कराओ। कारण की बनते हैं वो वक्री गल आ, पर वो इस पासे नूं हाले मैं मतलब चैनलों वालों रूटीन वो चाहते नहीं मैं लगातार मेरे प्रोग्राम चलते रहन, तो मैं हाले वो रिकॉर्डिंग नहीं करा सकिया। उन कुल मिला के मेरिया 40 क कैसटां CDs आडियो वीडियो ਤੇ ਇੰਨੀਆਂ ਕੁ ਹੋਣਗੀਆਂ। ਗਿਆਨੀ ਜੀ, ਜਦ ਅਸੀਂ ਤੁਹਾਡੀ ਢਾਡੀ ਕਲਾ ਦੀ, ਤੁਹਾਡੇ ਅੰਦਾਜ਼ ਦੀ, ਤੁਹਾਡੀ ਪੇਸ਼ਕਾਰੀ ਦੀ ਗੱਲ ਕਰਦੇ ਹਾਂ, ਤੇ ਤੁਹਾਡੀ ਪੇਸ਼ਕਾਰੀ ਵਾਕਿਆ ਹੀ ਜਿਹੜੇ ਤੁਹਾਡੇ ਸਮਕਾਲੀ ਸਨ ਜਾਂ ਅਜੋਕੇ ਦੌਰ ਵਿੱਚ ਵੀ ਸਭ ਤੋਂ ਵਿਲੱਖਣ ਹੈ। ਤੁਸੀਂ ਇਤਿਹਾਸ ਦੇ ਨਾਲ ਨਾਲ ਗੁਰਮਤਿ ਸਿਧਾਂਤ ਨੂੰ ਬੜਾ ਇਤਿਹਾਸ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਮਿਲਾ ਕੇ ਪੇਸ਼ ਕਰਦੇ ਹੋ,
ਤੇ ਇਹ ਪ੍ਰਭਾਵਸ਼ਾਲੀ ਵੀ ਰਹਿੰਦਾ ਤੇ ਇੰਨਾ ਲੰਬਾ ਸਮਾਂ ਤੁਹਾਡੇ ਢਾਡੀ ਜਗਤ ਵਿੱਚ ਸਰਮੌਰ ਢਾਡੀ ਬਣੇ ਰਹਿਣ ਦਾ ਇੱਕ ਰਾਜ ਵੀ ਹੈ। ਤੇ ਤੁਸੀਂ ਜਿਹੜਾ ਨਵੇਕਲਾ ਪੱਖ ਲੈ ਕੇ ਆਂਦਾ ਆਪਣੀ ਪੇਸ਼ਕਾਰੀ ਵਿੱਚ, ਆਪਣੇ ਸਟੇਜ ਦੇ ਭਾਸ਼ਣ ਵਿੱਚ, ਤੇ ਤੁਹਾਡਾ ਮਤਲਬ ਇਹ ਸੋਚ ਤੁਹਾਨੂੰ ਕਿੱਥੋਂ ਪੈਦਾ ਹੋਈ ਕਿ ਨਾਲ ਇਤਿਹਾਸ ਦੇ ਗੁਰਮਤਿ ਸਿਧਾਂਤ ਨੂੰ ਪੇਸ਼ ਕਰਨਾ ਚਾਹੀਦਾ? ਮੈਂ ਉਹ ਜਿੱਥੋਂ ਆਪਾਂ ਸਾਹਿਤਕ ਮੱਸ ਦੀ ਗੱਲ ਕਰਦੇ ਆ ਨਾ, ਜਦੋਂ ਕੋਈ ਵੀ ਤੁਸੀਂ ਲਿਖਤ ਪੜ੍ਹਦੇ ਹੋ ਉਹਦੇ ਵਿੱਚ ਇੱਕ ਮਿਸ਼ਨ ਹੁੰਦਾ। ਉਹ ਲਿਖਤ ਜਿਹੜੀ ਚਾਹੇ ਕਹਾਣੀ ਆ ਚਾਹੇ ਕੋਈ ਨਾਵਲ ਆ, ਇੱਕ ਹੁੰਦਾ ਉਹਦਾ ਕਥਾਨਕ ਪੱਖ, ਕਥਾ ਵਾਲਾ ਪੱਖ ਰੌਚਕ ਬਣਾ ਦੇਣਾ। ਇੱਕ ਹੁੰਦਾ ਉਹਦੇ ਵਿੱਚ ਕੋਈ ਮੈਸੇਜ ਕਨਵੇ ਕਰਨਾ, ਕੋਈ ਸੁਨੇਹਾ ਛੱਡਣਾ, ਚਾਹੇ ਉਹ ਵਿਅੰਗਾਤਮਕ ਢੰਗ ਨਾਲ ਛੱਡਤਾ, ਚਾਹੇ ਤੁਸੀਂ ਉਹਨੂੰ ਫਿਲਾਸਫੀ ਦੇ ਢੰਗ ਨਾਲ ਛੱਡਤਾ। ਮੈਂ ਸਮਝਦਾ ਸੀ ਗੁਰਮਤ ਆ ਜਿਹੜਾ, ਇਹਦੇ ਵਿੱਚ ਕੋਈ ਇੱਕ ਮਿਸ਼ਨ ਆ। ਇਤਿਹਾਸ ਦੀ ਪੇਸ਼ਕਾਰੀ ਕਰਨੀ ਠੀਕ ਹੈ, ਇਤਿਹਾਸ ਉਹ ਲੋਕਾਂ ਨੂੰ ਲਗਭਗ ਯਾਦ ਹੁੰਦਾ, ਲੇਕਿਨ ਉਹਦੇ ਵਿੱਚ ਕੁਛ ਐਸੀ ਚੀਜ਼ ਐਡ ਕਰ ਦੇਣੀ ਜਿਹੜੀ ਤੁਹਾਡੇ ਅੰਦਰ, ਤੁਹਾਡੇ ਮਨ ਨੂੰ ਟੁੰਬ ਜਵੇ ਅਤੇ ਤੁਹਾਡੇ ਅੰਦਰ ਉਸ ਗੱਲ ਦੀ ਰੌਚਕਤਾ ਪੈਦਾ ਕਰ ਦੇਵੇ। ਮੈਂ ਸਮਝਦਾ ਸੀ ਇਹ ਹੋਣੀ ਚਾਹੀਦੀ ਆ। ਇਹ ਤੋਂ ਬਿਨਾਂ ਸਾਡੀ ਗੱਲ ਆ ਜਿਹੜੀ ਉਹ ਪੂਰੀ ਨਹੀਂ ਹੋਣੀ। ਜਿੰਨਾ ਚਿਰ ਅਸੀਂ ਸੰਗਤ ਦੇ ਵਿੱਚ ਕੋਈ ਪਤਾ ਨਹੀਂ, ਕੋਈ ਬੰਦਾ 5ਵੀਂ ਦਾ ਵਿਦਿਆਰਥੀ, ਉਹਦਾ ਲੈਵਲ ਦਿਮਾਗੀ 5ਵੀਂ ਦੇ ਪੱਧਰ ਦਾ, ਕਿਸੇ ਦਾ PhD ਦੇ ਪੱਧਰ ਦਾ, ਮੈਂ ਬੋਲਣ ਲੱਗਿਆ, ਮੈਂ ਫਿਰ ਦੇਖਣਾ ਸੰਗਤ ਨੂੰ ਬਾਜ ਕੇ ਵੀ ਇਹਨਾਂ ਦਾ ਲੈਵਲ ਕੀ ਆ, ਅਤੇ ਉਹ ਅਨੁਮਾਨ ਲਾ ਕੇ ਮੈਂ ਉੱਦਾਂ ਦੇ ਪ੍ਰਸੰਗ ਦੀ ਚੋਣ ਕਰਨੀ ਆ। ਸਟੇਜ 'ਤੇ ਜਾਣ ਤੱਕ ਮੈਂ ਫਾਈਨਲ ਨਹੀਂ ਕਈ ਵਾਰੀ ਕਰਦਾ ਵੀ ਮੈਂ ਕੀ ਗਾਉਣਾ। ਪਹਿਲੀ ਕਵਿਤਾ ਫਾਈਨਲ ਕਰਕੇ ਸਾਥੀਆਂ ਨੂੰ ਤੋਰ ਦੇਣਾ ਵੀ ਤੁਸੀਂ ਆਹ ਗਾਓ। ਉਂਝ ਕਹਿਣਾ ਵੀ ਆ 2-3 ਪ੍ਰਸੰਗ ਹੋਣਗੇ ਇਹਦੇ ਵਿੱਚੋਂ, ਕਿਉਂਕਿ ਪਹਿਲੇ ਜਿਹੜੇ ਜੈਸੇ ਲੱਗੇ ਹੁੰਦੇ ਨੇ ਮੈਂ ਕੰਨ ਕਰਕੇ ਉਹਨਾਂ ਵੱਲ ਸੁਣਦਾ ਰਹਿਣਾ ਵੀ ਇਹ ਕੀ ਸ਼ੁਰੂ ਕਰ ਰਹੇ ਨੇ। ਅਤੇ ਫਿਰ ਉੱਧਰੋਂ ਜੋ ਵੀ ਮੈਂ ਫਿਰ ਸਟੇਜ 'ਤੇ ਖੜ੍ਹ ਕੇ ਮੈਂ ਅਕਸਰ ਦਰਸ਼ਨ ਦੇ ਕੰਨ ਵਿੱਚ ਕਹਿੰਦਾ ਸੀ ਅਤੇ ਵੀ ਆਹ ਪ੍ਰਸੰਗ ਕਰ ਲਓ। ਅਤੇ ਇੱਦਾਂ ਹੀ ਦੂਜਾ ਜਿਹੜਾ ਮਤਲਬ ਹੁਣ ਮੇਰੇ ਸਾਥੀ ਨੇ ਭਾਈ ਹਰਦੀਪ ਸਿੰਘ ਖਹਿਰਾ ਗਿੱਦੜਵਿੰਡੀ, ਤੁਹਾਡੇ ਆਪਣੇ ਨਗਰ ਦੇ ਨੇ, ਅਤੇ ਸਰੰਗੀ 'ਤੇ ਭਾਈ ਸਤਨਾਮ ਸਿੰਘ ਲਾਲੀ ਬੀਲਾ, ਅਤੇ ਦੂਜੇ ਢਾਡੀ ਸਾਥੀ ਭਾਈ ਬੂਟਾ ਸਿੰਘ ਮਰਦਾਨੇ ਕੇ, ਭਾਈ ਰੂਪੇ ਤੋਂ। ਹੁਣ ਹਰਦੀਪ ਨੂੰ ਮੈਂ ਕੰਨ 'ਚ ਕਹਿਣਾ ਵੀ ਆਹ ਪ੍ਰਸੰਗ ਦੀ ਆਹ ਤੁਸੀਂ ਕੱਢਣੀ ਆ। ਅਤੇ ਮੈਂ ਜਾਣੀ ਸਟੇਜ ਉੱਤੇ ਮੌਕੇ ਮੁਤਾਬਕ ਇਹਨੂੰ ਤੁਸੀਂ ਇਲਹਾਮ ਵੀ ਕਹਿ ਸਕਦੇ ਹੋ, ਕੁਦਰਤ ਦਾ ਇਲਹਾਮ ਵੀ। ਮੇਰੇ ਇਹਨਾਂ ਦੇ ਕਵਿਤਾ ਗਾਉਂਦੇ ਗਾਉਂਦੇ ਮੇਰੇ ਜ਼ਿਹਨ 'ਚ ਆ ਜਾਣੀ ਹੈ ਗੱਲ ਵੀ ਅਸੀਂ ਆਹ ਚੀਜ਼ ਗਾਈਏ, ਅਤੇ ਫਿਰ ਮੈਂ ਉਹ ਪ੍ਰਸੰਗ ਦੀ ਚੋਣ ਵਿੱਚ ਕੁਦਰਤ ਕਰਵਾ ਲੈਂਦੀ ਹੈ ਅਤੇ ਮੈਂ ਉਹਨੂੰ ਪੇਸ਼ ਕਰਦਾ ਅਤੇ ਲੋਕਾਂ ਵਿੱਚੋਂ ਪ੍ਰਵਾਨ ਹੁੰਦਾ। ਗਿਆਨੀ ਜੀ, ਜਦ ਅਸੀਂ ਪ੍ਰਸੰਗ ਦੀ ਗੱਲ ਕਰਦੇ ਹਾਂ ਤਾਂ ਪ੍ਰਸੰਗ ਦੇ ਵਿੱਚ ਕਵਿਤਾ ਚਾਹੀਦੀਆਂ ਹੁੰਦੀਆਂ ਨੇ। ਤੁਸੀਂ ਆਪ ਬਹੁਤ ਕਮਾਲ ਦੇ ਕਵੀ ਹੋ। ਅੱਜ ਤੁਹਾਡੇ ਜਥੇ ਤੋਂ ਇਲਾਵਾ ਹੋਰ ਜਥੇ ਵੀ ਤੁਹਾਡੀ ਕਵਿਤਾ ਗਾਉਣੀ ਪਸੰਦ ਕਰਦੇ ਨੇ, ਪਰ ਜਦੋਂ ਸ਼ੁਰੂਆਤੀ ਦੌਰ ਵਿੱਚ ਤੁਸੀਂ ਆਪਣੇ ਤੋਂ ਬਿਨਾਂ, ਜਦ ਤੁਸੀਂ ਕਵਿਤਾ ਨਹੀਂ ਲਿਖਦੇ ਸੀ, ਕਿਹੜੇ ਕਿਹੜੇ ਲੇਖਕਾਂ ਨੂੰ, ਕਵੀਆਂ ਨੂੰ ਗਾਇਆ, ਅਤੇ ਕੀ ਤੁਸੀਂ ਜਿਨ੍ਹਾਂ ਨੂੰ ਉਦੋਂ ਗਾਇਆ ਅੱਜ ਵੀ ਤੁਸੀਂ ਉਹਨਾਂ ਦੀ ਕਵਿਤਾ ਨੂੰ ਗਾਉਂਦੇ ਹੋ? ਕਿਉਂਕਿ ਅੱਜ ਤੁਸੀਂ ਬਹੁਤ ਵੱਡੇ ਕਵੀ ਹੋ, ਲੋਕ ਤੁਹਾਡੇ ਤੋਂ ਲਿਖਵਾਉਂਦੇ ਨੇ। ਕੀ ਤੁਸੀਂ ਅੱਜ ਵੀ ਉਹ ਪੁਰਾਣੀਆਂ ਗਾਈਆਂ ਹੋਈਆਂ, ਕਿਸੇ ਦੀਆਂ ਲਿਖੀਆਂ ਹੋਈਆਂ ਕਿਸੇ ਹੋਰ ਕਵੀ ਦੀਆਂ ਕਵਿਤਾਵਾਂ ਆਪਣੇ ਜਥੇ ਨੂੰ ਗਾਉਣ ਲਈ ਕਹਿੰਦੇ ਹੋ? ਜਦੋਂ ਮੈਂ ਸ਼ੁਰੂ ਕੀਤਾ ਉਦੋਂ ਮੈਨੂੰ ਨਾ ਬਹੁਤੇ ਪ੍ਰਸੰਗ ਸੀ ਮੇਰੇ ਕੋਲ। ਇਹ ਸਾਰਾ ਜਿਹੜਾ ਕੰਮ ਸੀ ਇਹ ਮੇਰੇ ਸਾਥੀਆਂ ਦੇ ਹਿੱਸੇ ਦਾ ਸੀ। ਉਹਨਾਂ ਕੋਲ ਜਿਹੜਾ ਮੈਟਰ ਆ, ਉਹਨਾਂ ਵਿੱਚ ਪੰਛੀ ਸਾਹਿਬ ਦੀਆਂ ਲਿਖਤਾਂ ਸੀ, ਸ਼ਾਂਤ ਜੀ ਦੀਆਂ ਲਿਖਤਾਂ ਸੀ, ਮੁਖਤਿਆਰ ਸਿੰਘ ਤੂਫਾਨ ਬੀਲਾ ਜੀ ਦੀਆਂ ਲਿਖਤਾਂ ਸੀ, ਕਰਨੈਲ ਸਿੰਘ ਪਾਰਸ ਜੀ ਹੋਵੇ ਇਹ ਪਰਮਾਤਮਾ, ਉਹਨਾਂ ਦੀਆਂ ਲਿਖਤਾਂ ਸੀ। ਉਹ ਮੈਟਰ, ਕਿਉਂਕਿ ਉਹ ਢਾਡੀ ਮੇਰੇ ਨਾਲ ਸੀਨੀਅਰ ਸੀ, ਉਹਨਾਂ ਕੋਲ ਜੋ ਮੈਟਰ ਸੀ ਅਤੇ ਉਹ ਸ਼ੁਰੂਆਤ ਉਹਨਾਂ ਨੇ ਕੀ ਕਰਨਾ। ਹਰਚੰਦ ਸਿੰਘ ਜਾਂਗਪੁਰੀ ਦੀਆਂ ਕੁਝ ਰਚਨਾਵਾਂ ਸੀ, ਕਿਉਂਕਿ ਜਿਹੜਾ ਉਹਨਾਂ ਨੂੰ ਮੈਟਰ ਯਾਦ ਹੁੰਦਾ ਸੀ ਉਹ ਸ਼ੁਰੂ ਕਰਦੇ ਸੀ। ਪ੍ਰਸੰਗ ਵੀ ਉਹਨਾਂ ਨੇ ਦੱਸਣਾ ਵੀ ਆਪਾਂ ਆਹ ਗਾ ਦਿਓ। ਤੁਸੀਂ ਪਹਿਲੀ ਵਾਰੀ ਤੁਸੀਂ ਨਹੀਂ ਆਪਣੇ ਜਥੇ ਨੂੰ ਡਰਾਈਵ ਕਰ ਸਕਦੇ ਜਦੋਂ ਤੁਸੀਂ ਬਣਦੇ ਹੋ। ਉਹ ਮੇਰੇ ਨਾਲ ਸੀਨੀਅਰ ਸੀ, ਉਹ ਤਾਂ 10-10 ਸਾਲ, 12-12, 15-15 ਸਾਲ ਮੈਨੂੰ ਮਤਲਬ ਉਮਰ 'ਚ ਭਾਵੇਂ ਬਹੁਤੇ ਵੱਡੇ ਨਾ ਹੋਣ, ਪਰ ਉਹਨਾਂ ਦਾ ਪ੍ਰੈਕਟੀਕਲ ਬਹੁਤ ਸੀ। ਪਹਿਲਾਂ ਉਹਨਾਂ ਦੀ ਉਹ ਚੋਣ ਸੀ ਸਾਰੀ। ਜਦੋਂ ਫਿਰ ਸਾਨੂੰ ਲੱਗਿਆ ਵੀ ਨਵਾਂ ਵੀ ਹੋਣਾ ਚਾਹੀਦਾ, ਪੈਰ ਟਿਕਣ ਲੱਗ ਗਏ, ਕੈਸਟਾਂ ਰਿਕਾਰਡ ਹੋਣ ਲੱਗ ਗਈਆਂ, ਫਿਰ ਮੈਂ ਆਪ ਲਿਖਣਾ ਸ਼ੁਰੂ ਕੀਤਾ। ਅਤੇ ਮੇਰੀ ਲਿਖਤ ਵੀ ਹੈ ਜਿਹੜੀ ਮਤਲਬ ਮੈਂ ਇੱਦਾਂ ਨਹੀਂ ਵੀ ਮੈਂ ਕੋਈ ਮੰਨ ਕੇ ਲਿਖਿਆ, ਮੇਰੀ ਮਜਬੂਰੀ ਵਿੱਚੋਂ ਮੇਰੀ ਕਵਿਤਾ ਨਿਕਲੀ। ਉਹ ਮਜਬੂਰੀ ਤੁਹਾਡੀ ਕੀ ਸੀ? ਮਜਬੂਰੀ ਵੀ ਕੋਈ ਨਵੀਂ ਚੀਜ਼ ਲੋਕਾਂ ਨੂੰ ਸੁਣਾਈ ਜਾਵੇ, ਸੰਗਤ ਨੂੰ ਨਵੀਂ ਚੀਜ਼ ਸੁਣਾਈ ਜਾਵੇ। ਪੜ੍ਹਿਆ ਜਿਹੜਾ ਉਹਨੂੰ ਫਿਰ ਮੈਂ ਮਤਲਬ ਕਵਿਤਾ ਰੂਪ ਵਿੱਚ ਲਿਖਣਾ ਸ਼ੁਰੂ ਕੀਤਾ ਅਤੇ ਫਿਰ ਗਾਇਆ। ਅੱਜ ਵੀ ਮੇਰੇ ਸਾਥੀ ਨੇ ਜਿਹੜੇ ਜਿਨ੍ਹਾਂ ਦਾ ਮੈਂ ਜ਼ਿਕਰ ਪਹਿਲਾਂ ਕਰਕੇ ਆਇਆ, ਅਤੇ ਬਹੁਤੀਆਂ ਰਚਨਾਵਾਂ ਅਸੀਂ ਆਪਣੀਆਂ ਗਾਉਂਦੇ ਹਾਂ, ਪਰ ਫਿਰ ਵੀ ਮੈਨੂੰ ਜੇ ਕੋਈ ਮੈਨੂੰ ਲੱਗੇ ਵੀ ਆਹ ਮਿਆਰੀ ਰਚਨਾ, ਮੈਂ ਹੱਸ ਕੇ, ਮੁੰਡਾ ਤੁਹਾਡੇ ਪਿੰਡੋਂ ਹਰਦੀਪ ਮੇਰਾ ਸਾਥੀ, ਅਤੇ ਉਹ ਜੇ ਕੋਈ ਰਚਨਾ ਲਿਖਦਾ ਮੈਂ ਉਹਨੂੰ ਉਤਸ਼ਾਹਿਤ ਕਰਦਾ ਰਹਿਣਾ ਵੀ ਕੋਈ ਵੀ ਰਚਨਾ ਜੇ ਵਧੀਆ ਰਚਨਾ ਤਾਂ ਉਹਨੂੰ ਰਿਕਾਰਡ ਕਰਾਓ, ਨਵੇਂ ਬੱਚਿਆਂ ਨੂੰ ਐਪਰੀਸ਼ੀਏਟ ਕਰੋ, ਪਰ ਕਵਿਤਾ ਵਿੱਚ ਕੁਛ ਹੋਣਾ ਚਾਹੀਦਾ। ਅਤੇ ਇਸ ਤਰੀਕੇ ਨਾਲ ਜੇ ਅੱਜ ਵੀ ਕੋਈ ਮੇਰੇ ਸਾਥੀਆਂ ਨੂੰ ਲੋੜ ਪੈਂਦੀ ਆ ਵੀ ਆਪਾਂ ਨੇ ਇੱਥੇ ਗਾਉਣਾ ਆਹ, ਅਤੇ ਗਾ ਲਈਦਾ। ਅਦਰਵਾਈਜ਼ ਵੈਸੇ
ਹੁਣ ਮੈਂ ਆਪਣੇ ਗਾਉਣਾ ਜ਼ਿਆਦਾ। ਜੀ ਗਿਆਨੀ, ਜਦ ਕਵਿਤਾ ਦੀ ਗੱਲ ਚੱਲਦੀ ਹੈ ਤੇ ਤੁਸੀਂ ਕਵਿਤਾ ਦੇ ਵਿੱਚ ਜਿਹੜੀਆਂ ਵੰਨਗੀਆਂ ਲਿਖੀਆਂ ਉਹ ਕੀ ਮੁੱਖ ਰੱਖ ਕੇ ਲਿਖੀਆਂ? ਜਿਹੜੀਆਂ ਸੰਗੀਤ ਦੀਆਂ ਧੁਨਾਂ ਸਨ, ਇੱਕ ਤਾਂ ਪੁਰਾਣੀਆਂ ਢਾਡੀ ਤਰਜ਼ਾਂ ਨੇ ਤੇ ਇੱਕ ਨਵੀਨ ਤਰਜ਼ਾਂ ਜਿਹੜੀਆਂ ਮੌਕੇ ਮੁਤਾਬਕ ਚੱਲਦੀਆਂ ਨੇ, ਤੇ ਤੁਸੀਂ ਕੀ ਲਿਖਿਆ? ਆਮ ਤੌਰ 'ਤੇ ਆਖਿਆ ਜਾਂਦਾ ਕਿ ਭਮੱਦੀ ਸਾਹਿਬ ਉਹਨਾਂ ਨੇ, ਉਹਨਾਂ ਦੇ ਜੱਥੇ ਨੇ ਤਰਜ਼ਾਂ ਬਹੁਤ ਗਾਈਆਂ ਨੇ, ਪਰ ਅਸਲੀਅਤ ਕੀ ਹੈ? ਜਿੱਥੋਂ ਤੱਕ ਮਤਲਬ ਇੱਕ ਸ਼ਬਦ ਵਰਤਿਆ ਜਾਂਦਾ ਢਾਡੀ ਰਾਗ, ਮੈਂ ਇਹਦੇ ਨਾਲ ਮੁਤਫਿਕ ਨਹੀਂ। ਇਹਦੇ ਸੰਬੰਧ ਵਿੱਚ ਮੈਂ ਇੱਕ 12 ਪੰਨਿਆਂ ਦਾ ਲੇਖ, ਮੇਰੀ ਕਿਤਾਬ ਆ ਰਹੀ ਆ ਢਾਡੀਆਂ ਦੇ ਅੰਗ ਸੰਗ, ਉਹਦੇ ਵਿੱਚ ਛਪਾਇਆ। ਲੇਖ ਵੱਡਾ ਸੀ, ਇਸ ਕਰਕੇ ਅਖਬਾਰ ਉਹਨੂੰ ਛਾਪਣ ਤੋਂ ਸਮਰੱਥਾ ਪ੍ਰਗਟਾ ਕੇ ਗੁਰਮਤਿ ਵਿੱਚ ਢਾਡੀ ਰਾਗ ਅਤੇ ਹਕੀਕਤ। ਗੁਰਮਤਿ ਦੀਆਂ ਜਿਹੜੀਆਂ, ਗੁਰਮਤਿ ਵਿੱਚ ਅਸੀਂ ਸ਼ਬਦ ਪ੍ਰਧਾਨ ਚੀਜ਼ ਆ, ਸ਼ਬਦ ਰਾਹੀਂ ਮੈਸੇਜ ਆ। ਰਾਗ ਨੂੰ ਜਦੋਂ ਅਸੀਂ ਇਹਦੇ ਸ਼ਬਦ ਦੀ ਹੱਥ ਲੱਭਾਂਗੇ, ਉਹ ਆ ਜਾਊਗਾ ਧੁਨ, ਲੈ। ਉਹ ਕਿਉਂਕਿ ਮੈਨੂੰ ਸਮਝ ਸੀ ਸੁਰ ਦੀ, ਅਤੇ ਮੈਂ ਚਾਹੁੰਦਾ ਸੀ ਵੀ ਉਹ ਸੁਰ ਦੇ ਵਿੱਚ ਜਿਹੜੀ ਚੀਜ਼ ਲਿਖੀ ਜਾਣੀ ਆ, ਉਹ ਤੁਸੀਂ ਕੋਈ ਵੰਨਗੀ ਗਾ ਦਿਓ। ਜਿਹੜੇ ਇਹ ਪੱਖ ਨੇ ਜਿਨ੍ਹਾਂ ਨੂੰ ਅਸੀਂ ਬੈਂਤ ਕਹਿ ਦਿੰਦੇ ਹਾਂ, ਇਹ ਸਾਹਿਤਕ ਪੱਖ ਆ, ਕਵਿਤ ਸਾਹਿਤਕ ਪੱਖ ਆ, ਕਲੀ ਸਾਹਿਤਕ ਪੱਖ ਆ। ਛੰਦ ਨੇ ਜਿਹੜੇ ਸਾਹਿਤ ਦੇ ਵਿੱਚ ਆਉਂਦੇ ਨੇ, ਜਿੰਨੇ ਵੀ ਛੰਦ ਨੇ, ਇਹਨੂੰ ਸਾਹਿਤ ਵਿੱਚ ਅਸੀਂ ਲਵਾਂਗੇ। ਅਤੇ ਇਹ ਇਸ ਕਰਕੇ ਜਿਹੜਾ ਇਹ ਗੀਤ ਨੇ, ਇਹ ਸਾਡੇ ਜੀਵਨ ਦਾ ਇੱਕ ਪਾਰਟ ਨੇ। ਜਿਹੜੀ ਗੱਲ ਗੀਤ ਲਿਖਣ ਦੀ ਚੱਲਦੀ ਆ ਵੀ ਮੈਂ ਗੀਤ ਲਿਖੇ, ਹੈ ਨਾ, ਮੇਰਾ ਇਹ ਮੰਨਣਾ, ਮੈਂ ਅੜਵਾਈ ਨਹੀਂ ਕਰਦਾ। ਕੋਈ ਬੰਦਾ ਦਲੀਲ ਨਾਲ ਮੈਨੂੰ ਸਮਝਾ ਦੇਵੇ ਵੀ ਤਰਜ ਅਸ਼ਲੀਲ ਕਿਵੇਂ ਹੁੰਦੀ ਆ। ਮਿਊਜ਼ਿਕ ਕਦੇ ਅਸ਼ਲੀਲ ਨਹੀਂ ਹੁੰਦਾ, ਸ਼ਬਦ ਅਸ਼ਲੀਲ ਹੁੰਦੇ ਨੇ, ਜਾਂ ਤੁਹਾਡੇ ਇਸ਼ਾਰੇ ਅਸ਼ਲੀਲ ਹੁੰਦੇ ਨੇ, ਕੋਈ ਸਾਜ਼ ਅਸ਼ਲੀਲ ਨਹੀਂ ਹੁੰਦਾ। ਜੇ ਮਿਊਜ਼ਿਕ ਦੇ ਵਿੱਚ ਤੁਸੀਂ ਉਹਦੀ ਲੈ ਕੋਈ ਬਣਾਈ ਆ, ਕੋਈ ਬੰਦਾ ਉਸ ਨੂੰ ਕਿੱਦਾਂ ਸੋਚਦਾ, ਮੈਨੂੰ ਆਪਾਂ ਕਿਸੇ ਨੂੰ ਰੋਕ ਨਹੀਂ ਸਕਦੇ, ਪਰ ਮੈਂ ਨਿੱਜੀ ਤੌਰ 'ਤੇ ਸੋਚਦਾ ਵੀ ਤੁਸੀਂ ਉਹਨਾਂ ਸ਼ਬਦਾਂ ਵਿੱਚ ਮੈਸੇਜ ਕੀ ਕਨਵੇ, ਮੈਸੇਜ ਕੀ ਛੱਡਿਆ। ਮੈਂ ਜਿਹੜੇ ਮੇਰੀਆਂ ਮਤਲਬ ਮੈਂ 3000 ਦੇ ਨੇੜੇ ਤੇੜੀ ਮੇਰੀ ਕੁੱਲ ਰਚਨਾ ਹੋਊਗੀ। ਮੈਂ ਪੂਰੀ ਕਦੇ ਰਿਕਾਰਡ ਤਾਂ ਨਹੀਂ ਰੱਖਿਆ, ਪਰ ਚਲੋ 2800 ਹੋ ਸਕਦੀ ਹੈ, 2900 ਹੋ ਸਕਦੀ ਹੈ, ਕਾਫੀ ਆ। ਅਤੇ ਉਹਦੇ ਵਿੱਚੋਂ 85 ਤੋਂ 90% ਤੱਕ ਉਹੀ ਨੇ ਜਿਹੜੀਆਂ ਤੁਸੀਂ, ਜਿਹਨੂੰ ਢਾਡੀ ਕਲਾ ਦੀਆਂ ਪੁਰਾਤਨ ਵੰਨਗੀਆਂ ਕਹਿੰਦੇ ਹੋ। ਹੈਰਾਨੀ ਮੈਨੂੰ ਇਸ ਗੱਲ ਦੀ ਹੁੰਦੀ ਆ ਵੀ ਜਿਹੜੀ ਮੈਂ 90% ਚੀਜ਼ਾਂ ਲਿਖੀਆਂ ਨੇ, ਉਹਦਾ ਜ਼ਿਕਰ ਨਹੀਂ ਹੋਇਆ। ਜਿਹੜੀਆਂ 10% ਲਿਖੀਆਂ ਨੇ, ਉਹਨਾਂ ਦਾ ਜ਼ਿਕਰ ਆ। ਇਹਦਾ ਕੀ ਕਾਰਨ, ਜੇ ਮੈਂ ਕਿਸੇ ਨੂੰ ਪੁੱਛਾਂ ਵੀ ਕੀ ਕਾਰਨ, ਉਹਨਾਂ ਦਾ ਜ਼ਿਕਰ ਕਿਉਂ ਹੋਇਆ? ਬਹੁਤ ਲੋਕਾਂ ਨੇ, ਉਹ 80-85% ਬੰਦਿਆਂ ਨੇ ਉਹਨਾਂ ਨੂੰ ਬਹੁਤ ਚੰਗਾ ਮੰਨਿਆ, ਉਹਨਾਂ ਨੂੰ ਅਸੈਪਟ ਕੀਤਾ, ਉਹਨਾਂ ਨੂੰ ਗਾਇਆ। 5-7% ਬੰਦੇ ਨੇ ਜਿਹੜੇ ਉਹਨਾਂ ਨੇ ਇਹਨੂੰ ਨੁਕਤਾਚੀਨੀ ਦੇ ਐਂਗਲ ਤੋਂ ਵੀ ਲਿਆ। ਹਰ ਬੰਦੇ ਦਾ ਆਪਣਾ ਅਧਿਕਾਰ ਆ, ਆਪਾਂ ਕਿਸੇ 'ਤੇ ਸ਼ਿਕਵਾ ਥੋੜ੍ਹੀ ਕਰ ਸਕਦੇ ਹਾਂ। ਹਰ ਬੰਦਾ ਆਪਣੀ ਮਰਜ਼ੀ ਦਾ ਮਾਲਕ ਆ। ਕਿਸੇ ਨੂੰ ਕੋਈ ਚੀਜ਼ ਚੰਗੀ ਲੱਗ ਸਕਦੀ ਆ, ਉਹ ਪੰਜਾਬੀ ਦੀ ਖਾਓ, ਤਾਂ ਕਿਸੇ ਨੂੰ ਮਾਹਵਾਦੀ, ਕਿਸੇ ਨੂੰ ਸਵਾਦੀ, ਤੁਹਾਡਾ ਟੇਸਟ ਆ। ਅਤੇ ਮੈਂ ਸਮਝਦਾ ਵੀ ਜਿਹੜੀ ਅਸ਼ਲੀਲਤਾ ਇਹ ਤੁਹਾਡੇ ਅੰਦਰ ਹੁੰਦੀ ਆ, ਉਹਨੂੰ ਵੀ ਕਈ ਵਾਰੀ ਤੁਹਾਡੇ ਅੰਦਰੋਂ ਪ੍ਰਗਟ ਹੁੰਦੀ ਆ, ਉਹਨੂੰ ਕਿਸੇ ਦੇ ਨਾਂ ਨਾਲ ਜੋੜ ਕੇ ਤੁਸੀਂ ਪ੍ਰਗਟ ਕਰਨ ਲੱਗ ਜਾਂਦੇ ਹੋ। ਜੇ ਤੁਹਾਡੇ ਅੰਦਰ ਗੁਰਮਤ ਆ, ਤਾਂ ਗੁਰਮਤ ਦੀ ਕਵਿਤਾ ਵਿੱਚੋਂ ਤੁਹਾਨੂੰ ਉਹ ਤਰਜ ਨਹੀਂ ਚੇਤੇ ਰਹੂ, ਤੁਹਾਨੂੰ ਸ਼ਬਦ ਚੇਤੇ ਰਹਿਣਗੇ। ਜੇ ਮੈਂ ਗਾਇਆ ਵਾਹਿਗੁਰੂ ਵਾਹਿਗੁਰੂ ਬੋਲ ਬੰਦਿਆ, ਅਤੇ ਜੇ ਹੁਣ ਤੁਸੀਂ ਇਹ ਵਾਹਿਗੁਰੂ ਵਾਹਿਗੁਰੂ ਬੋਲਣ ਦੀ ਥਾਂ 'ਤੇ ਹੋਰ ਪਾਸੇ ਜਾਓਗੇ, ਤਾਂ ਉਹਦੇ 'ਚ ਭਮੱਦੀ ਦਾ ਕੋਈ ਕਸੂਰ ਨਹੀਂ। ਗਿਆਨੀ ਜੀ, ਜਦ ਅਸੀਂ ਢਾਡੀ ਰਾਗ ਦੀ ਤੁਸੀਂ ਗੱਲ ਕੀਤੀ ਹੈ, ਆਮ ਤੌਰ 'ਤੇ ਜਿਹੜਾ ਢਾਡੀ ਕਲਾ ਦਾ ਸਰੋਤ ਹੈ, ਜਿਹੜੀਆਂ ਪੁਰਾਤਨ ਵੰਨਗੀਆਂ ਨੇ, ਜਿਸ ਤਰ੍ਹਾਂ ਆਪ ਤੁਸੀਂ ਸਾਹਿਤਕ ਪੱਖ ਦਾ ਜ਼ਿਕਰ ਕੀਤਾ, ਕਵਿਤ, ਬੈਂਤ, ਕਲੀ, ਕੋਰੜਾ, ਛੰਦ ਜਿਹੜੇ ਨੇ, ਇਹ ਸਾਹਿਤ ਦੀਆਂ ਵਿਧਾਵਾਂ ਨੇ। ਅਤੇ ਨਾਲੋਂ ਨਾਲ ਜਿਹੜੀਆਂ ਕੁਛ ਤਰਜ਼ਾਂ ਇਹੋ ਜਿਹੀਆਂ ਨੇ, ਜਿਵੇਂ ਰਸਾਲੂ ਜਾਂ ਮਿਰਜ਼ਾ ਹੈ, ਪੂਰਨ ਹੈ, ਇਹ ਸਾਰੀਆਂ ਪੁਰਾਤਨ ਕਿਰਦਾਰਾਂ ਦੇ ਨਾਮ ਉੱਪਰ ਗਾਈ ਹੋਈ ਢਾਡੀਆਂ ਦੀ ਪੁਰਾਣੀ ਗਾਇਕੀ ਹੈ। ਉਹ ਵੀ ਅਸਲ ਵਿੱਚ ਹੈ ਤਾਂ ਤਰਜ਼ਾਂ ਹੀ ਨੇ। ਢਾਡੀ ਰਾਗ ਮਤਲਬ ਉਹਨਾਂ ਲੋਕਾਂ ਦਾ, ਰਾਗ ਕਹਿਣ ਦਾ ਮਤਲਬ ਹੁੰਦਾ ਵੀ ਜਿਹੜੀਆਂ ਚੀਜ਼ਾਂ ਪੁਰਾਣੇ ਢਾਡੀ ਗਾਉਂਦੇ ਰਹੇ ਨੇ, ਉਹ ਵੰਨਗੀਆਂ। ਅਤੇ ਤੁਹਾਡਾ ਇਹਦੇ ਬਾਰੇ ਤੁਸੀਂ ਇਹਨੂੰ ਥੋੜ੍ਹੇ ਸ਼ਬਦਾਂ ਵਿੱਚ ਖੋਲ੍ਹ ਕੇ ਦੱਸਣ ਦਾ ਯਤਨ ਕਰੋ ਕਿ ਕੀ ਅਸਲ ਵਿੱਚ ਤੁਸੀਂ ਢਾਡੀ ਰਾਗ ਸ਼ਬਦ ਅਸੀਂ ਵੀ ਸਮਝਦੇ ਹਾਂ ਕਿ ਢਾਡੀ ਕੋਈ ਰਾਗ ਵੱਖਰਾ ਨਹੀਂ, ਪਰ ਪੁਰਾਣੀਆਂ ਵੰਨਗੀਆਂ ਦੀ ਪ੍ਰਤੀਨਿਧਤਾ ਕਰਦਾ ਸ਼ਬਦ ਲੋਕਾਂ ਦੇ ਜ਼ਿਹਨ ਵਿੱਚ ਬੈਠਾ। ਅਤੇ ਤੁਸੀਂ ਮਤਲਬ ਇਸ ਚੀਜ਼ ਨੂੰ ਬਹੁਤ ਵਿਸਥਾਰ ਨਾਲ ਦੱਸਿਆ। ਮੈਨੂੰ ਗੱਲ ਤੁਹਾਡੀ ਬੜੀ ਚੰਗੀ ਲੱਗੀ ਕਿ ਅਸਲ ਵਿੱਚ ਸ਼ਬਦ ਕੋਈ ਅਸ਼ਲੀਲ ਹੋ ਸਕਦਾ, ਕੋਈ ਤਰਜ਼ ਅਸ਼ਲੀਲ ਨਹੀਂ ਹੁੰਦੀ, ਭਾਂਡਾ ਕੋਈ ਵੀ ਹੋ ਸਕਦਾ, ਵਿੱਚ ਪਏ ਸ਼ਬਦਾਂ ਦਾ, ਉਹਦੇ ਵਸਤੂ ਦਾ ਮੁੱਲ ਹੈ।
ਹਾਂਜੀ, ਭਾਵੇਂ ਤੁਸੀਂ ਗੀਤ ਗਾਏ ਤੇ ਭਾਵੇਂ ਪੁਰਾਤਨ ਜਿਹੜੀਆਂ ਵੰਨਗੀਆਂ ਉਹ ਵੀ ਲਿਖੀਆਂ, ਤੁਸੀਂ ਦੱਸ ਰਹੇ ਹੋ ਕਿ ਉਹਨਾਂ ਦੀ ਗਿਣਤੀ 85 ਤੋਂ 90% ਹੈ, ਤੇ ਉਹਨਾਂ ਵੱਲ ਵੀ ਧਿਆਨ ਦੇਣਾ ਚਾਹੀਦਾ। ਗਿਆਨੀ ਜੀ, ਫਿਰ ਕਿਉਂ ਨਹੀਂ ਤੁਸੀਂ ਇਸ ਸਾਰੀ ਚੀਜ਼ ਨੂੰ, ਤੁਸੀਂ ਜਿੱਥੇ ਗਾਉਂਦੇ ਹੋ ਉੱਥੇ ਕਵਿਤਾ ਨੂੰ ਕਿਤਾਬੀ ਸ਼ਕਲ ਦੇਣ ਦਾ ਯਤਨ ਕਿਉਂ ਨਹੀਂ ਕੀਤਾ? ਕੀ ਕਾਰਨ ਤੁਸੀਂ ਬਹੁਤ ਦੇਰ ਕਰ ਦਿੱਤੀ? ਹੁਣ ਤੁਹਾਡੀਆਂ 2 ਜਿਹੜੀਆਂ ਕਿਤਾਬਾਂ ਆਈਆਂ ਨੇ, ਵੈਸੇ ਢਾਡੀ ਜਗਤ ਲਈ ਬਹੁਤ ਵੱਡਾ ਉਹ ਵਰਦਾਨ ਤੇ ਤੋਹਫਾ ਨੇ, ਪਰ ਹਾਲੇ ਤੱਕ ਤੁਹਾਡੀ ਪ੍ਰਸੰਗਾਂ ਦੀ ਕੋਈ ਕਿਤਾਬ ਨਹੀਂ ਆਈ, ਇਹਦਾ ਕੀ ਕਾਰਨ? ਮੈਂ ਹੁਣ ਇਸ ਪਾਸੇ ਤਵੱਜੋ ਦੇਣੀ ਸ਼ੁਰੂ ਕੀਤੀ ਆ, ਕਿਉਂਕਿ ਸਾਰੇ ਪ੍ਰੋਜੈਕਟ ਜਿਹੜੇ ਹੁੰਦੇ ਨੇ ਉਹ ਇੱਕੋ ਟਾਈਮ 'ਚ ਨਹੀਂ ਹੋ ਜਾਂਦੇ, ਅਤੇ ਕਿਤਾਬਾਂ ਮੈਂ ਹੁਣ ਸ਼ੁਰੂ ਕੀਤੀਆਂ ਨੇ। ਇਸ ਸਾਲ 'ਚ ਮੇਰੀਆਂ 2 ਕਿਤਾਬਾਂ, ਇੱਕ ਢਾਡੀ ਅਲੰਕਾਰਾਂ ਦੀ ਹੇ ਨਿਮਾਣਿਆਂ ਦੇ ਮਾਣ, ਉਹ ਆ ਚੁੱਕੀ ਆ, ਅਤੇ ਦੂਜੀ ਕਿਤਾਬ ਕੱਲ੍ਹ ਨੂੰ, ਜਾਣੀ ਆ ਜਿਹੜਾ ਅਕਤੂਬਰ ਮਹੀਨਾ ਚੱਲਦਾ ਇਹਦੀ 7 ਤਰੀਕ ਨੂੰ, ਅਤੇ ਉਹ ਆ ਜਾਣੀ ਆ ਮਾਰਕੀਟ ਦੇ ਵਿੱਚ। ਉਹਦੇ ਮੈਂ ਪੁਰਾਤਨ ਢਾਡੀ ਨੇ ਜਿਹੜੇ ਉਹਨਾਂ ਦਾ ਸ਼ਬਦ ਚਿੱਤਰ ਮੈਂ ਲਿਖੇ ਨੇ ਭਾਵਨਾ ਨਾਲ। ਅਤੇ ਜਿੱਥੋਂ ਤੱਕ ਤੁਸੀਂ ਇਹ ਜਿਹੜੇ ਕਿਰਦਾਰਾਂ ਦਾ ਨਾਂ ਲਿਆ, ਇਹ ਸਾਡੇ ਲੋਕ ਕਿੱਸਿਆਂ ਦੇ ਨਾਇਕ ਨੇ। ਰਸਾਲੂ ਦਾ ਜਿਹੜੀ ਅਸੀਂ ਤਰਜ਼ ਅਸੀਂ ਗਾਉਂਦੇ ਹਾਂ, ਜਿਹਨੂੰ ਅਸੀਂ ਢਾਡੀ ਰਾਗ ਕਹਿੰਦੇ ਹਾਂ, ਰਸਾਲੂ ਦਾ ਤੁਸੀਂ ਕਿਰਦਾਰ ਦੇਖੋ ਕਿੱਡਾ ਕੁ ਵਧੀਆ। ਹੀਰ ਸਾਡੀ ਲੋਕ ਕਿੱਸਿਆਂ ਦੀ ਨਾਇਕਾ, ਇਹਨੂੰ ਅਸੀਂ ਕਹਿੰਦੇ ਹਾਂ ਵੀ ਇਹ ਢਾਡੀ ਰਾਗ ਆ। ਲੇਕਿਨ ਕੀ ਕੋਈ ਸਿੱਖ ਹੈ ਜਿਹੜਾ ਕਹੇ ਮੇਰੀ ਧੀ ਹੀਰ ਬਣ ਜਾਵੇ? ਮਿਰਜ਼ਾ, ਉਹ ਸਾਡੇ ਲੋਕ ਕਿੱਸਿਆਂ ਦੇ ਨਾਇਕ ਨੇ। ਮੈਂ ਨੁਕਤਾਚੀਨੀ ਉਹਨਾਂ 'ਤੇ ਨਹੀਂ ਕਰ ਰਿਹਾ, ਕਿਉਂਕਿ ਉਹਨਾਂ ਨੇ ਆਪਣੇ ਆਪਣੇ ਖੇਤਰ ਵਿੱਚ ਜੋ ਕੀਤਾ, ਜਿਹੜੇ ਇਸ਼ਕ ਹਕੀਕੀ ਦੇ, ਇਸ਼ਕ ਮਜਾਜੀ ਦੇ ਕਿੱਸੇ ਨੇ, ਲੋਕਾਂ ਦੇ ਮਨੋਰੰਜਨ ਵਾਸਤੇ। ਜਵਾਨੀ ਦੀ ਉਮਰ ਵਿੱਚ ਤੁਹਾਡੇ ਅੰਦਰ ਪਿਆਰ ਦੀਆਂ ਭਾਵਨਾਵਾਂ ਫੁੱਟਦੀਆਂ ਨੇ, ਕਿਸੇ ਦੇ ਅੰਦਰ ਹੀਰ ਇੱਕ ਸੰਕਲਪ ਬਣਦਾ, ਕਿਸੇ ਦੇ ਅੰਦਰ ਮਿਰਜ਼ਾ ਇੱਕ ਸੰਕਲਪ ਬਣਦਾ, ਕਿਸੇ ਦੇ ਅੰਦਰ ਹੀਰ ਵਾਸਤੇ ਕੁਰਬਾਨੀ, ਮੱਝਾਂ ਚਾਰਨ ਤੱਕ ਦੀ ਕਹਾਣੀਆਂ, ਕਿਸੇ ਨੇ ਉਧਾਲ ਕੇ ਲੈ ਜਾਣ ਵਾਲੀ ਕਹਾਣੀਆਂ, ਕਿਸੇ ਨੇ ਪਹਾੜ ਚੀਰ ਕੇ ਨਹਿਰ ਕੱਢਣੀਆਂ। ਇਹ ਸਾਰੇ ਹੈ ਤਾਂ ਭਾਵਨਾਤਮਕ, ਪਰ ਉਹਨਾਂ ਦੇ ਨਾਂ 'ਤੇ ਹੀ ਇਹ ਸਾਰਾ ਕੁਛ ਅਸੀਂ ਉਹਨਾਂ ਨੂੰ ਪੱਕਾ ਮੰਨ ਕੇ, ਰਾਗ ਕਹਿ ਕੇ। ਲੇਕਿਨ ਇਹ ਹੈਗੇ ਲੋਕ ਕਿੱਸਿਆਂ ਦੇ ਨਾਇਕ, ਕਿਉਂਕਿ ਉਹਨਾਂ ਵਿੱਚ ਉਹ ਲੋਕ ਕਿੱਸੇ ਗਾਏ ਗਏ। ਰਸਾਲੂ ਜਿੱਥੇ ਗਾਇਆ ਗਿਆ ਤਾਂ ਉਹ ਅਸੀਂ ਤਰਜ਼ ਰਸਾਲੂ ਬਣਾ ਲਿਆ, ਜੇ ਸੱਸੀ ਗਾਈ ਤਾਂ ਉਹਦਾ ਤਰਜ਼ ਅਸੀਂ ਸੱਸੀ ਬਣਾ ਲਈ, ਉਹਨੂੰ ਅਸੀਂ ਢਾਡੀ ਰਾਗ ਕਿਹਾ। ਇਹ ਗੱਲ ਦਾ ਮੈਂ ਨਿਰਣਾ ਕੀਤਾ, ਉਹ ਜਿਹੜਾ ਮੈਂ ਲੇਖ ਤੁਹਾਨੂੰ ਕਿਹਾ ਨਾ, ਕਿਤਾਬ ਜਿਹੜੀ ਆਊਗੀ ਢਾਡੀਆਂ ਦੇ ਅੰਗ ਸੰਗ, ਉਹਦੇ ਵਿੱਚ ਛਪਿਆ, ਅਤੇ ਉਹਦੇ 'ਚ ਮੈਂ ਸਾਰਾ ਨਿਰਣਾ ਕੀਤਾ ਇਸ ਗੱਲ ਦਾ। ਮੈਂ ਜਾਣੀ ਮੁੜ ਕੇ ਫਿਰ ਇਸ ਗੱਲ ਦਾ ਹਾਮੀ ਹਾਂ ਵੀ ਤੁਸੀਂ ਵੱਧ ਤੋਂ ਵੱਧ ਗਿਆਨ ਆ ਜਿਹੜਾ ਗੁਰਮਤਿ ਦਾ, ਉਹ ਕਿਹਨਾਂ ਸ਼ਬਦਾਂ ਰਾਹੀਂ ਕਨਵੇ ਕਰ ਸਕਦੇ ਹੋ। ਲੋਕਾਂ ਦੇ ਅੰਦਰ ਇੱਕ ਜਾਗਰਤੀ ਪੈਦਾ ਕਰੋ, ਲੋਕ ਤੁਹਾਡੀ ਗੱਲ ਨੂੰ ਸੁਣ ਕੇ ਉਹਨੂੰ ਸੋਚਣਾ ਸ਼ੁਰੂ ਕਰਨ। ਉਹਦੇ ਇੱਕ ਥੀਮ ਹੋਵੇ ਅੰਦਰ, ਉਹਦੇ ਵਿੱਚ ਇੱਕ ਤੱਤ ਹੋਵੇ, ਇਕੱਲੀਆਂ ਗੱਲਾਂ ਨਾ ਹੋਣ। ਤੁਸੀਂ 1.5 ਘੰਟਾ ਗੱਲਾਂ ਨਾ ਕਰੋ, ਤੁਹਾਡੀ 1.5 ਘੰਟੇ ਦੀਆਂ ਗੱਲਾਂ ਵਿੱਚ ਕੋਈ ਗੱਲ ਹੋਵੇ ਜਿਹੜੀ ਨੁਕਤੇ ਦੀ ਗੱਲ ਆ, ਜਿਹੜੀ ਤੁਸੀਂ ਇੱਕ ਧਰਮ ਦਾ ਬੀਜ ਕੇ ਆਉਣਾ ਕਿਸੇ ਦੇ ਮਨ 'ਚ ਆਪਣੇ ਸ਼ਬਦਾਂ ਰਾਹੀਂ। ਉਹਦੀ ਵਿਆਖਿਆ ਕਰਦੇ ਕਰਦੇ ਤੁਸੀਂ ਇੱਕ ਸੋਚ ਕਿਸੇ ਦੇ ਅੰਦਰ ਸੁੱਟ ਕੇ ਆਉਣੀ ਆ, ਧਾਰਮਿਕ, ਗਿਆਨ ਵਰਧਕ। ਉਹ ਜਦੋਂ ਤੁਹਾਡੇ ਅੰਦਰ ਗਿਆਨ ਆ ਗਿਆ, ਉਹਨੇ ਤੁਹਾਨੂੰ ਸਾਰੇ ਪੱਖਾਂ ਤੋਂ ਕੰਪਲੀਟ ਕਰਨਾ। ਉਹਨੇ ਤੁਹਾਨੂੰ ਮਾਤਾ ਪਿਤਾ ਵਾਲਾ ਪੱਖ ਵੀ ਕੰਪਲੀਟ ਕਰਨਾ, ਉਹਨੇ ਤੁਹਾਨੂੰ ਪਤਨੀ ਵਾਲਾ ਪੱਖ ਵੀ ਕੰਪਲੀਟ ਕਰਨਾ, ਉਹਨੇ ਤੁਹਾਨੂੰ ਬੱਚਿਆਂ ਪ੍ਰਤੀ ਜ਼ਿੰਮੇਵਾਰੀ, ਉਹਨੇ ਸਮਾਜ ਪ੍ਰਤੀ ਜ਼ਿੰਮੇਵਾਰੀ, ਅਤੇ ਫਿਰ ਆਪਣੇ ਆਪ ਬਾਰੇ ਸੋਚਣਾ ਵੀ ਮੈਂ ਇਹ ਦੁਨੀਆ 'ਤੇ ਕਿਉਂ ਆਇਆ, ਕੀ ਆਹੀ ਕੰਮ ਆ ਮੇਰਾ ਜੋ ਮੈਂ ਕਰ ਰਿਹਾ, ਕਿ ਮੈਂ ਆਪਣੇ ਲਈ ਵੀ ਕੁਛ ਕਰਨਾ। ਇਹ ਗੱਲਾਂ ਸ਼ਬਦਾਂ ਰਾਹੀਂ ਉਹਨਾਂ ਤੱਕ ਪਹੁੰਚਾਉਣੀਆਂ ਨੇ। ਮੈਂ ਇਸ ਮਾਡਲ ਨੂੰ ਲੈ ਕੇ ਇਹ ਗੱਲ ਨੂੰ ਆਪਣੇ ਮਨ 'ਚ ਰੱਖ ਕੇ ਆਪਣੇ ਇਤਿਹਾਸ ਦੀ ਪੇਸ਼ਕਾਰੀ ਅਤੇ ਕਵਿਤਾ ਦੀ ਲਿਖਤ ਆ ਜਿਹੜੀ ਮੈਂ ਇਹਦੇ ਆਲੇ ਦੁਆਲੇ ਘੁਮਾਉਣਾ। ਗਿਆਨੀ ਜੀ, ਤੁਸੀਂ ਕੀ ਸਮਝਦੇ ਹੋ ਕਿ ਜਿਹੜੀਆਂ ਰਚਨਾਵਾਂ ਤੁਸੀਂ ਕੀਤੀਆਂ ਨੇ, ਭਾਵੇਂ ਉਹ ਨਵੀਨ ਤਰਜ਼ਾਂ ਨੇ, ਭਾਵੇਂ ਪੁਰਾਣੀਆਂ ਤਰਜ਼ਾਂ ਨੇ, ਕੀ ਤੁਸੀਂ ਜਿਹੜਾ ਉਹਨਾਂ ਤਰਜ਼ਾਂ ਰਾਹੀਂ ਮੈਸੇਜ ਦਿੱਤਾ? ਬੇਸ਼ੱਕ ਇੱਕ ਗੱਲ ਬੜੀ ਕਮਾਲ ਦੀ ਹੈ ਤੁਹਾਡੇ ਹਿੱਸੇ ਆਈ ਹੈ ਕਿ ਤੁਹਾਡੀ ਜਿਹੜੀ ਤਰਜ਼ ਦੀ ਚੋਣ ਹੈ ਉਹ ਬੜੀ ਕਮਾਲ ਦੀ ਹੁੰਦੀ ਹੈ ਪ੍ਰਸੰਗ ਦੇ ਮੁਤਾਬਕ, ਅਤੇ ਇਹਨਾਂ ਕਵਿਤਾ ਰਾਹੀਂ ਜਾਂ ਆਪਣੇ ਤੁਸੀਂ ਪ੍ਰਚਾਰ ਰਾਹੀਂ ਕੀ ਮਹਿਸੂਸ ਕੀਤਾ ਕਿ ਕਦੇ ਤੁਸੀਂ ਜਿਹੜੀ ਬੱਚਿਆਂ ਵਿੱਚ ਇਹ ਸੋਚ ਹੀਰ ਰਾਂਝੇ ਮਿਰਜ਼ੇ ਸਾਹਿਬਾਂ ਵਾਲੀ ਚੱਲ ਰਹੀ ਹੈ, ਇਹਨੂੰ ਕਿਸੇ ਹੱਦ ਤੱਕ ਬੰਨ੍ਹ ਮਾਰਨ ਦੀ ਕੋਸ਼ਿਸ਼ ਕੀਤੀ, ਅਤੇ ਤੁਸੀਂ ਕਿੰਨੇ ਕੁ ਕਾਮਯਾਬ ਹੋਏ ਹੋ? ਜਿੱਥੋਂ ਤੱਕ ਬੱਚਿਆਂ ਦਾ ਤਾਲੁਕ ਆ, ਉਹਨਾਂ ਦੀਆਂ ਭਾਵਨਾਵਾਂ ਜਿਹੜੀਆਂ ਹੁੰਦੀਆਂ ਨੇ ਉਹ ਬਹੁਤ ਜ਼ਿਆਦਾ ਉਤੇਜਿਤ ਹੁੰਦੀਆਂ ਨੇ। ਤੁਸੀਂ ਧਰਮ ਉਹਨਾਂ 'ਤੇ ਠੋਸ ਨਹੀਂ ਸਕਦੇ ਬਿਲਕੁਲ, ਕਿਉਂਕਿ ਉਹਨਾਂ ਭਾਵਨਾਵਾਂ ਦਾ ਮੁਕਾਬਲਾ ਤਾਂ ਕੋਈ ਬੰਦਾ ਕਰ ਹੀ ਨਹੀਂ ਨਾ ਸਕਦਾ। ਈਵਨ ਉਹਨਾਂ ਦੇ ਮਾਂ-ਬਾਪ ਨਹੀਂ ਕਰ ਸਕਦੇ, ਉਹ ਬੱਚੇ ਮਾਂ-ਬਾਪ ਤੋਂ ਬਾਗੀ ਹੋ ਜਾਂਦੇ। ਸਾਡੇ ਹਿੱਸੇ ਦੀ ਜਿਹੜੀ ਕਹਾਣੀ ਆ, ਅੱਜ ਦਾ ਜਿਹੜਾ ਸਾਡਾ ਧਰਮ ਪ੍ਰਚਾਰ ਦਾ ਵਰਗ ਕਹਿ ਸਾਰੀ, ਮੈਨੂੰ ਲੱਗਦਾ ਵੀ ਅਸੀਂ ਇੱਕ ਵਪਾਰ ਕਰ ਰਹੇ, ਅਸੀਂ ਮਿਸ਼ਨ ਲਈ ਕੰਮ ਨਹੀਂ ਕਰ ਰਹੇ। ਮੈਂ ਵੀ ਉਹਦੇ ਵਿੱਚ ਆਪਣੇ ਆਪ ਦੀ ਇਸ ਗਲਤੀ ਨੂੰ ਪ੍ਰਵਾਨ ਕਰਦਾ ਵੀ ਮੈਂ ਇਹ ਵਪਾਰੀ ਦੇ ਤੌਰ 'ਤੇ ਕਰ ਰਿਹਾ। ਹਾਂ, ਵਪਾਰੀ ਦੇ ਵਿੱਚ ਮੇਰੇ ਅੰਦਰ ਦੀ ਭਾਵਨਾ ਕੀ ਆ ਉਹ ਕੇਵਲ ਮੈਨੂੰ ਪਤਾ, ਮੈਂ ਕਿਸੇ ਨੂੰ ਨਹੀਂ ਕਹਿ ਸਕਦਾ, ਕਿਉਂਕਿ ਦੇਖਣ ਵਾਲਾ ਬੰਦਾ
ਉਸ ਨੂੰ ਕੇਵਲ ਵਪਾਰ ਮੰਨਦਾ। ਭਾਵਨਾ ਮੇਰੇ ਅੰਦਰ ਦੀ ਆ, ਉਹ ਮੇਰੇ ਸ਼ਬਦਾਂ ਵਿੱਚ ਪਈ ਆ, ਕਿਉਂਕਿ ਭਾਵਨਾ ਨੂੰ ਤੁਸੀਂ ਦੱਸ ਨਹੀਂ ਸਕਦੇ। ਭਾਵਨਾ ਤੁਹਾਡੇ ਸ਼ਬਦਾਂ ਰਾਹੀਂ ਕੀ ਸੋਚਦਾ ਬੰਦਾ, ਉਹ ਸਿਆਣੇ ਵਿਦਵਾਨਾਂ ਦਾ ਬਚਨ ਆ ਨਾ ਵੀ ਬੰਦੇ ਦੇ ਬੋਲਣ ਤੋਂ ਬਾਅਦ ਉਹਦੀ ਅਕਲ ਦਾ ਪਤਾ ਲੱਗਦਾ ਵੀ ਇਹਦੇ ਅੰਦਰ ਕੀ ਪਿਆ। ਅਤੇ ਉਹ ਜਿਹੜੀ ਗੱਲ ਆ, ਅਸੀਂ ਕਿਤੇ ਵੀ ਜੇ ਕਹੀਏ ਵੀ ਸਾਡੇ ਪ੍ਰਚਾਰ ਦਾ, ਚਾਹੇ ਜਿੰਨੇ ਅਸੀਂ ਢਾਡੀਆਂ, ਕਵੀਸ਼ਰਾਂ, ਕਥਾਵਾਚਕਾਂ, ਅਸੀਂ ਕਹੀਏ ਵੀ ਸਾਡੀ ਗੱਲਾਂ ਨੂੰ ਸੁਣ ਕੇ ਕੋਈ ਬੰਦਾ ਇੱਧਰ ਨੂੰ ਮੁੜ ਰਿਹਾ, ਬਹੁਤ ਰੇਅਰ ਚਾਂਸ। ਬਹੁਤੀ ਵਾਰੀ ਕੰਨ ਰਸ ਬਣ ਗਿਆ, ਬਹੁਤੀ ਵਾਰੀ ਵੀ ਹਾਂ ਚਲੋ ਢਾਡੀ ਲੱਗੇ ਨੇ, ਡਾਲਰ ਵੀ ਦੇਣੇ ਨੇ, ਪੈਸੇ ਵੀ ਦੇਣੇ ਨੇ, ਚਲੋ ਆਪਾਂ ਟਾਈਮ ਵੀ ਲੰਘਾਉਣਾ, ਵੀ ਆਉਣਗੇ ਰਿਸ਼ਤੇਦਾਰ ਆਉਣਗੇ, ਪਹਿਲਾਂ ਤੁਸੀਂ ਮਤਲਬ ਭੋਗ ਪੈਣ ਤੋਂ ਬਾਅਦ ਚਲੋ 2 ਘੰਟੇ ਲਾ ਦੇਣਗੇ, ਰੌਚਕ ਤਾਂ ਬਣ ਜੂਗੀ। ਅਤੇ ਉਹਦੇ ਵਿੱਚੋਂ ਜੇ ਤੁਸੀਂ ਥੋੜ੍ਹੇ ਸਰੋਤੇ ਹੁੰਦੇ ਨੇ ਜਿਹੜੇ ਸਮਝ ਰੱਖਦੇ ਨੇ, ਜਿਹੜੇ ਬਾਅਦ 'ਚ ਤੁਹਾਨੂੰ ਵਿਊਜ਼ ਦਿੰਦੇ ਨੇ। ਅਤੇ ਹਾਂ, ਜੇ ਤੁਸੀਂ ਸੁਰ ਚੁਕਾਉਂਦੇ ਹੋ, ਸੁਰ ਦਾ ਪ੍ਰਭਾਵ ਜ਼ਰੂਰ ਪੈਂਦਾ। ਜੇ ਸੁਰ ਚੁਕਾਉਂਦੇ ਹੋ ਅਤੇ ਤੁਹਾਡੇ ਸ਼ਬਦ ਵਧੀਆ ਨੇ ਤਾਂ ਨਿਰਸੰਦੇਹ ਤੁਹਾਡਾ ਪ੍ਰਭਾਵ ਪੈਂਦਾ। ਸੁਰ ਹੋਣੀ ਚਾਹੀਦੀ ਆ ਅਤੇ ਸ਼ਬਦਾਂ ਵਿੱਚ ਜਾਨ ਹੋਣੀ ਚਾਹੀਦੀ ਹੈ। ਗਿਆਨੀ ਜੀ, ਤੁਸੀਂ ਲਗਭਗ 30 ਸਾਲ ਤੁਹਾਨੂੰ ਇਸ ਖੇਤਰ ਵਿੱਚ, 30-32 ਸਾਲ ਹੋ ਗਏ ਨੇ, ਅਤੇ ਇਸ ਸਮੇਂ ਦੌਰਾਨ ਸੰਗਤ ਨੇ ਤੁਹਾਨੂੰ ਬੜਾ ਪਿਆਰ ਦਿੱਤਾ ਹੈ। ਦੌਲਤ ਅਤੇ ਸ਼ੋਹਰਤ ਦੋਨੋਂ ਚੀਜ਼ਾਂ ਤੁਹਾਨੂੰ ਮਾਲਾ ਮਾਲ ਕਰ ਗਈਆਂ, ਪਰ ਹੁਣ ਤੁਸੀਂ ਕੀ ਸਮਝਦੇ ਹੋ ਕਿ ਜਿਹੜਾ ਢਾਡੀ ਕਲਾ ਦਾ ਭਵਿੱਖ ਹੈ ਉਹ ਤੁਹਾਨੂੰ ਕਿਸ ਤਰ੍ਹਾਂ ਦਾ ਜਾਪਦਾ ਹੈ? ਜਿੱਥੋਂ ਕਿ ਸਿੱਖ ਧਰਮ ਦੀ ਗੱਲ ਕਰਦੇ ਹਾਂ, ਮੈਂ ਸਿੱਖ ਹੋਣ ਦੇ ਨਾਤੇ ਵੀ ਕਹਿਣਾ, ਅਤੇ ਵੈਸੇ ਨਿਰਪੱਖਤਾ ਨਾਲ ਵੀ ਕਹਿਣਾ ਵੀ ਇਹ ਧਰਮ ਬਹੁਤ ਆਧੁਨਿਕ ਅਤੇ ਬਿਲਕੁਲ ਜਿਹੋ ਜਿਹਾ ਧਰਮ ਹੋਣਾ ਚਾਹੀਦਾ। ਜੋ ਗੱਲਾਂ ਧਰਮ ਨੂੰ ਸਿਖਾਉਣੀਆਂ ਚਾਹੀਦੀਆਂ ਨੇ, ਇਹ ਧਰਮ ਉਹ ਗੱਲਾਂ ਸਿਖਾਉਂਦਾ। ਇਹਦਾ ਬੇਸ ਬਹੁਤ ਕਮਾਲ ਦਾ। ਇਹਦਾ ਸਿਧਾਂਤ ਆ ਸਰਬੱਤ ਦੇ ਭਲੇ ਦੀ ਗੱਲ, ਸੇਵਾ, ਨਿਮਰਤਾ, ਬੰਦਗੀ, ਪਰਮਾਤਮਾ ਦਾ ਨਿਤਨੇਮ ਅਸੀਂ ਕਰਨਾ, ਨਾਲ ਨਾਲ ਤਿਆਗ। ਅਤੇ ਅੱਜ ਇਹ ਸਾਰੀਆਂ ਗੱਲਾਂ ਜੇ ਆਪਾਂ ਪ੍ਰਚਾਰਕ ਵਰਗ ਨੂੰ ਸਾਈਡ 'ਤੇ ਰੱਖ ਦਈਏ, ਸਾਡਾ ਧਰਮ 3 ਚੀਜ਼ਾਂ 'ਚ ਘਿਰ ਕੇ ਰਹਿ ਗਿਆ। ਧਰਮ ਲਈ ਸਭ ਤੋਂ ਘਾਤਕ ਹੁੰਦਾ ਉਹ ਧਰਮ ਦਾ ਰਾਜਨੀਤੀਕਰਨ ਹੋ ਜਾਣਾ। ਧਰਮ ਲਈ ਸਭ ਤੋਂ ਘਾਤਕ ਹੁੰਦਾ ਉਹ ਧਰਮ ਦਾ ਵਪਾਰੀਕਰਨ ਹੋ ਜਾਣਾ। ਧਰਮ ਲਈ ਸਭ ਤੋਂ ਘਾਤਕ ਹੁੰਦਾ ਉਹਦਾ ਇਮਾਰਤੀਕਰਨ ਹੋ ਜਾਣਾ। ਅੱਜ ਅਸੀਂ ਇਹਨਾਂ ਤਿੰਨਾਂ ਵਿੱਚ ਹੀ ਘਿਰ ਗਏ, ਚਾਹੇ ਉਹ ਪ੍ਰਬੰਧਕ ਨੇ, ਚਾਹੇ ਉਹ ਅਸੀਂ ਪ੍ਰਚਾਰਕ ਹਾਂ। ਜਾਂ ਤਾਂ ਅਸੀਂ ਇਮਾਰਤੀਕਰਨ ਵਿੱਚ ਆ ਗਏ, ਅਸੀਂ ਇਮਾਰਤਾਂ ਨੂੰ ਧਰਮ ਮੰਨਣਾ ਪ੍ਰਵਾਨ ਕਰ ਲਿਆ, ਜਾਂ ਰਾਜਨੀਤੀ ਵਿੱਚ ਇੰਨਾ ਆ ਗਏ ਵੀ ਅਸੀਂ ਧਰਮ ਦੀ ਗੱਲ ਕਰਦੇ ਕਰਦੇ ਵਿੱਚ ਅਸਲ 'ਚ ਰਾਜਨੀਤੀ ਖੇਡ ਰਹੇ ਹਾਂ। ਗੁਰੂ ਨਾਲ ਵੀ ਰਾਜਨੀਤੀ ਅਸੀਂ ਕਰ ਲੈਂਦੇ ਹਾਂ। ਜਿੱਥੋਂ ਤੱਕ ਵਪਾਰੀਕਰਨ ਦਾ, ਪ੍ਰਬੰਧਕ ਉਹ ਵੀ ਵਪਾਰੀਕਰਨ ਕਰ ਰਹੇ ਨੇ, ਅਸੀਂ ਜਿਹੜੇ ਪ੍ਰਚਾਰਕ ਹਾਂ ਅਸੀਂ ਵੀ ਵਪਾਰ ਕਰ ਰਹੇ ਹਾਂ। ਪ੍ਰਬੰਧਕ ਕਹਿੰਦੇ ਨੇ ਵੀ ਗੋਲਕ ਵਿੱਚ ਕਿੰਨੇ ਪੈਸੇ ਕਿਵੇਂ ਆਉਂਦੇ ਨੇ। ਗੁਰਪੁਰਬ ਤੋਂ ਬਾਅਦ ਕੋਈ ਨਿਰਣਾ ਨਹੀਂ ਕੀਤਾ ਜਾਂਦਾ ਵੀ ਕਿੰਨੇ ਸਿੱਖ ਬਣੇ ਨੇ, ਕਿਹਨਾਂ ਦੇ ਅੰਦਰ ਸਿੱਖੀ ਦੀ ਭਾਵਨਾ ਪੈਦਾ ਹੋਈ ਆ, ਕਿ ਬੱਚਿਆਂ ਨੇ ਕੋਈ ਨੋਟਸ ਲਿਆ, ਕਿਸੇ ਬੱਚੇ ਨੇ ਪ੍ਰਬੰਧਕ ਨੂੰ ਕਿਹਾ ਕਿ ਵੀ ਬਹੁਤ ਵਧੀਆ ਢਾਡੀ ਸੀ, ਜਾਂ ਬਹੁਤ ਵਧੀਆ ਕਵੀਸ਼ਰ ਸੀ, ਜਾਂ ਬਹੁਤ ਵਧੀਆ ਕਥਾਵਾਚਕ ਸੀ। ਇਹ ਨਹੀਂ ਨਿਰਣਾ ਕੀਤਾ ਜਾਂਦਾ। ਇੱਕੋ ਹੀ ਗੱਲ ਹੁੰਦੀ ਆ ਵੀ ਇਸ ਗੁਰਪੁਰਬ 'ਤੇ ਪੈਸੇ ਕਿੰਨੇ ਬਚੇ ਨੇ। ਮੈਂ ਪ੍ਰਬੰਧਕ ਵੀ ਰਿਹਾ, ਉਦੋਂ ਇਹ ਹੁੰਦਾ ਵੀ ਇੱਕ ਦੀ ਗੋਲਕ ਕਿੰਨੀ ਨਿਕਲੀ ਆ, ਜਾਂ ਨਗਰ ਕੀਰਤਨ ਕਰਾਇਆ ਵੀ ਕਿੰਨੇ ਪੈਸੇ ਬਚੇ, ਸਮਝ ਹੀ ਨਹੀਂ ਕਿਸੇ। ਅਤੇ ਉਹੀ ਸਮਝ ਅੱਜ ਵੀ ਚੱਲ ਰਹੀ ਆ ਵੀ ਕਿੰਨੇ ਪੈਸੇ ਬਚੇ। ਪੈਸੇ ਬਚਾਉਣ ਲਈ ਜਥਿਆਂ ਦਾ ਲੋਅਰ ਲੈਵਲ ਵੀ ਲੈ ਲਿਆ ਜਾਂਦਾ। ਮਤਲਬ ਮੇਰੇ ਨਾਲ ਸਾਰੇ ਵੱਡੇ ਨੇ, ਪਰ ਅਸੀਂ ਕਈ ਵਾਰ ਸੋਚਦੇ ਹਾਂ ਵੀ ਯਾਰ ਪੈਸੇ ਨਾ ਖਰਚਣੇ ਪੈਣ, ਜਦ ਕਿ ਗੁਰਮਤਿ ਦਾ ਮਿਸ਼ਨ ਵਪਾਰ ਨਹੀਂ ਹੈਗਾ ਕਿਤੇ। ਜਦੋਂ ਤੁਸੀਂ ਵਪਾਰੀ ਵਰਤੀ ਨਾਲੇ ਕੰਮ ਕਰਦੇ ਹੋ, ਫਿਰ ਵੀ ਅੱਗੇ ਜਾ ਕੇ ਜੇ ਤੁਸੀਂ ਵਪਾਰ ਕਰਦੇ ਕਰਦੇ ਵੀ ਕੁਛ ਨਾ ਕੁਛ ਕਰ ਲੈਂਦੇ ਹੋ, ਕੁਛ ਨਾ ਕੁਛ ਕੋਈ ਇੱਦਾਂ ਦੀਆਂ ਪਲੈਨਿੰਗਸ ਕਰ ਲੈਂਦੇ ਹੋ, ਇੱਦਾਂ ਦੀਆਂ ਵਿਉਂਤਬੰਦੀਆਂ ਕਰ ਲੈਂਦੇ ਹੋ ਵੀ ਤੁਸੀਂ ਘੱਟੋ ਘੱਟ ਬੱਚਿਆਂ ਨੂੰ ਗੁਰਦੁਆਰੇ ਆਉਣ ਲਈ ਪ੍ਰੇਰਨਾ ਦੇਣੀ ਸ਼ੁਰੂ ਕਰ ਦਿੰਦੇ ਹੋ। ਵੀ ਵਧੀਆ, ਤੁਸੀਂ ਜੋ ਬੱਚੇ ਚਾਹੁੰਦੇ ਨੇ ਉਹ ਉਹਨਾਂ ਨੂੰ ਸੁਣਨ ਵਾਸਤੇ ਆਉਣਗੇ। ਜੇ ਗੁਰਦੁਆਰੇ ਆਉਂਦੇ ਨੇ ਤਾਂ ਕੋਈ ਨਾ ਕੋਈ ਸਿੱਖ ਕੇ ਜਾਣਗੇ ਨਾ। ਜੇ ਤੁਸੀਂ ਸਮਾਗਮ ਹੀ ਨਹੀਂ ਕਰਦੇ, ਕੋਈ ਤੁਸੀਂ ਅਖੰਡ ਪਾਠ ਸਾਹਿਬ ਵੀ ਗੁਰਪੁਰਬ ਆ, ਅਖੰਡ ਪਾਠ ਸਾਹਿਬ ਕਰਾਤਾ, ਲੰਗਰ ਚਲਾਤਾ, ਦੈਟਸ ਓਕੇ। ਇੱਕ ਤੁਸੀਂ ਕੋਈ ਪ੍ਰਚਾਰਕ, ਕੋਈ ਕਥਾਵਾਚਕ, ਕੋਈ ਗੁਰੂ ਦਾ ਕੀਰਤਨੀਆ, ਕੋਈ ਢਾਡੀ, ਕੋਈ ਕਵੀਸ਼ਰ, ਕੋਈ ਸੱਦ ਲਓ। ਉਹਨੇ 2-1.5 ਘੰਟੇ ਉੱਥੋਂ ਤੋਂ ਪੈਸੇ ਲੈ ਕੇ ਜਾਂਦਾ, ਲੇਕਿਨ 2-1.5 ਘੰਟੇ ਉਹ ਆਇਆ, ਉਹਦੇ ਕੋਲ ਸੰਗੀਤਕ ਪੱਖ ਵੀ ਆ, ਸੁਰ ਵਾਲਾ ਪੱਖ ਵੀ ਆ, ਉਹਦੇ ਕੋਲ ਸ਼ਬਦਾਂ ਦਾ ਪੱਖ ਵੀ ਆ। ਜੇ ਬੱਚੇ ਉਹਨਾਂ ਦੇ ਸੁਣਨ ਆਉਂਦੇ ਨੇ, ਕਿਉਂਕਿ ਬੱਚਾ ਸੰਗੀਤ ਨੂੰ ਸੁਣਨਾ ਚਾਹੁੰਦਾ। ਬੱਚੇ ਜਦੋਂ ਜਵਾਨ ਅਵਸਥਾ ਵਿੱਚ ਹੁੰਦੇ ਨੇ, ਸੰਗੀਤ ਉਹਨਾਂ ਨੂੰ ਚੰਗਾ ਲੱਗਦਾ, ਕੋਮਲ ਕਲਾ। ਇਸੇ ਕਰਕੇ ਗੁਰਬਾਣੀ ਆ ਜਿਹੜੀ ਸੰਗੀਤਕ ਕਲਾ, ਜਿਹੜੇ ਗੁਰਬਾਣੀ ਦਾ ਕੀਰਤਨ ਆ, ਉਹ ਸੂਖਮ ਕਲਾ ਨਾਲ ਜੁੜਿਆ ਹੋਇਆ। ਢਾਡੀ ਕਲਾ ਵੀ ਉਹਦੇ ਨਾਲ ਜੁੜੀ ਹੋਈ ਆ। ਅਤੇ ਉਹ ਬੱਚੇ ਉਹਨੂੰ ਜਦੋਂ ਸੁਣਨ ਆਉਣਗੇ, ਜੇ ਕਿਸੇ ਪ੍ਰਚਾਰਕ ਨੇ ਵਧੀਆ ਗੱਲ ਕਰੀ ਆ, ਬੱਚੇ ਦੇ ਮਨ ਵਿੱਚ ਇੱਕ ਬੀਜ ਬੀਜਿਆ ਜਾਊਗਾ। ਅੱਗੇ ਨਹੀਂ ਉਹਨੇ ਪ੍ਰਫੁੱਲਤ ਹੋਣਾ।
ਉਹ ਬੱਚੇ ਜਦੋਂ ਵੱਡੇ ਹੋਣਗੇ ਉਹ ਕਹਿਣਗੇ ਸਾਡੇ ਪਿੰਡ ਫਲਾਣਾ ਆਉਂਦਾ ਹੁੰਦਾ ਸੀ, ਮੈਂ ਉਹ ਤੋਂ ਸੁਣਿਆ ਸੀ। ਜਿਵੇਂ ਮੈਂ ਕਿਹਾ ਵੀ ਮੈਂ ਉੱਥੇ ਜਾਂਦਾ ਹੁੰਦਾ ਸੀ ਗਹਿਲੇਵਾਲ ਸਾਹਿਬ, ਅਤੇ ਮੈਂ ਉਹਨਾਂ ਨੂੰ ਸੁਣਿਆ, ਅਤੇ ਉਦੋਂ ਤਾਂ ਕਿਸੇ ਨੂੰ ਨਹੀਂ ਪਤਾ ਲੱਗਿਆ ਵੀ ਮੇਰੇ ਅੰਦਰ ਕੀ ਬੀਜਿਆ ਜਾ ਰਿਹਾ, ਲੇਕਿਨ ਉਹ ਪ੍ਰਫੁੱਲਤ ਤਾਂ ਹੋਇਆ ਨਾ ਸਾਰਿਆਂ ਵਿੱਚ ਹੀ ਨਹੀਂ। ਅਤੇ ਉਹ ਬੀਜ ਆ ਜਿਹੜਾ ਅੱਜ ਉਹਨੂੰ ਮੈਂ ਵੱਖਰੇ ਰੂਪ ਵਿੱਚ ਵੱਖ-ਵੱਖ ਥਾਂ 'ਤੇ ਯਤਨ ਕਰਦਾ। ਅਤੇ ਮੈਂ ਮੇਰੇ ਤਾਂ ਇੱਦਾਂ ਦੀ ਧਾਰਨਾ ਵੀ ਜਿਹੜੇ ਮਤਲਬ ਜਿਹੜੇ ਪਿੰਡਾਂ 'ਚ ਮੈਂ ਜਿਸ ਘਰ ਵਿੱਚ ਰਹਿਣਾ ਉਹਨਾਂ ਦੇ ਛੋਟੇ ਬੱਚੇ ਹੁੰਦੇ ਨੇ 15 12 14 ਸਾਲ ਦੇ, ਬੇਟੀਆਂ ਬੇਟੇ, ਮੈਂ ਉਹਨਾਂ ਦੇ ਪ੍ਰਤੀ ਕਰਮ ਪੁੱਛਦਾ ਰਹਿਣਾ ਵੀ ਤੁਸੀਂ ਅੱਜ ਗੁਰਦੁਆਰੇ ਗਏ ਹੋ, ਤੁਹਾਨੂੰ ਕਿਹੜਾ ਪ੍ਰਸੰਗ ਕਿਹੜਾ ਜਥਾ ਵਧੀਆ ਲੱਗਿਆ, ਜਥੇ ਦੀ ਕਿਹੜੀ ਕਵਿਤਾ ਵਧੀਆ ਲੱਗੀ, ਕਿਹੜੀ ਗੱਲ ਪ੍ਰਚਾਰਕ ਦੀ ਵਧੀਆ ਲੱਗੀ, ਕਿਉਂਕਿ ਉਹ ਇੱਕ ਸਰਵੇਖਣ ਆ। ਮੇਰੇ ਪਿੰਡ ਜਦੋਂ ਅਸੀਂ ਕਰਦੇ ਹਾਂ ਦੀਵਾਨ, ਕੋਈ ਵੀ ਸਮਾਗਮ ਕਰੀਏ, ਜੇ ਮੈਂ ਉਹ ਐਜ ਏ ਪ੍ਰਬੰਧਕ ਜਾਂ ਨੇੜੇ ਤੇੜੇ ਨਹੀਂ ਵੀ ਪ੍ਰਬੰਧਕ ਤਾਂ ਵੀ ਕੋਈ ਡਜ਼ਨ ਮੈਟਰ ਹੈ ਨਹੀਂ, ਅਤੇ ਉਹਦੇ 'ਚ ਮੁੜ ਕੇ ਮੈਂ ਉਹਨਾਂ ਦੇ ਵਿਊਜ਼ ਜ਼ਰੂਰ ਲੈਣੇ ਨੇ 20-50 ਬੰਦਿਆਂ ਦੇ, ਵੀ ਆਪਾਂ ਫਲਾਣਾ ਬੰਦਾ ਸੱਦਿਆ, ਤੁਹਾਨੂੰ ਕਿੱਦਾਂ ਲੱਗਿਆ, ਉਹਦਾ ਕਿਹੜਾ ਪੋਜ਼ੀਟਿਵ ਪੱਖ ਸੀ, ਕਿਹੜਾ ਨੈਗੇਟਿਵ ਪੱਖ ਸੀ, ਤਾਂ ਕਿ ਅਸੀਂ ਆਉਣ ਵਾਲੇ ਸਮੇਂ ਜਿਹੜਾ ਜਥਾ ਸੱਦਣਾ ਅਸੀਂ ਉਹਨੂੰ ਰੱਖੀਏ ਵੀ ਲੋਕ ਅਸਲ 'ਚ ਕੀ ਲੋਕ ਸੁਣਨਾ ਚਾਹੁੰਦੇ ਨੇ, ਬਿਲਕੁਲ ਸੁਣਨਾ ਚਾਹੁੰਦੇ ਨੇ। ਪਰ ਵਪਾਰੀਕਰਨ ਨੇ ਇਸ ਗੱਲ ਨੂੰ ਰੋਕਤਾ ਵੀ ਤੁਸੀਂ ਪੈਸੇ ਨਾ ਖਰਚੋ, ਬਿਜ਼ਨਸ ਕਰੋ, ਪੈਸਾ ਤੁਹਾਡਾ ਬੈਂਕ ਦੇ ਵਿੱਚ ਕਿੰਨੇ ਲੱਖ ਜਮ੍ਹਾਂ ਕਰਤਾ। ਮੈਂ ਨਹੀਂ ਕਹਿੰਦਾ ਵੀ ਸਾਰਾ ਪ੍ਰਚਾਰਕਾਂ ਨੂੰ ਉਜਾੜ ਦਿਓ, ਲੇਕਿਨ ਤੁਹਾਡਾ ਇੱਕ ਤੁਸੀਂ ਮੰਨ ਲਓ ਵੀ 20% 30% ਕੁਛ ਇਮਾਰਤ ਲਈ ਰੱਖੋ, ਤੁਸੀਂ 40-45%, ਲੰਗਰ ਲਈ ਰੱਖੋ 20-25%, ਬੱਚਿਆਂ ਦੀ ਵਿੱਦਿਆ ਲਈ ਰੱਖੋ 10-15%, ਜੋ ਵੀ ਤੁਸੀਂ ਤੁਹਾਡਾ ਜਿਵੇਂ ਆਪਾਂ ਬਜਟ ਬਣਾਉਂਦੇ ਹਾਂ, ਪਰ ਉਹਦੇ ਲਈ ਗੁਰੂ ਦੇ ਪ੍ਰਚਾਰ ਵਾਸਤੇ ਵੀ ਕੁਛ ਬਜਟ ਰੱਖੋ। ਅਤੇ ਜੇ ਤੁਸੀਂ ਇਮਾਰਤ ਬਣਾ ਕੇ ਪ੍ਰਚਾਰ ਨਹੀਂ ਕਰਦੇ, ਮੈਂ ਕਹਿੰਦਾ ਵੀ ਅਸੀਂ ਕਿਤੇ ਨਾ ਕਿਤੇ ਕੁਤਾਹੀ ਕਰ ਗਏ। ਜੇ ਇਮਾਰਤ ਤਾਂ ਬਣ ਗਈ ਅਤੇ ਇਮਾਰਤ ਵਿੱਚ ਬਹਿਣ ਵਾਲਾ ਕੋਈ ਨਹੀਂ, ਫਿਰ ਇਮਾਰਤ ਦਾ ਵੀ ਕੀ ਫਾਇਦਾ? ਉਹਨਾਂ ਨੂੰ ਇਮਾਰਤ ਵਿੱਚ ਲੈ ਕੇ ਆਉਣਾ, ਜੇ ਇਮਾਰਤ ਬਣਾਈ ਆ ਤਾਂ ਸੰਗਤ ਲਈ ਬਣਾਈ ਆ, ਅਤੇ ਸੰਗਤ ਨੂੰ ਕਿਵੇਂ ਲੈ ਕੇ ਆਉਣਾ, ਸੰਗਤ ਨੂੰ ਲਿਆਉਣ ਦਾ ਇਹ ਸਾਡਾ ਪ੍ਰਚਾਰ ਮਾਧਿਅਮ ਆ। ਅਤੇ ਇਹਨੂੰ ਤੁਸੀਂ ਅਗਲੀ ਗੁਫ਼ਤਗੂ ਤੱਕ ਫਿਰ ਕਿਸੇ ਵੇਲੇ ਬਹਿ ਕੇ ਵੀ ਅਸੀਂ 10 ਬੰਦੇ ਬੱਚਿਆਂ ਨੂੰ ਬੈਠ ਕੇ ਵਿਚਾਰ ਚਰਚਾ ਕਰਦੇ ਹਾਂ, ਉਹਨਾਂ ਤੋਂ ਅਸੀਂ ਛੋਟੇ ਛੋਟੇ ਸਵਾਲ ਪੁੱਛਣੇ ਸ਼ੁਰੂ ਕਰੀਏ, ਕਿਉਂਕਿ ਬੱਚੇ ਦੀ ਉਮਰ ਜਦੋਂ ਜਵਾਨ ਅਵਸਥਾ ਵੱਲ ਨੂੰ ਜਾਂਦੀ ਆ ਉਹਦਾ ਧਿਆਨ ਇਸ ਪਾਸੇ ਨਹੀਂ ਹੁੰਦਾ। ਸੋਸ਼ਲ ਮੀਡੀਆ ਦੇ ਉੱਤੇ ਲੋਕਾਂ ਨੇ YouTube ਆ ਜਿਹੜੀ, ਉਹਨੇ ਕੀ ਕੀਤਾ ਵੀ ਉਹਨੇ ਲੋਕਾਂ ਦੀਆਂ ਭਾਵਨਾਵਾਂ ਕੈਸ਼ ਕਰ ਲਈਆਂ। ਬੱਚਾ ਗੁਰਦੁਆਰੇ ਨਹੀਂ ਜਾ ਕੇ ਰਹਿ ਗਈ, YouTube 'ਤੇ ਜਾਂਦਾ, ਫਿਰ ਉਹਨੂੰ ਜਿਹੜਾ ਉੱਥੇ ਢਾਡੀ ਵਧੀਆ ਲੱਗਦਾ ਉਹਦੇ ਤੋਂ ਕੱਢ ਲੈਂਦਾ। ਜੇ ਉਹਦੇ ਮੂਹਰੇ ਉਹ ਸਾਖਿਆਤ ਆ ਜਾਵੇ, ਚੰਗੀ ਗੱਲ। ਅਤੇ ਤੁਹਾਡਾ ਕੀ ਖਿਆਲ ਹੈ ਆਉਣ ਵਾਲੇ ਸਮੇਂ ਵਿੱਚ ਜਿਹੜੀ ਸਾਡੀ ਨਿਊ ਜਨਰੇਸ਼ਨ ਹੈ, ਨਵੀਂ ਪੀੜ੍ਹੀ ਹੈ, ਬੱਚੇ ਨੇ ਜਿਹੜੇ ਕੌਨਵੈਂਟ ਸਕੂਲਾਂ ਵਿੱਚ ਪੜ੍ਹੇ ਨੇ, ਆਮ ਤੌਰ 'ਤੇ ਬੱਚੇ ਪੰਜਾਬੀ ਵੱਲੋਂ, ਸਾਡੀ ਗੁਰਮੁਖੀ ਲਿਪੀ ਵੱਲੋਂ, ਭਾਸ਼ਾ ਵੱਲੋਂ ਬੜੇ ਕੋਰੇ ਨੇ, ਅਤੇ ਕੀ ਉਹ ਸਾਡੀਆਂ ਜਿਹੜੀਆਂ ਠੇਠ ਭਾਸ਼ਾ ਦੀਆਂ ਗੱਲਾਂ ਨੇ, ਸਾਡੇ ਪ੍ਰਚਾਰਕਾਂ ਦੀਆਂ ਗੱਲਾਂ ਨੇ, ਉਹਨਾਂ ਨੂੰ ਸਮਝਣ ਦੀ ਸਮਰੱਥਾ ਰੱਖਦੇ ਨੇ? ਅਤੇ ਤੁਹਾਡਾ ਕੀ ਖਿਆਲ ਹੈ ਇਸ ਸੰਦਰਭ ਵਿੱਚ ਅਗਲਾ ਭਵਿੱਖ ਢਾਡੀ ਕਲਾਂ ਦਾ ਕੀ ਹੋਵੇਗਾ? ਮੈਂ ਇਹਦੇ ਲਈ ਅਧਿਆਪਕ ਵਰਗ ਨੂੰ ਉਹਨਾਂ ਦੀ ਨੁਕਤਾਚੀਨੀ ਤਾਂ ਨਹੀਂ ਮੈਂ ਕਰਦਾ, ਪਰ ਮੈਂ ਸੁਝਾਅ ਦੇ ਰੂਪ ਵਿੱਚ ਜੇ ਉਹ ਮੇਰਾ ਪ੍ਰੋਗਰਾਮ ਸੁਣਦੇ ਹੋਣ, ਟੀਚਰ ਨੇ ਕੀ ਸੋਚਿਆ ਵੀ ਆਉਂਦੀ ਸਰ ਮੈਂ ਪਹਿਲਾਂ ਸਿਲੇਬਸ ਕੰਪਲੀਟ ਕਰਾਂਦਾ। ਟੀਚਰ ਦਾ ਇਹ ਫਰਜ਼ ਬਣਦਾ ਵੀ ਪਹਿਲਾਂ ਆ ਕੇ ਜੋ ਚਲੰਤ ਮਾਮਲੇ ਨੇ ਉਹ ਬੱਚਿਆਂ ਨੂੰ, ਜਿਵੇਂ ਕੋਵਿਡ ਆ, ਉਹ ਇਹਦੇ ਬਾਰੇ ਆ ਕੇ 2-3 ਮਿੰਟ 4 ਮਿੰਟ ਬੱਚਿਆਂ ਨੂੰ ਦੱਸੇ ਵੀ ਅਸਲ 'ਚ ਆਹ ਚੀਜ਼ ਆ, ਜਾਗਰੂਕ ਕਰੇ। ਜੇ ਓਲੰਪਿਕ ਖੇਡਾਂ ਹੋ ਰਹੀਆਂ ਨੇ, ਉਹ ਓਲੰਪਿਕ ਦੇ ਸੰਬੰਧ ਵਿੱਚ ਬੱਚਿਆਂ ਨੂੰ ਕੁਛ ਦੱਸੇ। ਜੇ ਉਹਦੇ ਵਿੱਚ ਆਪਣੀ ਟੀਮ ਕੋਈ ਜਿੱਤੀ ਹਾਰੀ ਆ, ਉਹਦੇ ਜਿੱਤਣ ਹਾਰਨ ਦੀ ਗੱਲ ਦੱਸੇ। ਜੇ ਕੋਈ ਸਾਹਿਤਕ ਸਮਾਗਮ ਹੋਇਆ ਜਾਂ ਕਿਤੇ ਸਰਕਾਰੀ ਸਨਮਾਨ ਦਿੱਤੇ ਗਏ ਨੇ, ਉਹ ਕੀ ਹੋਇਆ, ਉਹਦੇ ਬਾਰੇ ਉਹਨਾਂ ਦਾ ਕੋਈ ਇੱਕੋ ਟੀਚਰ ਨਹੀਂ, 6 ਪੀਰੀਅਡ ਨੇ, 6 ਟੀਚਰ ਵੱਖ-ਵੱਖ, ਜਿਹਨੇ ਅੰਗਰੇਜ਼ੀ ਸ਼ੁਰੂ ਕਰਨੀ ਆ ਉਹ ਆਪਣੀ ਗੱਲ ਕਰੇ, ਅੰਗਰੇਜ਼ੀ ਦੇ ਨਾਲ ਕੋਈ ਚੀਜ਼ ਜਿਹੜੀ ਜੁੜੀ ਹੋਈ ਆ ਵਰਲਡ ਲੈਵਲ 'ਤੇ, ਉਹ ਬੱਚਿਆਂ ਨੂੰ ਉਹਦੇ ਬਾਰੇ ਕੋਈ ਨਾ ਕੋਈ ਜਾਣਕਾਰੀ ਦੇਵੇ, ਤਾਂ ਕਿ ਬੱਚੇ ਦਾ ਸਰਬਪੱਖੀ ਵਿਕਾਸ ਹੋ। ਆਮ ਤੌਰ 'ਤੇ ਬੱਚੇ ਵੇਖਿਆ ਗਿਆ ਕਿ ਕਿਤਾਬੀ ਕੀੜੇ ਬਣ ਜਾਂਦੇ ਨੇ, ਸਿਲੇਬਸ ਰੱਟਿਆ ਪਿਆ ਪਰ ਆਲੇ ਦੁਆਲੇ ਦਾ ਕੁਝ ਪਤਾ ਨਹੀਂ। ਉਹੀ ਕਾਰਨ ਆ ਨਾ ਜਿਹੜਾ ਉਹਦਾ ਜਿਹਨੇ ਉਹਨੂੰ ਬਣਾਉਣਾ ਸੀ, ਉਹਦੀ ਮਾਨਸਿਕਤਾ ਇਸ ਤਰ੍ਹਾਂ ਦੀ ਹੋ ਗਈ ਵੀ ਮੈਂ ਤਾਂ ਬਸ ਮੇਰਾ ਕੰਮ ਆ ਪੜ੍ਹਾਉਣਾ। ਜਿਹੜੇ ਅੱਗੇ ਆਪਣੇ ਬਾਲ ਸਭਾਵਾਂ ਹੁੰਦੀਆਂ ਸੀ, ਬਾਲ ਦਰਬਾਰ ਸਾਡੇ ਕਹਿੰਦੇ ਸੀ, ਉਹ ਕੀ ਸੀ, ਉਹ ਬੱਚੇ ਦੇ ਟੇਲੈਂਟ ਨੂੰ ਉਭਾਰਨ ਦਾ ਇੱਕ ਮਾਧਿਅਮ ਸੀ। ਜੇ ਮੈਂ ਬਾਲ ਦਰਬਾਰ ਵਿੱਚ ਗਾਉਂਦਾ ਰਿਹਾ ਜੇ ਅੱਜ ਮੈਂ ਢਾਡੀ ਬਣ ਗਿਆ, ਉਹਦੇ 'ਚ ਕਈ ਬੰਦੇ ਸਕਿੱਟ, ਕੋਈ ਕਹਾਣੀ, ਜਦੋਂ ਤੁਸੀਂ ਬੱਚੇ ਨੂੰ ਮੌਕਾ ਹੀ ਨਹੀਂ ਦੇਣਾ, ਉਹ ਬੱਚੇ ਨੂੰ ਤੁਸੀਂ ਮਾਨਸਿਕ ਤੌਰ 'ਤੇ ਇੰਨਾ ਗਰੀਬ ਅਤੇ ਅਪਾਹਜ ਬਣਾਤਾ ਨਾ।
ਦੋ ਤਰ੍ਹਾਂ ਦੀ ਵਿੱਦਿਆ ਮੈਂ ਮੰਨਦਾ, ਇੱਕ ਨੂੰ ਸਰਟੀਫਾਈਡ ਕਹਿ ਦਿੰਦੇ ਆ, ਇੱਕ ਨੂੰ ਕੁਆਲੀਫਾਈਡ ਕਹਿ ਦਿੰਦੇ ਆ। ਅੱਜ ਦੀ ਵਿੱਦਿਆ ਜਿਹੜੀ ਸਾਡੀ ਇਹ ਸਾਰੀ ਸਰਟੀਫਾਈਡ ਹੋ ਗਈ। ਤੁਸੀਂ ਮਤਲਬ ਜੇ ਕੋਈ ਰਿਸ਼ਤੇ ਦੇ ਵਿੱਚ ਮੰਨ ਲਓ ਵੀ ਕਿਸੇ ਬੱਚੇ ਦੇ ਚਾਚੇ ਤਾਏ ਦਾ ਵਿਆਹ ਹੋਇਆ, ਜਾਂ ਉਦੋਂ ਹੁੰਦਾ ਸੀ ਵੀ ਮਾਸਟਰ ਜੀ ਨੂੰ ਲੱਡੂ ਖਿਲਾਉਣ ਲੈ ਗਏ, ਹੈ ਨਾ, ਇੱਦਾਂ ਹੁੰਦਾ ਸੀ। ਉਹ ਦੇਖਣ ਨੂੰ ਜਾਂ ਮਾਸਟਰ ਮਗਾ ਲਿਆ ਵੀ ਤੂੰ ਲੱਡੂ ਨਹੀਂ ਖਿਲਾਏ, ਉਹ ਕਹਿੰਦੇ ਲੱਡੂ ਖਾਣ ਵਾਲੀ ਗੱਲ ਨਹੀਂ ਸੀ ਮੈਨੂੰ ਲੱਗਦੀ। ਅਤੇ ਜੇ ਤੁਸੀਂ ਉਹ ਲੱਡੂ ਖਾ ਕੇ ਮਾਸਟਰ ਦੱਸਦਾ ਵੀ ਵਿਆਹ ਕੀ ਆ, ਇਹਦੀ ਸਹੀ ਉਮਰ ਕੀ ਆ, ਇਹ ਸੰਕਲਪ ਕਿਉਂ ਆਇਆ, ਦੁਨੀਆ ਅੱਗੇ ਕਿਵੇਂ ਪੈਦਾ ਹੋਣੀ ਆ, ਬੱਚਿਆਂ ਦਾ ਲੈਵਲ ਦੇਖ ਕੇ। ਇਹ ਪਹਿਲੀ ਵਾਲੇ ਬੱਚਿਆਂ ਨਾਲ ਦੂਜੀ ਵਾਲਿਆਂ ਨਾਲ ਨਹੀਂ ਹੋ ਸਕਦੀ। ਜਦੋਂ ਬੱਚਾ 7ਵੀਂ 8ਵੀਂ ਤੋਂ ਬਾਅਦ ਚਲਾ ਗਿਆ, ਉਹਨੂੰ ਪਤਾ ਲੱਗਣ ਲੱਗ ਗਿਆ ਇਹ ਗੱਲਾਂ। ਕਿਉਂਕਿ ਨਿਰਮਾਤਾ ਅਸੀਂ ਜਿਹੜੇ ਪ੍ਰਚਾਰਕ ਹਾਂ, ਅਸੀਂ ਵੀ ਨਿਰਮਾਤਾ ਹੀ ਹਾਂ। ਕਿਉਂਕਿ ਮੁੱਢਲੇ ਰੂਪ ਵਿੱਚ ਜਦੋਂ ਉਸ ਚੀਜ਼ ਨੂੰ ਉੱਦਾਂ ਤਿਆਰ ਹੀ ਨਹੀਂ ਕੀਤਾ ਗਿਆ, ਮੋਲਡ ਹੀ ਨਹੀਂ ਕੀਤਾ ਗਿਆ, ਜਦੋਂ ਸਾਡੇ ਕੋਲ ਆਇਆ ਉਦੋਂ ਤੱਕ ਬੱਚਾ ਮਤਲਬ ਇੰਨਾ ਦਿਮਾਗੀ ਤੌਰ 'ਤੇ ਕਮਜ਼ੋਰ ਹੋ ਗਿਆ, ਜਾਂ ਅਪਾਹਜ ਹੋ ਗਿਆ, ਜਾਂ ਬੌਣਾ ਹੋ ਗਿਆ, ਉਹਦਾ ਜਾਣੀ ਹਰ ਪੱਖ ਤੋਂ ਵਿਕਾਸ ਨਹੀਂ ਹੋਇਆ। ਗੱਲ ਉੱਪਰ ਨਿਕਲ ਜਾਂਦੀ, ਉਹਨੂੰ ਪਤਾ ਹੀ ਨਹੀਂ ਲੱਗਦਾ ਵੀ ਇਹ ਕੀ ਹੈ। ਕਿਉਂਕਿ ਧਰਮ ਦੀ ਗੱਲ ਸਕੂਲੀ ਵਿੱਦਿਆ ਤੋਂ ਉੱਤੇ ਦੀ ਗੱਲ ਆ। ਫਿਰ ਧਰਮ ਦੀ ਗੱਲ ਆ ਜਿਹੜੀ ਮੈਂ ਸਮਝਦਾ ਵੀ ਇਹਦੇ ਵਿੱਚ ਜਿਹੜਾ ਪ੍ਰਚਾਰਕ ਆ ਉਹਨੇ ਪ੍ਰਸੰਗ ਦੀ ਚੋਣ ਕੀ ਕਰਨੀ ਆ। ਮੈਂ ਜਿੰਨੇ ਵੀ ਪ੍ਰਸੰਗ ਲਿਖੇ ਨੇ, ਹੁਣ ਮੈਂ ਸ਼ਬਦ ਫੇਰ ਆ ਜਾਊਗਾ, ਹੈ ਨਾ, ਮੈਂ ਮਾਫੀ ਚਾਹੁੰਦਾ। ਮੈਂ ਪ੍ਰਸੰਗ ਤੁਸੀਂ ਕੀ ਮੈਸੇਜ ਕਨਵੇ ਕਰਨਾ, ਤੁਸੀਂ ਉਹ ਗੱਲ ਵਿੱਚ ਕੀ ਕਹਿਣਾ ਚਾਹੁੰਦੇ ਹੋ, ਕੋਈ ਚੀਜ਼ ਕਹਿਣੀ ਚਾਹੁੰਦੇ ਹੋ। ਹੁਣ ਮਲਕ ਭਾਗੋ ਗੁਰੂ ਨਾਨਕ ਦਾ ਪ੍ਰਸੰਗ ਆ, ਤੁਸੀਂ ਉਹਨੂੰ ਉਹਦਾ ਗਾ ਦਿਓ, ਪੂੜਿਆਂ 'ਚੋਂ ਖੂਨ ਬਹਾ ਦਿਓ। ਲੇਕਿਨ ਜੇ ਤੁਸੀਂ ਉਹਨੂੰ ਧਰਮ ਦੀ ਕਿਰਤ ਨਾਲ ਜੋੜ ਕੇ ਕਹਿ ਦਿਓ, ਭਾਈ ਲਾਲੂ ਦੀ ਦਸਾਂ ਨੌਹਾਂ ਦੀ ਕਿਰਤ, ਮਲਕ ਭਾਗੋ ਦੀ ਪਾਪ ਦੀ ਕਮਾਈ, ਜੇ ਉਹਦੇ ਵਿੱਚ ਕਹੋ ਵੀ ਰਿਸ਼ਵਤ ਲੈਣਾ ਪਾਪ ਆ, ਦੂਏ ਦਾ ਹੱਕ ਖਾਣਾ ਪਾਪ ਆ, ਉਹ ਬੱਚੇ ਨੂੰ ਸਮਝ ਆਉਣ ਲੱਗੂਗੀ ਜਿਹੜਾ ਸੁਣ ਕੇ ਗਿਆ। ਜੇ ਕਮਜ਼ੋਰੀ ਸਾਡੇ ਧਰਮ ਦੀ ਇਹ ਆ ਵੀ ਅੱਜ ਸਾਡੇ ਧਾਰਮਿਕ ਸਥਾਨਾਂ 'ਤੇ ਬਹੁਤੀ ਸ਼ਾਇਦ ਰਿਸ਼ਵਤਾਂ ਦੀ ਕਮਾਈ ਆ ਰਹੀ ਆ। ਮੈਂ ਤਾਂ ਇਹ ਕਹਿਣ ਵਿੱਚ ਕੋਈ ਮੈਨੂੰ ਝਿਜਕ ਨਹੀਂ, ਜੇ ਅੱਜ ਸਾਡੀਆਂ ਸੰਪਰਦਾਵਾਂ ਵਿੱਚ ਜਾਂ ਸਾਡੇ ਧਾਰਮਿਕ ਸਥਾਨਾਂ ਵਿੱਚ ਵਾਦ ਵਿਵਾਦ ਹੱਦ ਤੋਂ ਜਾ ਰਿਹਾ, ਲੜਾਈ ਗੋਲੀਆਂ ਚੱਲਣ ਦੀ ਗੱਲ, ਵੀ ਕਿਤੇ ਇਹ ਤਾਂ ਨਹੀਂ ਵੀ ਗੁਰੂ ਨਾਨਕ ਦੀ ਗੋਲਕ ਵਿੱਚ ਮਾਇਆ ਜਿਹੜੀ ਉਹ ਦਿਆਨਤਦਾਰੀ ਦੀ, ਇਮਾਨਦਾਰੀ ਦੀ ਮਾਇਆ ਦੀ ਥਾਂ 'ਤੇ, ਦਸਾਂ ਨੌਹਾਂ ਦੀ ਕਿਰਤ ਦੀ ਥਾਂ 'ਤੇ ਹੁਣ ਕੋਈ ਬੰਦਾ ਅਫੀਸਰ ਆ, ਉਹ ਵੱਢਦਾ ਰੁਪਈਏ ਲੈ ਕੇ, ਬਿਨਾਂ ਪੈਸੇ ਲੈ ਕੰਮ ਹੀ ਨਹੀਂ ਕਰਦਾ। ਫਿਰ ਕਿਤੇ ਨਾ ਕਿਤੇ ਉਹਦੀ ਆਤਮਾ ਉਹਨੂੰ ਝੰਜੋੜਦੀ ਆ ਵੀ ਮਨਾਂ ਤੂੰ ਕੀ ਕਰਨ ਲੱਗਿਆ। ਫਿਰ ਉਹ ਰੱਬ ਦਾ ਵੀ ਘਰ ਪੂਰਾ ਕਰਦਾ ਵੀ ਚੱਲ ਜਾ ਇੰਨੇ ਕੁ ਆਪਾਂ ਗੋਲਕ ਵਿੱਚ ਪਾ ਦਿੰਦੇ ਹਾਂ, ਬਾਬੇ ਨੂੰ ਲੰਗਰਾਂ 'ਚ ਦੇ ਦਿੰਦੇ ਹਾਂ, ਅਤੇ ਜਦੋਂ ਤੇਰੇ ਰਾਹੀਂ ਮੇਰੇ ਰਾਹੀਂ ਉਹ ਦਿੰਦਾ, ਫਿਰ ਅਸੀਂ ਉਹਦੇ ਬੋਲੇ ਸੋ ਨਿਹਾਲ ਵੀ ਬੁਲਾਉਂਦੇ ਹਾਂ ਵੀ ਯਾਰ ਇਹ ਬੰਦੇ ਨੇ ਚਲੋ ਪੈਸੇ ਦਿੱਤੇ ਨੇ। ਲੇਕਿਨ ਆਈ ਤਾਂ ਉਹ ਕਿਸੇ ਦੇ ਖੂਨ ਤੋਂ ਹੀ ਪੀ ਕੇ ਆ ਨਾ। ਅਸੀਂ ਬੇਸਿਕਲੀ ਮਜਬੂਰ ਜਿਹੜਾ ਪ੍ਰਚਾਰਕ ਆ, ਪਹਿਲੀ ਗੱਲ ਤਾਂ ਉਹ ਵਪਾਰ ਕਰ ਰਿਹਾ, ਦੂਜੀ ਗੱਲ ਜਿਹੜਾ ਉਹਨੂੰ ਬੇਸ ਬਣਿਆ ਹੋਇਆ ਉਹ ਜੁਰਤ ਨਾਲ ਜੇ ਗੱਲ ਕਰੂਗਾ ਵੀ ਨਹੀਂ ਬਈ, ਲੇਕਿਨ ਗੱਲ ਇਹ ਸਾਨੂੰ ਕਰਨੀ ਪਊਗੀ ਵੀ ਪਾਪ ਦੀ ਕਮਾਈ ਪ੍ਰਵਾਨ ਨਹੀਂ। ਅਸੀਂ ਪਾਪ ਦੀ ਕਮਾਈ ਨੂੰ ਉਤਸ਼ਾਹਤ ਨਹੀਂ ਕਰ ਸਕਦੇ। ਹੋਇਆ ਗਿਆਨੀ ਜੀ, ਪੰਜਾਬ ਦੀ ਧਰਤੀ ਤੋਂ, ਹਿੰਦੁਸਤਾਨ ਦੀ ਧਰਤੀ ਤੋਂ ਇਲਾਵਾ ਤੁਸੀਂ ਵਿਦੇਸ਼ਾਂ ਵਿੱਚ ਵੀ ਗਏ। ਹੁਣ ਤੱਕ ਤੁਹਾਡਾ ਢਾਡੀ ਜੱਥਾ ਦੁਨੀਆ ਦੇ ਕਿਹੜੇ ਦੇਸ਼ਾਂ ਵਿੱਚ ਸੰਗਤ ਨੂੰ ਸਿੱਖੀ ਨਾਲ ਜੋੜ ਚੁੱਕਾ ਹੈ? ਕਿੱਥੇ ਤੁਸੀਂ ਪ੍ਰਚਾਰ ਕੀਤਾ? ਜਾਚਕ ਜੀ, ਮੈਂ ਵਧੀਆ ਜਿਹੜੇ ਮੁਲਕ ਨੇ ਜਿਹੜਾ ਜਿੱਥੇ ਆਪਣੀ ਸਿੱਖ ਬਸੋਂ ਰਹਿ ਰਹੀ ਹੈ, ਸਿੱਖ ਭਾਈਚਾਰਾ ਰਹਿ ਰਿਹਾ, ਉਹ ਲਗਭਗ ਸਾਰੇ ਕਵਰ ਕਰ ਲਏ। ਅਤੇ ਅਮਰੀਕਾ, ਕੈਨੇਡਾ, ਇੰਗਲੈਂਡ, ਆਸਟ੍ਰੇਲੀਆ, ਯੂਰਪ ਦੇ ਮੁਲਕ, ਇਹਨਾਂ ਮੁਲਕਾਂ ਦੇ ਵਿੱਚ ਮੈਂ ਕਈ ਵਾਰ ਜਾ ਆਇਆ। ਇਸ ਤੋਂ ਇਲਾਵਾ ਗਿਆਨੀ ਜੀ, ਇੱਕ ਬੁਲਾਰੇ ਲਈ, ਇੱਕ ਪ੍ਰਚਾਰਕ ਲਈ ਉਸ ਦੇ ਮਾਣਾਂ ਸਨਮਾਨਾਂ ਦੀ ਜਦੋਂ ਗੱਲ ਚੱਲਦੀ ਹੈ, ਤੇ ਮਾਣ ਸਨਮਾਨ ਬਹੁਤ ਵੱਡਾ ਇੱਕ ਯੋਗਦਾਨ ਪਾਉਂਦੇ ਨੇ ਕਿਸੇ ਵਕਤੇ ਦੇ ਪ੍ਰਚਾਰ ਦੇ ਵਿੱਚ, ਉਹਦੇ ਮਤਲਬ ਜੇ ਇੱਕ ਢਾਡੀ ਸਫ਼ਰ ਦੇ ਵਿੱਚ ਤੁਹਾਨੂੰ ਕਿੰਨੇ ਕੁ ਮਾਣ ਸਨਮਾਨ ਹੁਣ ਤੱਕ ਮਿਲੇ ਨੇ, ਤੇ ਉਹਨਾਂ ਵਿੱਚ ਜਿਹੜੇ ਖਾਸ ਨੇ ਉਹਨਾਂ ਦਾ ਜ਼ਿਕਰ ਜ਼ਰੂਰ ਕਰੋ। ਸਰਕਾਰੀ ਤੌਰ 'ਤੇ ਤਾਂ ਮੈਨੂੰ ਕੋਈ ਬਹੁਤਾ ਸਨਮਾਨ ਨਹੀਂ ਮਿਲਿਆ, ਅਤੇ ਨਾ ਮੈਨੂੰ ਮਿਲਣ ਦੀ ਸੰਭਾਵਨਾ ਹੀ ਆ, ਕਿਉਂਕਿ ਮੈਂ ਬੇਬਾਕ ਟਿੱਪਣੀਆਂ ਕਰਦਾ ਲਿਖਤਾਂ ਵਿੱਚ ਵੀ। ਮੈਂ ਕੇਵਲ ਢਾਡੀ ਨਹੀਂ, ਮੈਂ ਕਈ ਵਾਰੀ ਇੱਕ ਜਰਨਲਿਜ਼ਮ ਦੇ ਉਸ ਵਿਦਿਆਰਥੀ ਕਰਕੇ ਮੈਂ ਉਹ ਲਿਖਤਾਂ ਵੀ ਲਿਖਦਾ ਰਹਿਣਾ ਚਲੰਤ ਮਾਮਲਿਆਂ 'ਤੇ, ਅਤੇ ਉਹਨਾਂ 'ਚ ਫਿਰ ਰਾਜਨੀਤਿਕ ਲੋਕਾਂ ਦੀ ਨੁਕਤਾਚੀਨੀ ਹੁੰਦੀ ਆ। ਸੱਤਾ 'ਤੇ ਕਾਬਜ਼ ਬੰਦੇ ਕਦੋਂ ਚਾਹੁੰਦੇ ਨੇ ਵੀ ਕੋਈ ਕਿਸੇ ਦੀ ਨੁਕਤਾਚੀਨੀ ਕਰੇ, ਉਸ ਕਰਕੇ ਮੈਨੂੰ ਸੰਭਾਵਨਾ ਨਹੀਂ ਉਸ ਪੱਖ ਤੋਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਕੋਈ ਮੈਨੂੰ ਕਦੇ ਵਿਸ਼ੇਸ਼ ਤੌਰ 'ਤੇ ਨਹੀਂ ਸਨਮਾਨਿਤ ਕੀਤਾ ਗਿਆ। ਉਹਨਾਂ ਦੇ ਤਾਂ ਮੈਂ ਪ੍ਰੋਗਰਾਮ ਹੀ ਆਪਣੇ ਪੂਰੇ ਜੀਵਨ ਵਿੱਚ 2-4 ਲਾਏ ਹੋਣਗੇ।
ਕਿਉਂਕਿ ਜੋ ਮਿਆਰ ਮਤਲਬ ਜਥਿਆਂ ਦਾ ਸੈਟਲ ਹੋ ਜਾਂਦਾ, ਸ਼੍ਰੋਮਣੀ ਕਮੇਟੀ ਉਹ ਪੇ ਨਹੀਂ ਕਰਦੀ। ਅਤੇ ਇਹਨੂੰ ਮੈਂ ਨੁਕਤਾਚੀਨੀ ਨਾਲ ਨਹੀਂ ਕਹਿ ਰਿਹਾ, ਇਹ ਵੀ ਨਹੀਂ ਮੈਂ ਉਲਾਂਭਾ ਦੇ ਰਿਹਾ ਵੀ ਮੈਨੂੰ ਨਹੀਂ ਸੱਦਦੇ, ਮੈਨੂੰ ਸੱਦਣ ਵਾਲੇ ਹੈਗੀ ਸਿੱਖ ਸੰਗਤ ਹੈ ਉਹ ਵੀ। ਅਤੇ ਪਰ ਜਿਹਨਾਂ ਨੂੰ ਉਹ ਸਾਦੇ ਨੇ, ਮਤਲਬ 3-3 4-4 ਦਿਨਾਂ ਦਾ ਤੁਸੀਂ 1100 ਰੁਪਈਆ ਤੁਹਾਨੂੰ ਯੱਕ ਮੁਸ਼ਤ ਮਿਲੂਗਾ, ਮੈਨੂੰ ਲੱਗਦਾ ਵੀ ਕੋਈ ਬਹੁਤੀ ਇਨਸਾਫ ਨਹੀਂ ਹੁੰਦਾ। ਜੇ ਤੁਹਾਡਾ ਪ੍ਰਚਾਰਕ ਵਰਗ, ਜਾਜਕ ਸਾਹਿਬ ਤੁਸੀਂ ਆਪ ਢਾਡੀਓ ਹੈ ਨਾ, ਨੌਜਵਾਨਾਂ ਦੇ ਵਿੱਚ ਤੁਹਾਡਾ, ਨੌਜਵਾਨ ਢਾਡੀਆਂ 'ਚ ਤੁਹਾਡਾ ਵਿਸ਼ੇਸ਼ ਨਾਂ ਗਿਆਨੀ ਜਗਦੇਵ ਸਿੰਘ ਜਾਚਕ, ਮਤਲਬ ਸਤਿਕਾਰਤ ਨਾਂ ਨੌਜਵਾਨ ਢਾਡੀ ਜਥਿਆਂ ਵਿੱਚੋਂ। ਮੇਰਾ ਇਹ ਮੰਨਣਾ ਵੀ ਜੇ ਜਿੰਨਾ ਚਿਰ ਕੌਮ ਦਾ ਪ੍ਰਚਾਰਕ ਗੁਰਬਤ ਵਿੱਚੋਂ ਨਹੀਂ ਨਿਕਲਦਾ, ਉਹ ਸਹੀ ਪ੍ਰਚਾਰ ਨਹੀਂ ਕਰ ਸਕਦਾ। ਜਿੰਨਾ ਚਿਰ ਕੀਰਤਨੀਆਂ ਦੀ ਨਿਗਾਹ ਬਾਜੇ 'ਤੇ ਆਉਂਦੇ ਰੁਪਈਆਂ ਵੱਲ ਆ, ਅਤੇ ਢਾਡੀਆਂ ਦੀ ਨਿਗਾਹ, ਕਵੀਸ਼ਰਾਂ ਦੀ ਨਿਗਾਹ ਜਾਂ ਕਥਾਵਾਚਕ ਦੀ ਨਿਗਾਹ ਆਉਣ ਵਾਲੀ ਮਾਇਆ ਵੱਲ ਆ, ਅਤੇ ਉਹਦੇ ਕੋਲੋਂ ਸਹੀ ਪ੍ਰਚਾਰ ਦੀ ਆਸ ਨਹੀਂ ਕੀਤੀ ਜਾ ਸਕਦੀ, ਕਿਉਂਕਿ ਉਹਦਾ ਮੁੱਖ ਮਕਸਦ ਉਹ ਹੋ ਗਿਆ। ਜੇ ਉਹ ਇੱਧਰੋਂ ਨਿਸ਼ਚਿੰਤ ਹੋ ਜਾਵੇ, ਉਹਦਾ ਕੰਮ ਹੋਵੇ ਵੀ ਕੇਵਲ ਤੂੰ ਗੁਰਮਤਿ ਦਾ ਪ੍ਰਚਾਰ ਕਰਨਾ, ਅਤੇ ਫਿਰ ਉਹ ਵਧੀਆ ਸਾਰਥਕ ਨਤੀਜੇ ਦੇ ਸਕਦਾ। ਇੰਨਾ ਜ਼ਰੂਰ ਆ ਵੀ ਕਈ ਬੰਦਿਆਂ ਨੂੰ ਜਿਹਨਾਂ ਨੂੰ ਵਧੀਆ ਇਨਕਮ ਹੋ ਜਾਂਦੀ ਆ, ਉਹ ਕਹਿੰਦੇ ਆਪਾਂ ਕੀ ਲੈਣਾ, ਆਪਣੇ ਰੁਪਈਏ ਬਣਦੇ ਨੇ। ਇਹ ਉਹਨਾਂ ਦਾ ਨਕਾਰਾਤਮਕ ਪੱਖ ਆ। ਜਿਹੜੇ ਬੰਦਿਆਂ ਨੂੰ ਵਧੀਆ ਤਨਖਾਹ ਮਿਲਦੀ ਆ, ਸਾਡੇ ਸਰਕਾਰੀ ਤੰਤਰ ਵਿੱਚ ਵੀ ਹੈਗੀ ਆ, ਉਹ ਕਹਿੰਦੇ ਅਸੀਂ ਕੀ ਲੈਣਾ। ਪਰ ਸੱਚ ਦਾ ਜਿਹੜਾ ਸਹੀ ਧਰਮ ਦਾ ਸਹੀ ਜਿਹਨੂੰ ਆਪਾਂ ਕਹਿੰਦੇ ਨਾ ਵੀ ਉਹਨਾਂ ਨੇ ਦੇਣੇ ਨੇ ਨਿਰਦੇਸ਼, ਅਤੇ ਉਹਦੇ ਲਈ ਜ਼ਰੂਰੀ ਆ ਵੀ ਤੁਹਾਡੇ ਕੋਲ ਇਕਨੋਮਿਕਲੀ ਤੌਰ 'ਤੇ ਤੁਹਾਡੇ ਗਰੀਬੀ ਨਾ ਹੋਵੇ, ਗੁਰਬਤ ਨਾ ਹੋਵੇ। ਇਸ ਕਰਕੇ ਮੈਂ ਚਾਹੁੰਦਾ ਵੀ ਢਾਡੀਆਂ ਦਾ ਜਿਹੜਾ ਇਕਨੋਮਿਕ ਪੱਖ ਆ, ਸ਼੍ਰੋਮਣੀ ਕਮੇਟੀ ਦੇ ਸਨਮਾਨਾਂ ਦੀ ਗੱਲ ਚੱਲਦੀ ਸੀ, ਅਤੇ ਨਹੀਂ ਮੈਨੂੰ ਕਦੇ ਮਿਲਿਆ। ਬਾਕੀ ਮਾਣ ਸਨਮਾਨ ਨੇ ਜਿਹੜੇ ਕੋਈ 8 ਮੈਨੂੰ ਗੋਲਡ ਮੈਡਲ ਸਮੇਤ ਕੈਂਠੇ ਦੇ ਮਿਲੇ, ਅਤੇ ਬਾਕੀ ਜਿੰਨੇ ਵੀ ਸਾਹਿਤਕ, ਪ੍ਰੋਫੈਸਰ ਮੋਹਨ ਸਿੰਘ ਮੇਲੇ ਦੇ ਉੱਤੇ ਸਨਮਾਨ ਹੋ ਲਿਆ, ਅਮਰ ਸਿੰਘ ਸ਼ੌਂਕੀ ਯਾਦਗਾਰੀ ਮੇਲੇ 'ਤੇ ਸਨਮਾਨ ਹੋ ਲਿਆ, ਗਿਆਨੀ ਸੋਹਣ ਸਿੰਘ ਸੀਤਲ ਯਾਦਗਾਰੀ ਗੋਲਡ ਮੈਡਲ ਮਿਲ ਗਿਆ, ਅਤੇ ਗਿਆਨੀ ਕੁਲਵੰਤ ਸਿੰਘ ਜੀ BA, ਸੰਤ ਘਰਿਆਲੇ ਵਾਲੇ ਬਾਬਾ ਅਵਤਾਰ ਸਿੰਘ ਹੋਰੀ ਕਾਰਸੇ ਵਾਲੇ, ਵੈਸੇ ਉਹਨਾਂ ਨੇ ਮੈਨੂੰ ਜਥੇ ਦੀ ਭੇਟ ਅਲੱਗ ਦਿੱਤੀ ਅਤੇ ਸਨਮਾਨ ਅਲੱਗ ਦਿੱਤਾ। ਇਹ ਨਹੀਂ ਕਿ ਤੁਸੀਂ ਆਏ ਅਤੇ ਤੁਹਾਨੂੰ ਭੇਟਾ ਦੇ ਥਾਂ 'ਤੇ ਸਨਮਾਨ ਕਹਿਤਾ ਵੀ ਤੁਹਾਡਾ ਸਨਮਾਨ ਕਰਤਾ, ਭੇਟਾ ਅਲੱਗ ਸੀ, ਸਨਮਾਨ ਅਲੱਗ ਸੀ। ਜੇ ਅਸੀਂ ਸਿੱਖ ਸੰਪਰਦਾਵਾਂ ਦੀ ਗੱਲ ਕਰੀਏ, ਜਿਸ ਤਰ੍ਹਾਂ ਘਰਿਆਲੇ ਵਾਲੇ ਮਹਾਂਪੁਰਸ਼ਾਂ ਦਾ ਤੁਸੀਂ ਜ਼ਿਕਰ ਕੀਤਾ, ਉਹਨਾਂ ਨੇ ਤੁਹਾਨੂੰ ਸੋਨੇ ਦਾ ਕੈਂਠਾ ਪਾਇਆ, ਅਤੇ ਇਕੱਲੇ ਤੁਹਾਨੂੰ ਹੀ ਨਹੀਂ, ਉਸ ਤੋਂ ਬਾਅਦ ਹੋਰ ਵੀ ਇਹ ਉਹਨਾਂ ਨੇ ਜਿਹੜੀ ਸੇਵਾ ਚਲਾਈ ਹੈ, ਨਿਰੰਤਰ ਪ੍ਰਚਾਰਕਾਂ ਦਾ ਮਾਣ ਸਨਮਾਨ ਕਰ ਰਹੇ ਨੇ। ਅਤੇ ਇਸ ਤੋਂ ਇਲਾਵਾ ਹੋਰ ਜਿਹੜੇ ਮਹਾਂਪੁਰਸ਼ ਜਾਂ ਸੰਪਰਦਾਵਾਂ ਸਿੱਖੀ ਦੇ ਪ੍ਰਚਾਰ ਵਿੱਚ ਢਾਡੀ ਕਲਾ ਨੂੰ ਉਭਾਰਨ ਵਿੱਚ ਯੋਗਦਾਨ ਪਾ ਰਹੀਆਂ ਨੇ, ਉਹਨਾਂ ਦਾ ਜ਼ਿਕਰ ਤੁਸੀਂ ਜ਼ਰੂਰ ਕਰੋ। ਸਾਰੀਆਂ ਸੰਪਰਦਾਵਾਂ ਆਪਣੇ ਥਾਂ 'ਤੇ ਮਹੱਤਵਪੂਰਨ ਨੇ, ਆਪਣੇ ਆਪਣੇ ਸਾਧਨ, ਜਿੰਨੇ ਕਿਸੇ ਕੋਲ ਸਾਧਨ ਨੇ, ਕਿਉਂਕਿ ਕਿਸੇ ਵੀ ਕੰਮ ਕਰਨ ਵਾਸਤੇ ਤੁਹਾਡੇ ਕੋਲ ਇਕਨੋਮਿਕਲੀ ਸਾਧਨ ਹੋਣੇ ਜ਼ਰੂਰੀ ਨੇ। ਅਤੇ ਫਿਰ ਸੰਪਰਦਾ ਦਾ ਜਿਹੜਾ ਮੁਖੀ ਆ, ਉਹਦੀ ਸੋਚ ਕੈਸੀ ਆ, ਕਿਉਂਕਿ ਆਮ ਤੌਰ 'ਤੇ ਸੰਪਰਦਾਵਾਂ ਵਿੱਚ ਜਿਹੜੇ ਉਹਨਾਂ ਦੇ ਮਹਾਂਪੁਰਖ ਜਾਂ ਜਿਹੜੇ ਆਪਣੇ ਦਿਨ ਨੇ, ਗੁਰਪੁਰਬ, ਸ਼ਹੀਦੀ ਪੁਰਬ, ਸ਼ਹੀਦੀ ਦਿਹਾੜੇ, ਉਹੀ ਮਨਾਏ ਜਾਂਦੇ ਨੇ, ਅਤੇ ਉਹਨਾਂ ਦੇ ਉੱਤੇ ਉਹ ਸਮਾਗਮ ਕਰਦੇ ਨੇ। ਉਹਨਾਂ ਦੇ ਵੱਖ-ਵੱਖ ਜਥਿਆਂ ਨੂੰ, ਕਦੇ ਮੈਂ ਚਲਿਆ ਗਿਆ, ਕਦੇ ਤੁਸੀਂ ਚਲੇ ਗਏ, ਅਤੇ ਵਿਸ਼ੇਸ਼ ਤੌਰ 'ਤੇ ਕਦੇ ਕਦਾਈ ਕੋਈ ਹੁੰਦਾ ਜਿੱਥੇ ਉਹ ਤੁਹਾਨੂੰ ਸਨਮਾਨਿਤ ਕਰਦੇ ਨੇ। ਕੋਈ ਇੱਦਾਂ ਦਾ ਕੋਈ ਖਾਸ ਸਮਾਗਮ ਹੁੰਦਾ ਤਾਂ, ਜਾਂ ਕੋਈ ਖਾਸ ਪ੍ਰਚਾਰਕ ਜਿਹਨੂੰ ਉਹ ਮੰਨ ਲੈਂਦੇ ਨੇ ਵੀ ਇਹਨੂੰ ਅਸੀਂ ਕਰਨਾ। ਅਤੇ ਬਹੁਤੀ ਵਾਰੀ ਕੌੜੀ ਜੀ ਗੱਲ ਆ, ਕਿਸੇ ਨੂੰ ਬੁਰੀ ਵੀ ਲੱਗ ਸਕਦੀ ਆ, ਅਤੇ ਕਈ ਵਾਰੀ ਅਸੀਂ ਭਾਈ ਭਤੀਜਾਵਾਦ ਨਾਲ ਵੀ ਜੁੜ ਜਾਂਦੇ ਹਾਂ ਵੀ ਚਲੋ ਇੱਕ ਸਨਮਾਨਾਂ ਵਿੱਚ ਸਾਡਿਆਂ ਦਾ ਇਹ ਨੈਗੇਟਿਵ ਪੱਖ ਵੀ ਆ। ਮੈਂ ਕਹਿੰਦਾ ਵੀ ਜਿਹੜਾ ਡਿਜ਼ਰਵ ਕਰਦਾ ਉਹਨੂੰ ਸਨਮਾਨਿਤ ਕੀਤਾ ਜਾਣਾ ਚਾਹੀਦਾ। ਸਨਮਾਨ ਐਵੇਂ ਨਹੀਂ ਹੁੰਦਾ ਵੀ ਤੁਹਾਨੂੰ ਮਿਲ ਗਿਆ, ਸਨਮਾਨ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਆ। ਸਨਮਾਨ ਨੂੰ ਅਸੀਂ ਸਨਮਾਨ ਵਿੱਚ ਨਹੀਂ ਲੈਣਾ, ਸਨਮਾਨ ਨੂੰ ਅਸੀਂ ਜ਼ਿੰਮੇਵਾਰੀ ਵਿੱਚ ਲੈਣਾ। ਢਾਡੀ ਕਲਾ ਦਾ, ਇਕੱਲੀ ਢਾਡੀ ਕਲਾ ਦਾ ਹੀ ਨਹੀਂ, ਨਾਲ ਕਵੀਸ਼ਰ ਭਾਈਚਾਰਾ ਵੀ ਹੈ ਸਿੱਖੀ ਦੇ ਪ੍ਰਚਾਰ ਵਿੱਚ, ਜਿੱਥੇ ਇਹਨਾਂ ਦਾ ਯੋਗਦਾਨ ਹੈ, ਉੱਥੇ ਤੁਸੀਂ ਇਹਨਾਂ ਦੇ ਭਵਿੱਖ ਬਾਰੇ ਕੀ ਸੋਚ ਰਹੇ ਹੋ? ਵੈਸੇ ਭਵਿੱਖ ਵਿੱਚ ਕੀ ਹੁੰਦਾ, ਮਤਲਬ ਇਹਦੇ ਬਾਰੇ ਕੋਈ ਬੰਦਾ ਦਲੀਲ ਨਾ ਨਹੀਂ ਕਹਿ ਸਕਦਾ। ਆਉਣ ਵਾਲੇ ਸਮੇਂ ਦਾ ਕਿਸੇ ਨੂੰ ਕੋਈ ਪਤਾ ਨਹੀਂ। ਮੈਂ ਭਵਿੱਖ ਦੇ ਦਾਅਵੇ ਕਰੀ ਜਾਵਾਂ ਜਾਂ ਭਵਿੱਖ ਬਾਰੇ ਮੈਂ ਨੈਗੇਟਿਵ ਸੋਚੀ ਜਾਵਾਂ, ਇਹ ਮੇਰੇ ਵਾਸਤੇ ਚੰਗਾ ਨਹੀਂ ਹੋਊਗਾ। ਸਮਾਂ ਜਿਹੜਾ ਜਾਂ ਘਟਨਾਵਾਂ ਨੇ ਜਿਹੜੀਆਂ, ਉਹ ਤੁਹਾਡੀ ਕਲਾ ਨੂੰ ਵੀ ਉਹ ਨਿਸ਼ਚਿਤ ਕਰਦੀਆਂ ਨੇ। ਕਈ ਵਾਰੀ ਘਟਨਾਵਾਂ ਕੌਮ 'ਚ ਵਾਪਰਦੀਆਂ ਨੇ, ਉਹਦੇ ਨਾਲ ਕਲਾ ਜਿਹੜੀ ਉਸ ਨਾਲ ਜੁੜੀ ਹੋਈ, ਉਹਦੇ 'ਚ ਵੀ ਵਾਰ ਆ ਜਾਂਦਾ। ਇਹ ਨਹੀਂ ਹੁੰਦਾ ਵੀ ਤੁਸੀਂ ਸਮੂਥਲੀ ਚੱਲ ਰਹੇ ਹੋ, ਸਿੱਧੇ ਜਾ ਰਹੇ ਹੋ। ਕਈ ਵਾਰੀ ਘਟਨਾਵਾਂ ਜਦੋਂ ਵਾਪਰਦੀਆਂ ਨੇ, ਲੋਕਾਂ ਦੀਆਂ ਭਾਵਨਾਵਾਂ
ਇੱਕਦਮ ਪ੍ਰਚੰਡ ਹੋ ਜਾਂਦੀਆਂ ਨੇ। ਢਾਡੀ ਕਵੀਸ਼ਰ ਨੇ ਜਿਹੜੇ, ਇਹ ਵੀ ਉਹਨਾਂ ਭਾਵਨਾਵਾਂ ਨਾਲ ਹੀ ਲਬਰੇਜ਼ ਹੁੰਦੇ ਨੇ, ਫਿਰ ਇਹਨਾਂ ਦੀਆਂ ਭਾਵਨਾਵਾਂ ਹੀ ਪ੍ਰਚੰਡ ਹੁੰਦੀਆਂ ਨੇ। ਫਿਰ ਉਹਦੇ ਪੱਖ ਵਿੱਚ ਇਹ ਬੋਲਦੇ ਨੇ ਬੜੀ ਜ਼ੁਰਤ ਨਾਲ। ਜੇ ਸਮਾਜ ਵਿੱਚ ਕਿਤੇ ਧੱਕਾ ਹੁੰਦਾ, ਅਨਿਆਂ ਹੁੰਦਾ, ਤਾਂ ਪ੍ਰਚਾਰਕ ਉਹਦੇ ਲਈ ਬੋਲਦਾ ਹੀ ਆ ਨਾ। ਅਤੇ ਭਵਿੱਖ ਇਹਨਾਂ ਦਾ ਜਿਹੜਾ ਹੈਗਾ, ਕਿਉਂਕਿ ਅਸੀਂ ਇਸ ਤਰ੍ਹਾਂ ਨਾਲ ਸੋਚਦੇ ਹਾਂ ਜਿਵੇਂ ਆਮ ਵੀ ਬੰਦੇ ਨੇ MA ਕਰ ਲਈ ਜਾਂ PhD ਕਰ ਲਈ ਤਾਂ ਉਹਨੂੰ ਨੌਕਰੀ ਮਿਲ ਜੂ। ਇਸ ਕਲਾ ਦੇ ਵਿੱਚ ਤੁਸੀਂ ਕਲਾ ਦੇ ਬਲਬੂਤੇ ਨਾਲ ਹੀ, ਤੁਹਾਡੇ ਵਿੱਚ ਲੋਕਾਂ ਨਾਲੋਂ ਸੈਪਰੇਟ ਕੀ ਆ, ਤੁਹਾਡੇ ਕੋਲ ਕਿੰਨੀ ਕੁ ਸੁਰਾਂ ਦੀ ਮਹਾਰਤ ਆ, ਤੁਹਾਡੇ ਕੋਲ ਸ਼ਬਦਾਂ ਦੀ ਕਿੰਨੀ ਕੁ ਮਹਾਰਤ ਆ, ਤੁਸੀਂ ਕਿੰਨਾ ਕੁ ਅਭਿਆਸ ਕੀਤਾ, ਅਤੇ ਇਹਦੇ ਨਾਲ ਨਾਲ ਵੀ ਤੁਹਾਡਾ ਮਸਤਕ ਕਿੰਨਾ ਕੁ ਤੇਜ਼ ਆ। ਮਸਤਕ ਤੋਂ ਬਿਨਾਂ ਤੁਹਾਡੀ ਵਿਦਵਤਾ, ਤੁਹਾਡਾ ਗਿਆਨ ਕੁਛ ਨਹੀਂ ਕਰਦਾ। ਜੋ ਮੱਥੇ ਦਾ ਭਾਗ ਆ ਨਾ, ਅਤੇ ਉਹ ਮੱਥੇ ਦਾ ਭਾਗ ਸਾਡੇ ਗੁਰਮਤਿ ਵਿੱਚ ਵੀ ਅਸੀਂ ਬਾਣੀ ਦੇ ਨਿਤਨੇਮੀ ਕਿੰਨੇ ਕੁ, ਕਿ ਅਸੀਂ ਉਸ ਬਾਣੀ ਦੇ ਭੈ ਭਾਵ ਵਿੱਚ ਜੀਵਨ ਗੁਜ਼ਾਰਦੇ ਹਾਂ। ਜਿਹੜਾ ਮੈਂ ਪਹਿਲਾਂ ਵਪਾਰੀ ਬਿਰਤੀ ਕਿਹਾ, ਕਿਤੇ ਉਹੀ ਤਾਂ ਨਹੀਂ ਭਾਰੂ। ਪ੍ਰੋਫੈਸ਼ਨਲੀ ਤਾਂ ਅਸੀਂ ਕਰਦੇ ਹਾਂ, ਕਿ ਅਸੀਂ ਪ੍ਰੋਫੈਸ਼ਨ ਤੋਂ ਬਿਨਾਂ ਵੀ ਕੁਛ ਕਰਦੇ ਹਾਂ। ਇਹ ਸਾਰੀਆਂ ਗੱਲਾਂ ਤੁਹਾਡੀ ਸੰਗਤ 'ਤੇ ਡਿਪੈਂਡ ਕਰਦੀਆਂ ਨੇ, ਤੁਸੀਂ ਕਿਹਨਾਂ ਬੰਦਿਆਂ ਕੋਲ ਬਹਿੰਦੇ ਹੋ। ਉਸਤਾਦ ਦਾ ਮਤਲਬ ਇਹੀ ਨਹੀਂ ਹੁੰਦਾ, ਜਿਵੇਂ ਆਪਾਂ ਮਾਸਟਰਾਂ ਦੀ ਗੱਲ ਕਰਕੇ ਆਏ, ਉਹਨੇ ਇਹੀ ਨਹੀਂ ਵੀ, ਉਹਨੇ ਹੋਰ ਤੁਹਾਨੂੰ ਜੀਵਨ ਜਾਚ ਵੀ ਬੰਦਿਆਂ 'ਚ ਕਿਵੇਂ ਬਹਿਣਾ, ਕਿਵੇਂ ਗੱਲ ਕਰਨੀ ਆ। ਅਤੇ ਇਸ ਤਰ੍ਹਾਂ ਨਾਲ ਭਵਿੱਖ ਆ ਜਿਹੜਾ, ਜਿੰਨੀ ਕੋਈ ਮਿਹਨਤ ਕਰੂਗਾ ਅਤੇ ਉਹ ਜ਼ਰੂਰ ਉਹਦਾ ਭਵਿੱਖ ਚੰਗਾ ਹੋਊਗਾ। ਗਿਆਨੀ ਜੀ, ਅਸੀਂ ਤੁਹਾਡੇ ਪਰਿਵਾਰਕ ਪਿਛੋਕੜ ਦੀ ਗੱਲ, ਜਾਂ ਤੁਹਾਡੇ ਮਾਤਾ ਪਿਤਾ ਦੀ, ਤੁਹਾਡੇ ਪਰਿਵਾਰਕ ਮੈਂਬਰਾਂ ਦੀ, ਤੁਹਾਡੇ ਬੱਚਿਆਂ ਦੀ ਗੱਲ ਵੀ ਇਹ ਕਰਨੀ ਚਾਹਾਂਗੇ ਕਿ ਤੁਹਾਡੇ ਪਿਤਾ ਜੀ, ਤੁਹਾਡੇ ਮਾਤਾ ਜੀ, ਉਹਨਾਂ ਦਾ ਨਾਮ ਕੀ ਸੀ ਅਤੇ ਤੁਹਾਡਾ ਜਨਮ ਕਦੋਂ ਹੋਇਆ, ਅਤੇ ਹੁਣ ਤੁਹਾਡੇ ਪਰਿਵਾਰ ਵਿੱਚ ਕਿੰਨੇ ਮੈਂਬਰ? ਮੇਰੇ ਪਿਤਾ ਜੀ ਸਵਰਗਵਾਸੀ ਸਰਦਾਰ ਜਰਨੈਲ ਸਿੰਘ, ਮਾਤਾ ਜੀ ਸਵਰਗਵਾਸੀ ਸਰਦਾਰਨੀ ਰਾਜਿੰਦਰ ਕੌਰ, ਅਤੇ ਮੇਰੀ ਆਪਣੀ ਸਰਦਾਰਨੀ, ਮੇਰੀ ਘਰਵਾਲੀ ਦਾ ਨਾਂ ਕੁਲਦੀਪ ਕੌਰ ਆ। ਅਤੇ ਮੇਰੇ ਬੱਚੇ 3 ਨੇ, ਵੱਡੀਆਂ 2 ਬੇਟੀਆਂ ਨੇ, ਗੁਰਬੀਰ ਕੌਰ, ਜਗਬੀਰ ਕੌਰ ਅਤੇ ਬੇਟਾ ਹਰਜੋਤ ਸਿੰਘ। 3 ਵਿਆਹੇ ਹੋਏ ਨੇ। ਨੂੰਹ ਰਾਣੀ ਜਿਹੜੀ ਉਹ ਗਗਨਪ੍ਰੀਤ ਕੌਰ ਆ, ਅੱਗੇ ਪੋਤਰਾ ਰਹਿਬਰ ਸਿੰਘ। ਅਤੇ ਇਸ ਤਰ੍ਹਾਂ ਦਾ ਪਰਿਵਾਰ ਆ। ਗੁਰੂ ਨੇ ਬੱਚੇ ਚੰਗੇ ਤਾਲੀਮ ਯਾਫਤਾ ਨੇ, ਪੜ੍ਹੇ ਲਿਖੇ ਨੇ। ਗਿਆਨੀ ਜੀ, ਉਮਰ ਦੇ ਕਿੰਨੇ ਕੁ ਦਹਾਕੇ ਪਾਰ ਕਰ ਲਏ, ਅਤੇ ਹੁਣ ਕੀ ਮਹਿਸੂਸ ਕਰਦੇ ਹੋ ਕਿ ਢਾਡੀ ਕਲਾ ਵਿੱਚ ਜਿਹੜਾ ਮੁਕਾਮ ਤੁਹਾਨੂੰ ਹਾਸਲ ਹੋਇਆ, ਕੀ ਤੁਸੀਂ ਇਹਦੇ ਤੋਂ ਸੰਤੁਸ਼ਟ ਹੋ ਜਾਂ ਅੱਗੇ ਵੀ ਕੁਝ ਕਰਨਾ ਲੋਚਦੇ ਹੋ ਢਾਡੀ ਕਲਾ ਲਈ? ਮੈਂ ਸਮਝਦਾ ਵੀ ਹਾਲੇ ਖੜੋਤ ਤਾਂ ਨਹੀਂ ਆਈ ਉਮਰ ਦਾ। ਮੈਂ ਭਾਵੇਂ 7ਵੇਂ ਦਹਾਕੇ ਚੱਲਦਾ, ਮੈਂ 64ਵਾਂ ਸਾਲ ਆ ਮੈਨੂੰ। ਮੈਂ ਅਸਲ 'ਚ ਮੇਰੀ ਡੇਟ ਆਫ ਬਰਥ 28/6/1958, ਪੇਪਰਾਂ ਦੇ ਵਿੱਚ 57 ਚੱਲਦੀ ਆ। ਅਤੇ ਖੜੋਤ ਨਹੀਂ ਆਈ ਹਾਲੇ ਤੱਕ। ਜਿੰਨੇ ਵੀ ਸਾਡੇ ਨੌਜਵਾਨ ਢਾਡੀ ਮੇਰੇ ਤੋਂ ਬਾਅਦ ਉੱਠੇ, ਦੂਜੀ ਪੀੜ੍ਹੀ ਦੇ ਉੱਠੇ ਨੇ, ਅੱਜ ਵੀ ਮੇਰੇ ਪ੍ਰੋਗਰਾਮਾਂ ਦੀ ਗਿਣਤੀ ਉਹਨਾਂ ਦੇ ਮੁਕਾਬਲੇ ਵਿੱਚ ਆ। ਪਰਫੋਰਮੈਂਸ ਵੀ, ਮਤਲਬ ਜਿਹੜਾ ਲੋਕਾਂ ਦਾ ਵਿਊਜ਼ ਮਿਲਦੇ ਨੇ, ਮੇਰੀ ਪਿੱਠ ਪਿੱਛੇ ਕੋਈ ਕਹਿੰਦਾ ਹੋਵੇ ਤਾਂ ਮੈਂ ਕਹਿ ਨਹੀਂ ਸਕਦਾ, ਕਿਉਂਕਿ ਲੋਕ ਤਾਂ ਰੱਬ ਨੂੰ ਵੀ ਨਹੀਂ ਪਸੰਦ ਕਰਦੇ, ਰੱਬ ਦੇ ਵਿੱਚ ਵੀ ਨੁਕਸ ਕੱਢ ਦਿੰਦੇ ਨੇ। ਪਰ ਬਹੁ ਗਿਣਤੀ ਲੋਕ ਨੇ, ਕਿਉਂਕਿ ਉਹ ਮੈਨੂੰ ਇੱਥੋਂ ਮੈਂ ਅੰਦਾਜ਼ਾ ਲਾਉਣਾ ਵੀ ਉਹਨਾਂ ਪਿੰਡਾਂ 'ਚ ਮੈਨੂੰ ਫਿਰ ਬਾਰ-ਬਾਰ ਸੁਨੇਹੇ ਆਉਂਦੇ ਨੇ। ਮੈਂ ਸਮਝਦਾ ਵੀ ਜੇ ਮੈਂ ਚੰਗਾ ਲੱਗਿਆ ਤਦੀ ਮੈਨੂੰ ਮੁੜ ਕੇ ਬੰਦਾ ਸਾਦਾ, ਨਹੀਂ ਤਾਂ ਜੇ ਚੰਗਾ ਲੱਗਣੋਂ ਹਟ ਜੇ ਫਿਰ ਤਾਂ ਘਰ ਦੇ ਵੀ ਬੁਲਾਉਣੋਂ ਹਟ ਜਾਂਦੇ ਨੇ, ਸੰਗਤ ਨੇ ਕਿੱਥੋਂ ਸੱਦਣਾ। ਗਿਆਨੀ ਜੀ, ਤੁਸੀਂ ਸਾਨੂੰ ਬਹੁਤ ਕੀਮਤੀ ਰੁਝੇਵਿਆਂ ਵਿੱਚੋਂ ਕੀਮਤੀ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਦਰਸ਼ਕੋ, ਇਹ ਸਨ ਪੰਥ ਪ੍ਰਸਿੱਧ ਵਿਦਵਾਨ ਗਿਆਨੀ ਤਰਲੋਚਨ ਸਿੰਘ ਜੀ ਭਮੱਦੀ, ਅਤੇ ਆਸ ਕਰਦੇ ਹਾਂ ਤੁਸੀਂ ਇਹਨਾਂ ਦੀ ਗੱਲਬਾਤ ਵਿੱਚੋਂ, ਇਹਨਾਂ ਦੀ ਇਸ ਮੁਲਾਕਾਤ ਵਿੱਚੋਂ ਬਹੁਤ ਕੁਝ ਸਿੱਖਿਆ ਹੋਵੇਗਾ। ਅਤੇ ਇਹਨਾਂ ਦੀ ਚੜ੍ਹਦੀ ਕਲਾ ਲਈ ਕਾਮਨਾ ਕਰਦਾ ਹੋਇਆ ਮੈਂ ਆਪ ਸਰਬੱਤ ਸੰਗਤ ਤੋਂ ਇਜਾਜ਼ਤ ਲੈਣਾ ਚਾਹਾਂਗਾ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।